ਮਸਲੇ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਕਿ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਗੱਲਬਾਤ ਕਰਾਂਗੇ ਤੁਹਾਡੇ ਮਸਲਿਆਂ ਦੇ ਬਾਰੇ ਵਿੱਚ। ਤੁਹਾਡੇ ਯਾਨੀ ਕਿ ਸਾਡੇ ਖਾਸ ਤੌਰ ਤੇ ਜਿਹੜੇ NRIs ਵਿਦੇਸ਼ਾਂ ਵਿੱਚ ਰਹਿੰਦੇ ਨੇ, ਭਾਰਤ ਨਾਲ ਜੁੜੇ ਉਹਨਾਂ ਦੇ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਦੇ ਹੱਲ ਦੇ ਲਈ ਉਹ ਬਹੁਤ ਵਾਰ ਭਾਰਤ ਜਾਂਦੇ ਨੇ, ਉੱਥੇ ਚੱਕਰ ਕੱਟਦੇ ਨੇ, ਕਈ ਵਾਰੀ ਉੱਥੇ ਫਸੇ ਨੇ, ਪਰ ਅਜੇ ਤੱਕ ਉਹਨਾਂ ਨੂੰ ਆਪਣੇ ਮਸਲਿਆਂ ਦਾ ਹੱਲ ਨਹੀਂ ਲੱਭਿਆ। ਚਾਹੇ ਉਹ ਪ੍ਰਾਪਰਟੀ ਵਿਵਾਦ ਹੋ ਸਕਦਾ, ਕੋਈ ਵੀ ਵਿਵਾਦ ਹੋ ਸਕਦਾ, ਜ਼ਮੀਨੀ ਝਗੜੇ ਹੋ ਸਕਦੇ ਨੇ, ਕਿੰਨੇ ਪ੍ਰਕਾਰ ਦੇ ਝਗੜੇ ਹੋ ਸਕਦੇ ਨੇ। ਸੋ ਜੇਕਰ ਤੁਹਾਡਾ ਵੀ ਇਸ ਵਕਤ ਭਾਰਤ ਵਿੱਚ ਕੋਈ ਅਜਿਹਾ ਮਸਲਾ ਚੱਲ ਰਿਹਾ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਤੇ ਜਿਹੜੇ NRIs ਨੇ ਉਹ ਭਾਰਤ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ ਆਪਣੀ ਜਾਇਦਾਦ ਦਾ ਕਿਸ ਤਰੀਕੇ ਨਾਲ ਖਿਆਲ ਰੱਖ ਸਕਦੇ ਨੇ, ਜਾਂ ਉਹਨਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਵਿਦੇਸ਼ਾਂ ਵਿੱਚ ਬੈਠੇ ਕਿਸ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਸੌਰਟ ਆਊਟ ਕਰ ਸਕਦੇ ਨੇ, ਜਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਦੇਖ ਸਕਦੇ ਨੇ, ਇਹਦੇ ਬਾਰੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ। ਇਹਦੇ ਬਾਰੇ ਤੁਹਾਡਾ ਕੋਈ ਸਵਾਲ ਆ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਗੱਲ ਕਰਾਂਗੇ ਕਿ ਅੱਜ ਕੱਲ੍ਹ ਪੰਜਾਬੀ ਸਿੰਗਰ ਜਿਹੜੇ ਨੇ ਗਾਣੇ ਤਾਂ ਗਾ ਰਹੇ ਨੇ, ਤੇ ਕੁਝ ਸਮਾਂ ਪਹਿਲਾਂ ਵੀ ਇਹ ਗਾਣੇ ਚੱਲਦੇ ਸੀ, ਦੌਰ ਆਉਂਦੇ ਨੇ ਦੌਰ ਜਾਂਦੇ ਨੇ, ਪਰ ਪਹਿਲਾਂ ਕਦੇ ਪੰਜਾਬੀ ਸਿੰਗਰਸ ਦੇ ਉੱਤੇ ਇੰਨੇ ਜ਼ਿਆਦਾ ਮੁਕੱਦਮੇ ਦਰਜ ਨਹੀਂ ਹੁੰਦੇ ਸੀ। ਪਰ ਹੁਣ ਗੱਲ ਕੀਤੀ ਜਾਵੇ ਤਾਂ ਹੁਣ ਅੱਜ ਕੱਲ੍ਹ ਜਿਹੜੇ ਮੁਕੱਦਮੇ ਦਰਜ ਹੋਣੇ ਸ਼ੁਰੂ ਹੋ ਚੁੱਕੇ ਨੇ ਉਹਨਾਂ ਦੇ ਗਾਣਿਆਂ ਨੂੰ ਲੈ ਕੇ। ਇੱਕ ਪਾਸੇ ਯੂਥ ਹੈ, ਉਹਨਾਂ ਨੂੰ ਬਹੁਤ ਜ਼ਿਆਦਾ ਫੋਲੋ ਕਰ ਰਿਹਾ, ਤੇ ਦੂਜੇ ਪਾਸੇ ਗਾਣੇ ਨੇ ਜਿਹੜੇ ਕਿ ਇਹ ਸੋਚਿਆ ਜਾ ਰਿਹਾ ਕਿ ਸਮਾਜ ਨੂੰ ਖਰਾਬ ਕਰ ਰਹੇ ਨੇ। ਸੋ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ, ਕਿਹੜੇ ਨਵੇਂ ਸਿੰਗਰ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਤੇ ਕਿਹਨਾਂ ਦੇ ਵੱਲੋਂ ਕੀਤਾ ਗਿਆ। ਸਾਡੇ ਨਾਲ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਜੀ ਗੱਲਬਾਤ ਕਰਨ ਲਈ ਐਡਵੋਕੇਟ ਸੁਨੀਲ ਮਦਨ, ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਸਰ। ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ, ਸਾਡੇ ਦਰਸ਼ਕਾਂ ਨੂੰ ਪਿਆਰ ਭਰਾ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਨੇ ਸਰ? ਠੀਕ ਹੈ ਜੀ, ਕੁਝ ਵਰਕਿੰਗ ਕਰ ਰਹੇ ਹਾਂ। ਤੇ ਤੁਸੀਂ ਜਿਵੇਂ ਗੱਲਬਾਤ ਕਰ ਰਹੇ ਸੀ ਠੀਕ ਠਾਕ ਹੈ, ਬਟ ਤੁਸੀਂ ਦੂਜਿਆਂ ਦੇ ਹਾਲ ਥੋੜੇ ਜਿਹੇ ਖਰਾਬ ਕਰ ਰਹੇ ਹੋ, ਇਹਦਾ ਕੀ ਕਾਰਨ ਹੈ? ਦੇਖੋ, ਇਸ ਤਰ੍ਹਾਂ ਹੈ ਕਿ ਇੱਕ ਜੀਣ ਲਈ ਨਾ ਇੱਕ ਬ੍ਰੈਕਟ ਚਾਹੀਦੀ ਹੈ ਜੀ। ਉਹ ਬ੍ਰੈਕਟ ਇਹ ਹੈ ਕਿ ਜਿਹਦੇ ਵਿੱਚ ਕੋਈ ਵੀ ਸਾਡਾ ਜਾਂ ਸਾਡੇ ਪਰਿਵਾਰ ਨੂੰ, ਸਾਡੇ ਸਮਾਜ ਨੂੰ ਉਹ ਕੋਈ ਐਸਾ ਸੁਣਿਆ ਨਾ ਦੇਵੇ ਜਿਹੜਾ ਸੁਣਿਆ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਖਰਾਬ ਕਰੇ। ਸੋ ਜੇ ਕੋਈ ਐਸਾ ਕਰੇਗਾ ਤੇ ਇੱਕੋ ਹੀ ਕਮਿਊਨਿਟੀ ਬਚਦੀ ਹੈ, ਉਹ ਐਡਵੋਕੇਟ ਦੀ ਕਮਿਊਨਿਟੀ, ਜਿਹੜੀ ਕਿ ਕਾਨੂੰਨੀ ਤੌਰ ਤੇ ਉਹਦੇ ਕੋਲੋਂ ਸਵਾਲ ਪੁੱਛਦੀ ਹੈ ਤੇ ਫਿਰ ਉਹਨੂੰ ਲਿਆਉਂਦੀ ਹੈ ਕਟਘਰੇ 'ਚ, ਤੇ ਉਹਦੇ ਤੇ ਸੁਧਾਰ ਹੁੰਦੇ ਨੇ। ਔਰ ਕਾਨੂੰਨ ਇੱਕ ਐਸਾ ਪੱਖ ਹੈ ਜਿਹਦੇ ਵਿੱਚ ਦੋਨਾਂ ਧਿਰਾਂ ਦੀ ਸੁਣੀ ਜਾਣੀ ਹੈ। ਜਿਹੜਾ ਬੰਦਾ ਸਹੀ ਹੋਏਗਾ ਉਹਦੇ ਤੇ ਫੈਸਲਾ ਆਉਣਾ ਕੋਰਟ ਵੱਲੋਂ, ਔਰ ਜੇ ਗਲਤ ਹੋਏਗਾ ਤਾਂ ਫੈਸਲਾ ਕੱਟਿਆ ਜਾਣਾ। ਸੋ ਬੜੀ ਸਿੰਪਲ ਜਿਹੇ ਤਰੀਕੇ ਨੇ। ਆਪਾਂ ਪੜ੍ਹੇ ਲਿਖੇ ਲੋਕ ਹਾਂ, ਆਪਾਂ ਆਪਣੀ ਗੱਲ ਰੱਖਦੇ ਹਾਂ ਇੱਜ਼ਤ ਪਿਆਰ ਤਰੀਕੇ ਦੇ ਨਾਲ। ਆਪਾਂ ਕੋਈ ਮਾੜਾ ਸ਼ਬਦ ਨਹੀਂ ਬੋਲਦੇ, ਕਿਸੇ ਨੂੰ ਗਾਲ ਨਹੀਂ ਕੱਢਦੇ, ਤੇ ਕਿਸੇ ਨੂੰ ਪਰਸਨਲ ਤੌਰ ਤੇ ਕਿਸੇ ਨੂੰ ਤੰਗ ਨਹੀਂ ਕਰਦੇ। ਬਟ ਜਿਹੜੇ ਅੱਜ ਕੱਲ੍ਹ ਦੇ ਨਵੇਂ ਮਸ਼ਰੂਮ ਗਰੋਥ ਗਾਇਕ ਨਿਕਲੇ, ਸੋ ਕਾਲਡ, ਇਹਨਾਂ ਲੋਕਾਂ ਨੇ ਸਾਡੇ ਪੰਜਾਬ ਦੀ ਜਿਹੜੀ ਕਲਚਰ ਹੈ, ਜਿਹੜੀ ਸੱਭਿਅਤਾ ਹੈ, ਉਹਨੂੰ ਬੜਾ ਗੰਦਾ ਜਿਹਾ ਕਰ ਦਿੱਤਾ ਹੈ। ਔਰ ਇੰਨਾ ਕੁ ਗੰਦਾ ਕਰਤਾ ਕਿ ਕਿਸੇ ਵੇਲੇ ਜਦੋਂ ਅਸੀਂ ਪੰਜਾਬੋਂ ਬਾਹਰ ਜਾਂਦੇ ਹਾਂ ਨਾ, ਖਾਸ ਕਰਕੇ ਦਿੱਲੀੋਂ ਪਰੇ, ਤੇ ਲੋਕ ਸਭ ਉਸ ਨਜ਼ਰ ਨਾਲ ਦੇਖਦੇ ਆ। ਔਰ ਜਿਹੜੇ ਬੰਦੇ ਬਾਹਰੋਂ ਕਦੀ ਪੰਜਾਬ 'ਚ ਨਹੀਂ ਆਏ, ਉਹਨਾਂ ਨੂੰ ਕੀ ਪਤਾ ਕਿ ਪੰਜਾਬ 'ਚ ਅੱਜ ਵੀ ਸਾਡੀਆਂ ਧੀਆਂ ਭੈਣਾਂ ਕੱਜੀਆਂ ਢੱਕੀਆਂ ਘਰੋਂ ਨਿਕਲਦੀਆਂ ਨੇ। ਸੜਕ ਤੇ ਬੰਦੂਕਾਂ ਲੈ ਕੇ ਕੋਈ ਨਹੀਂ ਤੁਰਿਆ ਫਿਰਦਾ। ਚਿੱਟੇ ਦੇ ਨਸ਼ੇ ਕਰਨ ਵਾਲੇ ਜ਼ਰੂਰ ਹੈਗੇ ਨੇ ਬੱਚੇ ਸਾਡੇ, ਜਿਹੜੇ ਵਿਗਾੜ ਦਿੱਤੇ ਗਏ ਨੇ, ਬਟ ਹਰ ਘਰ 'ਚ ਵੀ ਨਸ਼ੇ ਕਰਨ ਵਾਲਾ ਨਹੀਂ ਹੈ। ਚੰਗੇ ਪੜ੍ਹਾਈ ਕਰਨ ਵਾਲੇ, ਚੰਗੇ ਮਿਹਨਤ ਕਰਨ ਵਾਲੇ, ਔਰ ਚੰਗਾ ਅੱਗੋਂ ਰੁਤਬੇ ਲੈਣ ਵਾਲੇ ਬੱਚੇ ਵੀ ਸਾਡੇ ਪੰਜਾਬ 'ਚ ਹੈਗੇ ਨੇ। ਸੋ ਸੁਨੇਹਾ ਗਲਤ ਜੇ ਕਰਦੇ ਨੇ, ਕਿਉਂਕਿ ਜਿਹੜੀ ਗਾਇਕ ਜਾਂ ਐਕਟਿੰਗ ਕਮਿਊਨਿਟੀ ਹੈ, ਜਿਹੜੀ ਫਿਲਮ ਇੰਡਸਟਰੀ ਕਹਿ ਲਾਂਗੇ, ਇਹ ਇਨਫਲੂਐਂਸ ਕਰਦੀ ਹੈ। ਜਿਹੜਾ ਜੇ ਬੰਦਾ ਹੋਏਗਾ ਸਿਆਣਾ 25-30 ਸਾਲ ਤੋਂ ਉੱਪਰ, ਉਹ ਬੰਦਾ ਤੈਨੂੰ ਐਂਟਰਟੇਨਮੈਂਟ ਲਈ ਲਏਗਾ ਤੇ ਭੁੱਲ ਜਾਏਗਾ। ਔਰ ਜਿਹੜਾ ਬੱਚਾ 14 ਸਾਲ ਦਾ, 13 ਸਾਲ ਦਾ, 10 ਸਾਲ ਦਾ, ਉਹ ਸੋਚੇਗਾ ਵੀ ਸ਼ਾਇਦ ਹਥਿਆਰ ਰੱਖਣੇ, ਡਰੱਗਸ ਕਰਨਾ, ਲੜਕੀਆਂ ਨਾਲ ਇਸ ਤਰ੍ਹਾਂ ਵਰਤਾਵ ਕਰਨਾ ਸ਼ਾਇਦ ਬਹੁਤ ਚੰਗੀ ਗੱਲ ਹੈ, ਤੇ ਉਹ ਵਿਗੜਦਾ ਪਿਆ। ਅੱਗੇ ਤੇ ਫੜ ਕੇ ਰਾਜੀ ਨਹੀਂ ਹੈ, ਤੇ ਅੱਗੋਂ ਆਪਾਂ ਗਾਣਿਆਂ 'ਚ ਉਹਨਾਂ ਨੂੰ ਹੋਰ ਟੇਢਾ ਮੇਢਾ ਕਰੀ ਜਾਈਏ, ਤੇ ਉਹ ਤੇ ਫਿਰ ਸਾਡਾ ਅੱਗੋਂ ਕਹਿੰਦੇ ਨਾ, ਸਾਡਾ ਮਤਲਬ ਇੱਕ ਤਰ੍ਹਾਂ ਦਾ ਵੰਸ਼ ਖਤਮ ਕਰਨ ਵਾਲੀ ਗੱਲ ਹੋ ਰਹੀ ਹੈ। ਸੋ ਕੰਮ ਨਹੀਂ ਕਰਨਾ ਆਪਾਂ। ਸੁਨੀਲ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ, ਤੁਸੀਂ ਸਿੰਗਰਸ ਦੇ ਉੱਤੇ ਗੱਲ ਕੀਤੀ ਹੈ, ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਇੰਨਾ ਵੀ ਨਸ਼ਾ ਨਹੀਂ ਹੈਗਾ, ਪੰਜਾਬ ਦੀਆਂ ਧੀਆਂ ਭੈਣਾਂ ਢੱਕੀਆਂ ਹੋਈਆਂ ਨਿਕਲਦੀਆਂ ਨੇ, ਤੇ ਇਸ ਚੀਜ਼ ਨੂੰ ਲੈ ਕੇ ਤੁਸੀਂ ਹੁਣੀ ਮਨਕੀਰਤ ਔਲਖ ਦੇ ਉੱਤੇ ਇੱਕ ਮੁਕੱਦਮਾ ਦਰਜ ਕੀਤਾ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਮਨਕੀਰਤ ਔਲਖ ਹੀ ਕਿਉਂ ਤੇ ਕਿਉਂ ਮੁਕੱਦਮਾ ਦਰਜ ਕੀਤਾ ਗਿਆ? ਮੈਡਮ, ਇਸ ਤਰ੍ਹਾਂ ਹੈ ਕਿ ਇਸ ਤੋਂ ਪਹਿਲ ਐਕਚੁਅਲੀ 15 ਮਈ 2021 ਨੂੰ ਮੈਨੂੰ ਇੱਕ ਲੀਗਲ ਨੋਟਿਸ ਪਾਇਆ ਸੀ। ਗਾਣਾ ਸੀ 8 ਰਫਲਾਂ, ਔਰ 8 ਰਫਲਾਂ ਗਾਣੇ ਵਿੱਚ ਜਿਹੜੀ ਇਹਦੀ ਲੇਡੀ ਸਿੰਗਰ ਹੈ, ਉਹ ਕਹਿੰਦੀ ਚੱਕੀ ਉਹ ਵਕੀਲ ਫਿਰਦੇ, ਉਹ ਇਹ ਜਵਾਬ ਦਿੰਦਾ, ਉਹ ਸੋਹਣੀ ਉਹ ਤਾਂ ਰਫਲ ਦੇ ਖੋਖੇ। ਸੋ ਵਕੀਲ ਚੱਕ ਲੈਣੇ, ਕਿਹੜਾ ਸਬਜ਼ੀ ਦਾ ਥੈਲਾ ਕਿ ਤੁਸੀਂ ਚੱਕ ਲੈਣੇ ਹੈ, ਤੇ ਉਹ ਜਵਾਬ ਦਿੰਦਾ ਕਿ ਰਫਲ ਦੇ ਖੋਖੇ ਨੇ। ਔਰ ਮੈਂ ਪ੍ਰੋਗਰਾਮਾਂ 'ਚ ਪਹਿਲਾਂ ਵੀ ਬੋਲ ਚੁੱਕਾ, ਟੀਵੀ ਸ਼ੋਅ ਤੇ ਬੋਲ ਚੁੱਕਾ ਕਿ ਚੱਲਿਆ ਜਿਹੜਾ ਰਫਲ ਦਾ ਖੋਖਾ, ਉਹ ਵੀ 302 ਜਾਂ 307 ਲਵਾ ਦਿੰਦਾ।
ਤਾਂ ਤੁਸੀਂ ਮਤਲਬ ਇੱਕ ਉਸ ਕਮਿਊਨਿਟੀ ਲਈ ਜਿਹੜੀ ਅੱਜ ਤੱਕ ਪਾਕ ਸਾਫ਼ ਹੈ, ਬਚੀ ਹੋਈ ਹੈ ਕੰਪੈਰੀਜ਼ਨ ਟੂ ਅਦਰ ਡਿਪਾਰਟਮੈਂਟਸ, ਉਹਨੂੰ ਵੀ ਤੁਸੀਂ ਦਾਗੀ ਕਰੀ ਜਾਂਦੇ ਹੋ। ਫਿਰ ਤੁਸੀਂ ਕਿੰਨੇ ਕੁ ਪੜ੍ਹੇ ਲਿਖੇ, ਕਿੰਨੇ ਕੁ ਸਿਆਣੇ, ਕਿੰਨੇ ਕੁ ਅਕਲਮੰਦ ਹੋ। ਸੋ ਇਹਦੇ ਤੇ ਇਤਰਾਜ਼ ਜਤਾਇਆ ਗਿਆ ਸੀ ਔਰ ਕੋਈ ਸਪਸ਼ਟੀਕਰਨ ਵਾਲਾ ਜਵਾਬ ਨਹੀਂ ਆ ਸਕਿਆ। ਫਿਰ ਆਪਾਂ ਰਿਮਾਈਂਡਰ ਦਿੱਤੇ, ਫਿਰ ਵੀ ਨਹੀਂ ਆਇਆ। ਸਾਲ ਇੰਤਜ਼ਾਰ ਕੀਤੀ, ਸਾਲ ਬਾਅਦ ਕੇਸ ਦਾਇਰ ਕੀਤਾ ਗਿਆ ਅੱਜ ਤੋਂ ਹਫ਼ਤਾ ਪਹਿਲਾਂ। ਇਸ ਤੋਂ ਪਹਿਲਾਂ ਮੈਂ ਸਿੱਧੂ ਮੂਸੇਵਾਲਾ ਜਿਹੜਾ ਵੀਰ ਸਾਡੇ 'ਚ ਨਹੀਂ ਰਿਹਾ, ਉਹਦੇ ਵੀ ਕੇਸ ਕੀਤਾ ਸੀ ਸੰਜੂ ਗਾਣੇ ਨੂੰ ਲੈ ਕੇ, ਔਰ ਉਹ ਕੇਸ ਅੱਜ ਦੀ ਤਰੀਕ 'ਚ ਮਾਨਯੋਗ ਅਦਾਲਤ 'ਚ ਪੈਂਡਿੰਗ ਹੈ। ਉਹਦੀ 8 ਤਰੀਕ ਹੈ ਤੇ ਇਸ ਕੇਸ ਦੀ ਜਿਹੜੇ ਆਉਣ ਵਾਲਾ ਮਹੀਨਾ ਹੈ ਉਹਦੀ 6 ਤਰੀਕ ਹੈ, ਔਰ ਜੋ ਵੀ ਉਹਦੇ ਤੇ ਹੋਏਗਾ ਉਹਦੇ ਤੇ ਅੱਗੋਂ ਗੱਲ ਕੀਤੀ ਜਾਏਗੀ। ਤੁਸੀਂ ਜਿਵੇਂ ਗੱਲ ਕੀਤੀ ਆ ਕਿ ਇਹ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਪੰਜਾਬ ਦਾ ਅਕਸ ਖਰਾਬ ਕਰ ਰਹੀਆਂ ਨੇ, ਪੰਜਾਬ ਦੇ ਨੌਜਵਾਨਾਂ ਨੂੰ ਕੁਰਾਹੇ ਪਾ ਰਹੀਆਂ ਨੇ। ਸੋ ਤੁਸੀਂ ਤੁਹਾਨੂੰ ਸਿਰਫ ਪੰਜਾਬੀ ਸਿੰਗਰਸ ਇਸ ਮਾਮਲੇ ਵਿੱਚ ਦਿਖ ਰਹੇ ਨੇ? ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਨਾਲ ਕਿਉਂ ਨਹੀਂ ਪੰਗਾ ਲਿਆ ਜਾ ਰਿਹਾ? ਉੜਤਾ ਪੰਜਾਬ ਮੂਵੀ ਆਈ ਹੈ ਹਾਲ ਹੀ ਦੇ ਵਿੱਚ, ਜਾਨਵੀ ਕਪੂਰ ਦੀ ਮੂਵੀ ਆਈ ਹੈ ਜਿਹਦੇ ਵਿੱਚ ਇਹ ਦਿਖਾਇਆ ਗਿਆ ਇੱਕ ਵਾਰ ਫਿਰ ਤੋਂ ਪੰਜਾਬ ਨੂੰ ਇੱਕ ਚਿੱਟੇ ਵਾਲਾ ਰਾਜ ਦਿਖਾਇਆ ਗਿਆ ਵਾ। ਕੀ ਬਾਲੀਵੁੱਡ ਦੇ ਨਾਲ ਵੀ ਪੰਗਾ ਲਿਆ ਜਾ ਰਿਹਾ ਕੋਈ? ਦੇਖੋ, ਪੰਗਾ ਸ਼ਬਦ ਤੇ ਬਦਮਾਸ਼ ਲੋਕ ਲੈਂਦੇ ਨੇ, ਅਸੀਂ ਤੇ ਕਾਨੂੰਨ ਦੇ ਬੰਦੇ ਆ, ਅਸੀਂ ਕਾਨੂੰਨੀ ਮਾਰ ਮਾਰਦੇ ਆ। ਸਾਡੀ ਚਪੇੜ ਕਾਲੇ ਕਲਮ ਨਾਲ ਚੱਲਦੀ ਹੈ ਔਰ ਇਹ ਸੱਟ ਬੜੀ ਗੁੱਝੀ ਵੱਜਦੀ ਹੈ, ਕਈ ਪੁਸ਼ਤਾਂ ਤੱਕ ਨਹੀਂ ਜਾਂਦੀ। ਮੈਮ, ਟੂ ਬੀ ਓਨੈਸਟ, ਇਹ ਗੱਲ ਪੱਕੀ ਹੈ ਕਿ ਮੈਂ ਆਪਣੇ ਕੰਮ 'ਚ ਮਸਰੂਫ ਰਹਿਣਾ, ਪੜ੍ਹਦਾ ਰਹਿਣਾ, ਲਿਖਦਾ ਰਹਿਣਾ, ਸਮਝਦਾ ਰਹਿਣਾ। ਜਿਹੜੇ ਮੇਰੇ ਕੋਲ ਕੇਸ ਆਉਂਦੇ ਨੇ, ਜਿਹੜੇ ਮੇਰੇ ਕੋਲ ਨਵੇਂ ਬੱਚੇ ਆਉਂਦੇ ਨਾ 21, 22, 23 ਸਾਲ ਵਾਲੇ ਮੁੰਡੇ ਕੁੜੀਆਂ, ਇਹ ਆ ਕੇ ਮੇਰੇ ਕੋਲ ਜਦੋਂ ਬਹਿੰਦੇ ਨੇ, ਅਸੀਂ ਕਿਤੇ ਚਾਹ ਚੂ ਪੀਣ ਇਕੱਠੇ ਬਹਿੰਦੇ ਆ ਜਾਂ ਕਾਰ 'ਚ ਇਕੱਠੇ ਟਰੈਵਲ ਕਰਦੇ ਆ, ਤੇ ਫਿਰ ਇਹ ਮੈਨੂੰ ਦਿਖਾਉਂਦੇ ਨੇ ਕਿ ਸਰ ਆਹ ਦੇਖੋ ਇਦਾਂ ਦਾ ਗਾਣਾ ਆਇਆ, ਇਦਾਂ ਦੀ ਚੀਜ਼ ਆਈ ਹੈ। ਔਰ ਜਦੋਂ ਓਬਜੈਕਸ਼ਨੇਬਲ ਹੁੰਦੀ ਹੈ, ਜਿਵੇਂ ਪਿੱਛੇ ਜੇ ਸਿਮਰਨਜੀਤ ਸਿੰਘ ਮਾਨ ਨੇ ਇੱਕ ਬੜਾ ਘਟੀਆ ਬਿਆਨ ਦਿੱਤਾ ਸੀ ਕਿ ਆਪਣੇ ਸਾਡੇ ਸ਼ਹੀਦ ਆਜਮ ਭਗਤ ਸਿੰਘ ਇਹ ਉਗਰਵਾਦੀ ਸੀ, ਉਹਦੇ ਤੇ ਵੀ FIR ਕਰਾਉਣ ਵਾਸਤੇ ਮੇਰੀ ਤਿਆਰੀ ਚੱਲਦੀ ਪਈ ਹੈ। ਮੈਂ ਮਟੀਰੀਅਲ ਇਕੱਠਾ ਕਰ ਰਿਹਾ ਔਰ ਤਰੀਕੇ ਨਾਲ ਉਹਦੀ ਵੀ ਕੰਪਲੇਂਟ ਦੇਵਾਂਗਾ। ਔਰ ਮੈਂ ਇੱਕ ਇੰਡੀਵਿਜੂਅਲ ਆਦਮੀ ਹਾਂ, ਮੇਰੀ ਕੈਪੈਸਿਟੀ ਬੜੀ ਲਿਮਿਟਿਡ ਹੈ, ਔਰ ਜਿੱਦਾਂ ਜਿੱਦਾਂ ਮੇਰੇ ਕੋਲ ਸਮਾਂ ਲੱਗਦਾ ਹੈ, ਜਿੱਦਾਂ ਜਿੱਦਾਂ ਮੇਰੇ ਰਿਸੋਰਸਿਸ ਕੰਪਲੀਟ ਹੁੰਦੇ ਨੇ, ਬਾਲੀਵੁੱਡ ਛੱਡ ਕੇ ਹਾਲੀਵੁੱਡ ਹੋਵੇ, ਟਾਲੀਵੁੱਡ ਹੋਵੇ, ਜੇ ਜਿੱਥੇ ਵੀ ਕਿਤੇ ਪੰਜਾਬ ਨੂੰ ਲੈ ਕੇ, ਹਰਿਆਣੇ ਨੂੰ ਲੈ ਕੇ, ਸਾਡੇ ਨਾਰਥ ਇੰਡੀਆ ਨੂੰ ਲੈ ਕੇ ਕੋਈ ਗੰਦਾ ਕੰਮ ਦਿਖਾਇਆ ਗਿਆ ਜਾਏਗਾ, ਬਖਸ਼ੇ ਨਹੀਂ ਜਾਣਗੇ, ਫੜੇ ਜਾਣਗੇ। ਇਹਨਾਂ ਨੂੰ ਛੱਡਦਾ ਨਹੀਂ ਆਪਾਂ। ਟਾਈਮ ਲੱਗ ਸਕਦਾ ਹੈ, ਨਜ਼ਰ 'ਚ ਆਉਣਾ ਚਾਹੀਦਾ ਹੈ, ਔਰ ਲੌਜਿਕ ਤੇ ਲੀਗਲ ਪੱਖ ਕਲੀਅਰ ਹੋਣਾ ਚਾਹੀਦਾ ਹੈ। ਸੋ ਆਪਾਂ ਮਤਲਬ ਨਹੀਂ ਛੱਡਾਂਗੇ। 100% ਜਿਹੜੀ ਵੀ ਰਿਸੋਰਸਿਸ, ਜਿਹੜੀਆਂ ਚੀਜ਼ਾਂ ਸਮਝ ਆ ਜਾਣਗੀਆਂ, ਉਹਦੀ ਇਨਫੋਰਮੇਸ਼ਨ ਪੂਰੀ ਕਰਕੇ ਉਹਦੇ ਤੇ ਕਾਰਵਾਈ ਕਰਾਂਗੇ। 100% ਪੰਜਾਬ ਦੀ ਇਹ ਚੀਜ਼ਾਂ ਦਿਖਾ ਕੇ ਤਾਂ ਬਾਲੀਵੁੱਡ ਵਾਲੇ ਵੀ ਬਹੁਤ ਪੈਸੇ ਕਮਾ ਰਹੇ ਨੇ। ਜਦੋਂ ਉੜਤਾ ਪੰਜਾਬ ਦੀ ਗੱਲ ਹੋਈ ਸੀ, ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਵੀ ਹੋਇਆ ਸੀ ਕਿ ਪੰਜਾਬ ਨੂੰ ਜੋ ਦਿਖਾਇਆ ਗਿਆ ਐਕਚੁਅਲ ਦੇ ਵਿੱਚ ਉਸ ਤਰੀਕੇ ਦਾ ਨਹੀਂ ਹੈਗਾ, ਜਿਵੇਂ ਚਿੱਟੇ ਦਾ ਪੂਰਾ ਰਾਜ ਦਿਖਾਇਆ ਗਿਆ ਵਾ ਉੱਥੇ। ਜਾਂ ਹੁਣ ਜਿਹੜੀ ਜਾਨਵੀ ਕਪੂਰ ਦੀ ਮੂਵੀ ਆਈ ਆ, ਉਹਦੇ ਵਿੱਚ ਵੀ ਜਿਹੜਾ ਆ ਜੈਰੀ ਵਾਲੀ ਮੂਵੀ, ਸੋ ਉਹਦੇ ਵਿੱਚ ਵੀ ਕੁਝ ਅਜਿਹੇ ਹੀ ਹਾਲਾਤ ਦਿਖਾਏ ਗਏ ਨੇ। ਸੋ ਇਹਦੇ ਬਾਰੇ ਮੈਂ ਗੱਲ ਕਰ ਰਹੀ ਸੀਗੀ ਕਿ ਸਿਰਫ ਐਡਵੋਕੇਟ ਜੀ ਸਿਰਫ ਇਹੀ ਹੈ ਕਿ ਪੰਜਾਬ ਦੇ ਸ਼ੁਭ ਚਿੰਤਕ ਹੋ, ਪੰਜਾਬ ਦੀ ਜਵਾਨੀ ਦੇ ਸ਼ੁਭ ਚਿੰਤਕ ਹੋ, ਜਾਂ ਫਿਰ ਇਸ ਦੇ ਜਿਹੜੇ ਚੱਕਰ ਦੇ ਵਿੱਚ ਥੋੜਾ ਬਹੁਤ ਕਿਤੇ ਨਾ ਕਿਤੇ ਪਬਲਿਸਿਟੀ ਦਾ ਸਟੰਟ ਇਹ ਹੋ ਰਿਹਾ? ਹਾਂ, ਤੁਸੀਂ ਬੜਾ ਵਧੀਆ ਸਵਾਲ ਕੀਤਾ। ਤੁਹਾਨੂੰ ਪਤਾ ਮੇਰੇ ਕੋਲ ਕਿੰਨੇ ਕੇਸ ਨੇ? ਸ਼ਾਇਦ ਨਹੀਂ ਪਤਾ ਤੁਹਾਨੂੰ। ਕਿਆ ਇਹ ਪਤਾ ਕਿ ਇਹੋ ਜਿਹੇ ਗਰੀਬ ਲੋਕ, ਜਿਹੜੇ ਬੰਦੇ ਵਕੀਲ ਦੀ ਫੀਸ ਨਹੀਂ ਭਰ ਸਕਦੇ, ਸ਼ਾਇਦ ਪਿੰਡੋਂ ਕਿਰਾਇਆ ਲਾ ਕੇ ਚੰਡੀਗੜ੍ਹ ਨਹੀਂ ਆ ਸਕਦੇ, ਇਹੋ ਜਿਹੇ ਕਲਾਇੰਟ ਵੀ ਮੇਰੇ ਕੋਲ ਨੇ। ਔਰ ਉਹਨਾਂ ਦੇ ਕੇਸ ਵੀ ਮੈਂ, ਮਹਾਰਾਜ ਨੇ ਜੋ ਹੁਕਮ ਲਾਇਆ, ਦਸਵੰਧ ਕੱਢਦਾ, ਉਹਦੇ ਤੇ ਦਸਵੰਧ ਕੱਢਦਾ, ਮੈਂ ਉਹਨਾਂ ਦੇ ਕੇਸ ਮੁਫਤ ਲੜ ਦਿੰਦਾ। ਸੋ ਉਹ ਵਾਲਾ ਕੇਸ ਤੁਸੀਂ ਵੀ ਨਹੀਂ ਕਦੀ ਪੁੱਛਣ ਆਇਆ। ਤੁਸੀਂ ਮਨਕੀਰਤ ਕੌਲਖ ਦਾ ਕੇਸ ਪੁੱਛਣ ਆਏ ਹੋ, ਤੁਹਾਨੂੰ ਵੀ ਮਨਕੀਰਤ ਕੌਲਖ ਕਰਕੇ TRP ਮਿਲਣੀ ਹੈ। ਸ਼ਾਇਦ ਮੀਡੀਆ ਇਸ ਕਰਕੇ ਮੈਨੂੰ ਮੁਰਗੀ ਤੌਰ ਤੇ ਸਵਾਲ ਪੁੱਛਦਾ। ਮੇਰੇ ਕੋਲ ਪੁੱਛੋ ਨਾ ਜਸਵਿੰਦਰ ਕੌਰ ਦਾ ਕੇਸ ਕੀ ਹੈ, ਜਿਹੜੀ ਵਿਚਾਰੀ ਲੋਕਾਂ ਘਰ ਰੋਟੀਆਂ ਬਣਾਉਂਦੀ ਫਿਰਦੀ ਹੈ, ਜਿੰਨੇ ਅੱਜ ਤੱਕ 200-300 ਰੁਪਏ ਦਿਹਾੜੀ ਪਿੱਛੇ ਅੱਜ ਤੱਕ 32-33 ਸਾਲ ਦੀ ਲੜਕੀ ਹੋ ਗਈ, ਬਜ਼ੁਰਗ ਮਾਂ-ਬਾਪ ਨੂੰ ਪਾਲਦੀ ਫਿਰਦੀ ਹੈ। ਮਨਕੀਰਤ ਇੱਕ ਸੈਲੀਬ੍ਰਿਟੀ ਹੈ ਸਰ, ਇਹ ਨਹੀਂ ਹੈ ਕਿ ਮੀਡੀਆ ਨੇ ਸਵਾਲ ਕਿਹਾ। ਮਨਕੀਰਤ ਇੱਕ ਸੈਲੀਬ੍ਰਿਟੀ ਹੈ ਤੇ ਉਹਦਾ ਕੀ ਹੁੰਦਾ, ਉਹਦੇ ਉੱਤੇ ਹੋਈ ਇੱਕ ਚੀਜ਼ ਜਿਹੜੀ ਬਾਹਰ ਆਉਂਦੀ ਆ। 130 ਕਰੋੜ ਦੀ ਆਬਾਦੀ ਵਿੱਚੋਂ ਹਰ ਇੱਕ ਦੇ ਉੱਤੇ ਮੀਡੀਆ ਨਹੀਂ ਨਾ ਨਜ਼ਰ ਰੱਖ ਸਕਦਾ ਹੈਗਾ ਕਿ ਇਹਦੇ ਤੇ ਕੀ ਮੁਕੱਦਮਾ ਚੱਲ ਰਿਹਾ। ਬਸ ਤੁਸੀਂ ਆਪਣਾ ਮੈਨੂੰ ਤੇ ਪੁੱਛਿਆ, ਸਵਾਲ ਦਾ ਜਵਾਬ ਤੁਸੀਂ ਆਪ ਦੇ ਲਿਆ। ਸੋ ਮੈਨੂੰ ਵੀ ਜਦੋਂ 2000 ਕੇਸਾਂ ਚੋਂ ਇੱਕ ਵੀ ਕੇਸ ਲੱਗਾ ਤੇ ਮੈਂ ਉਹਦੇ ਤੇ ਕੇਸ ਕੀਤਾ, ਤੇ ਮੈਂ ਕਿਸੇ ਵੀ ਮੀਡੀਆ ਕੋਲ ਆਪ ਨਹੀਂ ਗਿਆ ਕਿ ਭਾਜੀ ਮੈਂ ਕੇਸ ਕਰਤਾ, ਮੈਨੂੰ ਮੀਡੀਆ 'ਚ ਲੈ ਲਓ। ਜਦ ਕਿ ਮੀਡੀਆ ਮੇਰੇ ਕੋਲ ਆਇਆ ਕਿ ਮੱਲਨ ਸਾਹਿਬ ਕੇਸ ਕੀਤਾ ਕੀ ਹੈ ਤੁਸੀਂ? ਸੋ ਪਹਿਲੀ ਗੱਲ ਤੇ ਮੇਰੀ ਨੀਤ ਪਾਕ ਸਾਫ਼ ਹੈ। ਮੈਨੂੰ ਇਹ ਚੀਜ਼ ਦੀ ਜ਼ਰੂਰਤ ਨਹੀਂ। ਮੇਰੇ ਮਾਲਕ ਦੀ, ਮੇਰੇ ਵਾਹਿਗੁਰੂ ਦੀ, ਮੇਰੇ ਪ੍ਰਮਾਤਮਾ ਦੀ ਨਜ਼ਰ ਮੇਰੇ ਤੇ ਚੰਗੀ ਚਾਹੀਦੀ ਹੈ, ਔਰ ਮੈਨੂੰ ਉਹਦੇ ਵੱਲੋਂ ਬਖਸ਼ੀਸ਼ ਚਾਹੀਦੀ ਹੈ ਕਿ ਮੇਰੀ ਦਿਮਾਗ ਸਹੀ ਚੱਲਦਾ ਰਹੇ,
ਮੇਰੇ ਅੰਦਰ ਕਿਸੇ ਪੈਸੇ ਦਾ ਲਾਲਚ ਨਾ ਆਵੇ। ਅੱਜ ਵੀ ਓਪਨ ਤੁਹਾਡੇ ਮਾਧਿਅਮ ਥਰੂ ਕਹਿੰਦਾ, ਉਹ ਵੀ ਅੱਜ ਕੱਲ੍ਹ ਕੈਨੇਡਾ ਹੀ ਤੁਰਿਆ ਫਿਰਦਾ ਹੈ, ਵੀ ਅੱਜ ਮੀਡੀਆ ਸਾਹਮਣੇ ਆਵੇ, ਮੇਰੇ ਨਾਲ ਬੈਠੇ ਮਾਫੀ ਮੰਗ ਲਵੇ, ਕੇਸ ਸਵੇਰੇ ਲੈ ਲਿਆ ਜਾਏਗਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਮੇਰੀ ਕੋਈ ਜਾਤੀ ਦੁਸ਼ਮਣੀ ਨਹੀਂ ਕਿਸੇ ਵੀ ਬੰਦੇ ਨਾਲ ਪਰਸਨਲੀ, ਚਾਹੇ ਜਿਨ੍ਹਾਂ ਦੇ ਖਿਲਾਫ ਕੇਸ ਲੜਦਾ, ਚਾਹੇ ਗਾਇਕ ਨੇ ਜਾਂ ਕੋਈ ਵੀ ਹੈ। ਪਰ ਜਦੋਂ ਵੀ ਆਚਾਰ ਵਿਚਾਰ ਤੇ ਇਹੋ ਜਿਹਾ ਗੰਦਾ ਕੰਮ ਕਰੋਗੇ ਤੇ ਸੁਨੀਲ ਮੱਲਨ ਦੀ ਜੇ ਪਹੁੰਚ ਚ ਹੋਏਗਾ ਤੇ ਡੈਫੀਨੇਟਲੀ ਲੜਾਈ ਲੜੀ ਜਾਏਗੀ। ਪਿੱਛੇ ਵੀ ਇੱਕ ਲੜਾਈ ਹੋਰ ਸ਼ੁਰੂ ਕੀਤੀ ਸੀ, ਬਹੁਤ ਸਾਰੇ ਥ੍ਰੈਟ ਆਏ, ਬਹੁਤ ਸਾਰੀਆਂ ਦਿੱਕਤਾਂ ਆਈਆਂ, ਜਿਹਦੇ ਕਰਕੇ ਉਹਨੂੰ ਥੋੜਾ ਜਿਹਾ ਡੈਫਰ ਕੀਤਾ ਗਿਆ, ਰੋਕਿਆ ਉਹਨੂੰ ਵੀ ਨਹੀਂ ਗਿਆ, ਕਿਉਂਕਿ ਕੱਦ ਹੋਰ ਵੱਡਾ ਕਰ ਲਈਏ ਔਰ ਉਸ ਤੋਂ ਬਾਅਦ ਕਹਿੰਦੇ ਨਾ ਕਿ ਥੋੜਾ ਘਿਓ ਖਾ ਕੇ ਤਾਕਤ ਪੈਦਾ ਕਰ ਲਈਏ, ਤਾਕਤ ਆ ਲੈਣ ਦਿਓ, ਫਿਰ ਆਪਾਂ ਇਹਦੇ ਤੇ ਕਾਰਵਾਈ ਵੀ ਕਰਾਂਗੇ ਜੀ, ਕੋਈ ਦਿੱਕਤ ਨਹੀਂ ਹੈ, ਛੱਡਦੇ ਨਹੀਂ ਆਪਾਂ। ਜਿਵੇਂ ਤੁਸੀਂ ਮਨਕੀਰਤ ਔਲਖ ਦੀ ਗੱਲ ਕੀਤੀ ਹੈ ਕਿ ਕੋਈ ਅਗਲਾ ਸਿੰਗਰ ਵੀ ਹੈਗਾ ਜਿਹਦੇ ਬਾਰੇ ਹੁਣ ਸੋਚ ਰਹੇ ਹੋ ਕਿ ਹੁਣ ਇਹਨੂੰ ਥੋੜਾ ਜਿਹਾ ਸਬਕ ਸਿਖਾਉਣਾ ਜ਼ਰੂਰੀ ਹੈ? 3 ਜਣੇ ਹੋਰ ਹੈਗੇ ਜੀ ਮੇਰੀ ਇਸ ਲਿਸਟ ਵਿੱਚ, ਔਰ ਬਹੁਤ ਜਲਦੀ ਜਿੱਦਾਂ ਜਿੱਦਾਂ ਮੈਂ ਇਹਨਾਂ ਦਾ ਰਿਸੋਰਸ ਪੂਰੇ ਕਰ ਲਾਂ, ਮਟੀਰੀਅਲ ਪੂਰਾ ਕਰ ਲਾਂ, ਔਰ ਉਹਨਾਂ ਤੇ ਵੀ ਪ੍ਰੋਪਰ ਕਾਰਵਾਈ ਕਰਵਾਈ ਜਾਏਗੀ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਪਰ ਕਪੈਸਿਟੀ ਹੁੰਦੀ ਹਰ ਬੰਦੇ ਦੀ ਕੰਮ ਕਰਨ ਦੀ, ਮੇਰੀ ਕਪੈਸਿਟੀ ਮੁਤਾਬਕ ਜਦੋਂ ਵੀ ਮੇਰੇ ਕੋਲ ਖਾਲੀ ਸਮਾਂ ਆਏਗਾ 2-4 ਦਿਨ ਦਾ, ਪਟੀਸ਼ਨ ਤਿਆਰ ਕੀਤੀ ਜਾਏਗੀ, ਕੋਰਟ ਚ ਲਾਤੀ ਜਾਏਗੀ, ਔਰ ਮਾਨਯੋਗ ਅਦਾਲਤ ਉੱਤੇ ਜੋ ਵੀ ਫੈਸਲਾ ਕਰੇਗੀ ਵਧੀਆ ਫੈਸਲਾ ਕਰੇਗੀ, ਔਰ ਆਪਾਂ ਪਬਲਿਕ ਨੂੰ, ਆਪਣੇ ਕੰਟਰੀ ਨੂੰ ਬਚਾਉਣਾ ਹੈ, ਔਰ ਆਪਣੇ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਭਵਿੱਖ ਨੂੰ ਬਚਾਉਣਾ ਹੈ। ਜਿਹੜੇ ਕੱਲ ਦੇ ਬੱਚੇ ਆ ਰਹੇ ਨੇ ਉਹਨਾਂ ਨੂੰ ਕੋਈ ਮਰਿਆਦਾ ਸਿਖਾਓ, ਉਹਨਾਂ ਨੂੰ ਕੋਈ ਗੁਰਬਾਣੀ ਸਿਖਾਓ, ਉਹਨਾਂ ਨੂੰ ਕੋਈ ਕੀਰਤਨ ਸਿਖਾਓ, ਉਹਨਾਂ ਨੂੰ ਚੰਗੇ ਪਾਸੇ ਲਾਓ, ਰੱਬ ਦੇ ਲੜ ਲਾਓ, ਔਰ ਉਹਨਾਂ ਦੇ ਅੰਦਰ ਹਲੀਮੀ ਸਿਦਕ ਆਵੇ। ਅੱਜ ਕੱਲ ਬਰਦਾਸ਼ਤ ਦਾ ਵਾਧਾ ਹੀ ਨਹੀਂ ਬਚਿਆ, ਨਿੱਕੀ ਜੀ ਗੱਲ ਪਿੱਛੇ ਤੁਸੀਂ ਇਹਦੀ ਗੱਲ ਕੀਤੀ ਹੈ ਕਿ ਬੱਚਿਆਂ ਨੂੰ ਕੀਰਤਨ ਨਾਲ ਜੋੜੋ, ਤਾਂ ਇਹ ਕੰਮ ਤਾਂ ਪੇਰੈਂਟਸ ਦਾ ਬਣਦਾ ਕੰਮ, ਸਿੰਗਰਸ ਦਾ ਤਾਂ ਹੈ ਹੀ ਨਹੀਂ ਆ। ਸੈਕੰਡਲੀ ਤੁਸੀਂ ਗੱਲ ਕੀਤੀ ਹੈ ਮਨਕੀਰਤ ਔਲਖ ਦੀ, ਜਾਂ ਫਿਰ ਤੁਸੀਂ ਗੱਲ ਕੀਤੀ ਹੈ ਬਾਕੀ ਚੀਜ਼ਾਂ ਦੀ, ਮੈਂ ਇਹਦੇ ਬਾਰੇ ਵਿੱਚ ਜ਼ਰੂਰ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਿਵੇਂ ਤੁਸੀਂ ਇਹ ਗੱਲ ਕਰ ਰਹੇ ਹੋ ਰਾਈਟ ਨਾਓ, ਸੋ ਸਿਰਫ ਕੀ ਐਡਵੋਕੇਟ ਸੁਨੀਲ ਮੱਲਨ ਹੀ ਇਹ ਜਿਹੇ ਨੇ ਜਿਹੜੇ ਕਿ ਇਸ ਵਕਤ ਇਹ ਸਾਰੀਆਂ ਗੱਲਾਂ ਕਰ ਰਹੇ ਨੇ? ਕਿਉਂਕਿ ਤੁਸੀਂ ਇਸ ਤੋਂ ਪਹਿਲਾਂ ਗੱਲ ਕਰਕੇ ਹਟੇ ਹੋ ਕਿ ਵੀ ਬਹੁਤ ਸਾਰੇ ਵਕੀਲ ਨੇ ਜਿਹੜੇ ਕਿ ਹਜੇ ਤੱਕ ਇਹ ਪੇਸ਼ਾ ਜਿਹੜਾ ਹੈ ਪਾਕ ਸਾਫ਼ ਪੇਸ਼ਾ ਆ। ਸੋ ਇਹਦੇ ਬਾਰੇ ਮੈਂ ਜਾਣਨਾ ਚਾਹੁੰਦੀ ਹਾਂ ਕਿ ਬਾਕੀ ਵਕੀਲ ਵੀ ਕਿਸ ਨੂੰ ਲੈ ਕੇ ਜਿਹੜੇ ਚਿੰਤਾ ਜ਼ਾਹਿਰ ਕਰ ਰਹੇ ਨੇ, ਜਾਂ ਇਕੱਲਾ ਐਡਵੋਕੇਟ ਸੁਨੀਲ ਮੱਲਨ ਹੀ ਕਿਉਂ ਅੱਗੇ ਆਏ ਨੇ? ਦੇਖੋ ਇਸ ਤਰ੍ਹਾਂ ਮੈਡਮ, ਆਪਣੀ ਆਪਣੀ ਫਿਤਰਤ ਹੈ, ਆਪਣਾ ਆਪਣਾ ਸੋਚ ਹੈ, ਆਪਣਾ ਆਪਣਾ ਨਜ਼ਰੀਆ ਹੈ। ਸਭ ਤੋਂ ਪਹਿਲੀ ਗੱਲ ਤਾਂ ਮੈਂ ਜਿਹੜੀ ਤੁਸੀਂ ਪਹਿਲਾ ਸਵਾਲ ਪੁੱਛਿਆ ਸੀ ਕਿ ਚਲੋ ਪਹਿਲਾਂ ਦੂਜੀ ਗੱਲ ਕਰ ਲੈਂਦੇ ਆ। ਫਿਲਹਾਲ ਤਾਂ ਸੁਨੀਲ ਮੱਲਨ ਹੀ ਹੈ ਜੀ ਜਿਹੜਾ ਬੰਦਾ ਇਹ ਪੰਗੇ ਲੈਂਦਾ ਜੀ, ਕਹਿ ਲਓ ਤੁਸੀਂ, ਜਾਂ ਜਿਹੜਾ ਬੰਦਾ ਵਿਸਲ ਬਲੋਅਰ ਹੈ। ਮੈਂ ਇਕੱਲਾ ਇਹ ਨਹੀਂ, ਪਿੱਛੇ ਜੇ ਸਤਲੁਜ ਦਰਿਆ ਵਿੱਚ ਪੰਜਾਬ ਪੁਲਿਸ ਅਕੈਡਮੀ ਗੰਦਾ ਪਾਣੀ ਪਾ ਰਹੀ ਹੈ, ਆਪਣੀ ਜਿੰਨੀ ਵੇਸਟੇਜ ਆ ਉਹਦੇ ਚ ਪਾ ਰਹੀ ਹੈ। ਉਹਦੇ ਤੇ 1.5-2 ਸਾਲ ਪਹਿਲਾਂ ਅਸੀਂ ਮੁਹਿੰਮ ਚਲਾਈ, ਮੁਕੱਦਮਾ ਕੀਤਾ, ਕਈ ਕੁਛ ਕੀਤਾ, ਪਰ ਹਾਰ ਕੇ, ਕਿਉਂਕਿ ਇਕੱਲੇ ਰਹਿ ਗਏ, ਛੋਟਾ ਕੱਦ ਸੀ ਤੇ ਸਾਨੂੰ ਦੱਬਣਾ ਪਿਆ, ਸਾਨੂੰ ਆਪਣੇ ਆਪ ਨੂੰ ਰੋਕਣਾ ਪਿਆ। ਬਟ ਉਹ ਵੀ ਚੀਜ਼ ਬੰਦ ਨਹੀਂ ਕੀਤੀ ਆਪਾਂ, ਉਹਨੂੰ ਚੱਲਦੀ ਪਈ ਹੈ ਔਰ ਚੱਲਦੀ ਰਹੇਗੀ। ਔਰ ਜਿੱਥੋਂ ਤੱਕ ਰਿਹਾ ਸਵਾਲ ਬਈ ਗਾਣੇ ਦੀ ਜਗ੍ਹਾ ਗੁਰਬਾਣੀ ਮਾਪਿਓ ਦਾ ਫਰਜ਼ ਹੈ, ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਮੈਂ ਇਹਦੇ ਚ ਇੱਕੋ ਹੀ ਟਿੱਪਣੀ ਕਰਦਾ ਹੁੰਦਾ ਕਿ ਆਪਸ਼ਨ ਇਜ਼ ਰੀਜ਼ਨ ਆਫ ਡਿਵੋਰਸ। ਮੇਰੇ ਕੋਲ ਆਪਸ਼ਨ ਹੈਗੀ ਹੈ ਸ਼ਰਾਬ ਪੀਣ ਦੀ, ਮੇਰੇ ਕੋਲ ਆਪਸ਼ਨ ਹੈਗੀ ਹੈ ਸ਼ਰਬਤ ਪੀਣ ਦੀ, ਮੇਰੇ ਕੋਲ ਆਪਸ਼ਨ ਹੈਗੀ ਹੈ ਕਿਸੇ ਚੰਗੀ ਧਾਰਮਿਕ ਸਥਾਨ ਦਾ ਪਾਣੀ ਪੀਣ ਦੀ। ਮੇਰੀ ਫਿਤਰਤ ਜ਼ਰੂਰ ਹੈ, ਮੇਰੀ ਐਜ਼ ਇੰਡੀਵਿਜੂਅਲ ਜ਼ਰੂਰ ਫਿਤਰਤ ਹੋਏਗੀ ਕਿ ਮੈਂ ਸ਼ਰਾਬ ਪੀ ਲਵਾਂ, ਫਿਤਰਤ ਹੈ। ਕਿਉਂਕਿ ਜਦੋਂ ਮੈਂ ਦੂਜੇ ਨੂੰ ਉਹਦੇ ਤੇ ਟਸ਼ਨ ਮਾਰਦਾ ਦੇਖਦਾ ਤੇ ਮੈਂ ਇਨਫਲੂਐਂਸ ਹੁੰਦਾ ਕਿ ਸ਼ਾਇਦ ਇਹ ਟਸ਼ਨ ਮਾਰ ਕੇ ਬੜੀ ਵਧੀਆ ਚੀਜ਼ ਹੋਣੀ ਹੈ, ਜਾਂ ਸਿਗਰਟ ਪੀਣ ਵਾਸਤੇ ਇਨਫਲੂਐਂਸ ਹੁੰਦੇ ਆਦਮੀ, ਕਿਉਂਕਿ ਉਹ ਫਿਲਮਾਂ 'ਚ ਵੀ ਤੇ ਆਮ ਜ਼ਿੰਦਗੀ 'ਚ ਵੀ ਮੈਂ ਕਸ਼ ਲੈ ਕੇ ਤੇ ਧੂਆਂ ਹਵਾ ਚੁੜਾ ਕੇ ਦਿਖਾਇਆ ਜਾਂਦਾ ਹੈ। ਸੋ ਜੇ ਮੇਰੇ ਕੋਲ ਆਪਸ਼ਨ ਹੀ ਨਾ ਹੋਵੇ ਗੰਦਾ ਗਾਣਾ ਸੁਣਨ ਦੀ, ਗੰਦੀ ਫਿਲਮ ਵੇਖਣ ਦੀ, ਤੇ ਸ਼ਾਇਦ ਮੈਂ ਬਚ ਸਕਦਾ, ਮੇਰਾ ਬੱਚਾ ਬਚ ਸਕਦਾ, ਮੇਰਾ ਪਰਿਵਾਰ ਬਚ ਸਕਦਾ, ਮੇਰਾ ਪੰਜਾਬ ਬਚ ਸਕਦਾ, ਮੇਰਾ ਹਰਿਆਣਾ ਬਚ ਸਕਦਾ, ਮੇਰਾ ਜਵਾਨ, ਮੇਰੀ ਜਵਾਨੀ ਹੈ ਪੰਜਾਬ ਦੀ ਜਾਂ ਇੰਡੀਆ ਦੀ, ਉਹ ਜਵਾਨੀ ਬਚ ਸਕਦੀ ਹੈ। ਤੇ ਕਿਉਂ ਨਾ ਇਹਨਾਂ ਦੇ ਉੱਤੇ ਨਕੇਲ ਪਾਈ ਜਾਵੇ। ਜਦੋਂ ਮਾਨਯੋਗ ਅਦਾਲਤ, ਮਾਨਯੋਗ ਹਾਈ ਕੋਰਟ ਨੇ 2016 ਚ ਇੱਕ ਜੱਜਮੈਂਟ ਪਾਸ ਕੀਤੀ ਸੀ, ਉਸ ਜੱਜਮੈਂਟ ਤੋਂ ਬਾਅਦ ਵੀ ਇਹੋ ਜਿਹੇ ਗੰਦੇ ਗਾਣੇ ਆ ਰਹੇ ਆ, ਤੇ ਕਿਉਂ ਨਾ ਐਡਮਿਨਿਸਟ੍ਰੇਸ਼ਨ ਦੇ ਉੱਪਰ ਕੰਟੈਂਪਟ ਆਫ ਕੋਰਟ ਦਾ ਮੁਕੱਦਮਾ ਲਾਇਆ ਜਾਵੇ। ਔਰ ਆਉਣ ਵਾਲੇ ਟਾਈਮ ਤੇ ਮੈਂ ਇਹ ਵੀ ਲਾਉਣ ਵਾਲਾ। ਕੀ ਤੁਹਾਡਾ ਸਿਰਫ ਇਸ ਵਕਤ ਧਿਆਨ ਸਿਰਫ ਗਾਣਿਆਂ ਜਾਂ ਸਿੰਗਰਸ ਦੇ ਉੱਤੇ ਕੇਂਦਰਿਤ ਹੈ? ਕਿਉਂਕਿ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਮੈਨੂੰ ਯਾਦ ਆ ਕਿ ਮੈਂ ਇੱਕ ਪੰਜਾਬੀ ਸਿੰਗਰ ਦੀ ਇੰਟਰਵਿਊ ਕੀਤੀ ਸੀ ਹਾਲ ਹੀ ਦੇ ਵਿੱਚ, ਤਾਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਸੀ ਕਿ ਸਿੰਗਰ ਦੇ ਉੱਤੇ ਇਹ ਲੱਗਦਾ ਹਮੇਸ਼ਾ ਕਿ ਸਿੰਗਰ ਜਿਹੜੇ ਨੇ ਇਹ ਸਮਾਜ ਨੂੰ ਜਿਹੜਾ ਆ ਪੁੱਠੇ ਪਾਸੇ ਲੈ ਕੇ ਜਾ ਰਹੇ ਨੇ, ਰਫਲਾਂ ਦਨਾਲੀਆਂ ਦਾ ਜਦੋਂ ਜ਼ਿਕਰ ਕਰਦੇ ਨੇ,
ਤੇ ਹਾਲਾਂਕਿ ਜਿਵੇਂ ਤੁਸੀਂ ਸਿਗਰਟ ਦੇ ਛੱਲਿਆਂ ਦੀ ਗੱਲ ਕੀਤੀ ਹੈ, ਇਹ ਹਜੇ ਜਿਹੜਾ ਆ ਪੰਜਾਬੀ ਗਾਣੇ ਥੋੜਾ ਜਿਹਾ ਹਜੇ ਦੂਰ ਹੈ ਇਹਨਾਂ ਚੀਜ਼ਾਂ ਤੋਂ। ਪੰਜਾਬੀ ਗਾਣੇ ਜੇ ਅਸੀਂ ਹਿੰਦੀ ਵੈਬ ਸੀਰੀਜ਼ ਦੀ ਗੱਲ ਕਰੀਏ, ਉਹਨਾਂ ਵਿੱਚ ਤਾਂ ਚਲੋ ਹੁਣ ਬਹੁਤ ਕੁਝ ਸ਼ਰੇਆਮ ਹੋਣ ਲੱਗ ਪਿਆ। ਸੋ ਉਹਨਾਂ ਦਾ ਇਹ ਮੈਨੂੰ ਆਨਸਰ ਹੈ, ਉਹ ਕਹਿੰਦੇ ਕਿ ਪੰਜਾਬ ਦੀ ਜਦੋਂ ਗੱਲ ਕੀਤੀ ਜਾਂਦੀ ਆ ਜਾਂ ਪੰਜਾਬ ਦੀ ਨੌਜਵਾਨੀ ਦੀ ਗੱਲ ਕੀਤੀ ਜਾਂਦੀ ਆ, ਜ਼ਰੂਰੀ ਨਹੀਂ ਹੈ ਕਿ ਜੇ ਇਹ ਜਿਹੇ ਗਾਣੇ ਗਾਏ ਜਾਂਦੇ ਆ ਜਾਂ ਰਫਨਾਂ ਦਨਾਲੀਆਂ ਦੀ ਗੱਲ ਕੀਤੇ ਜਾਂਦੇ ਆ ਤਾਂ ਇਹ ਸਭ ਸਮਾਜ ਨੂੰ ਚੇਂਜ ਕਰਨ ਲਈ ਕੀਤੇ ਜਾਂਦੇ ਆ। ਕਹਿੰਦੇ ਇੱਕ ਸਾਡਾ ਪੰਜਾਬੀਆਂ ਦਾ ਇੱਕ ਅਣਖ ਵਾਲੀ ਗੱਲ ਰਹੀ ਆ, ਇੱਕ ਫਿਤਰਤ ਰਹੀ ਆ। ਜੋ ਚੀਜ਼ ਨੂੰ ਗਾਣਿਆਂ ਵਿੱਚ ਦਿਖਾ ਦਿੱਤਾ ਜਾਂਦਾ ਤਾਂ ਫਿਰ ਕੀ ਇਹਦੇ ਵਿੱਚ ਗਲਤ ਹੋ ਗਿਆ, ਕਿਉਂਕਿ ਪੰਜਾਬੀਆਂ ਦੀ ਅਣਖ ਅਤੇ ਫਿਤਰਤ ਦੀ ਜਦੋਂ ਗੱਲ ਆਉਂਦੀ ਹੈ ਤੇ ਇਹ ਚੀਜ਼ਾਂ ਹੁੰਦੀਆਂ ਨੇ ਤੇ ਉਹੀ ਚੀਜ਼ਾਂ ਦੇ ਉੱਤੇ ਜਿਹੜੀਆਂ ਗਾਣੇ ਬਣਾਏ ਜਾਂਦੇ ਨੇ। ਨਹੀਂ, ਫਿਰ ਉਸ ਅਣਖ ਤੋਂ ਬਾਅਦ ਕਿੰਨੇ ਸਾਲ ਜੇਲ੍ਹ ਕੱਟ ਕੇ ਆਇਆ ਜਾਂਦਾ, ਉਹ ਵੀ ਤਾਂ ਦਿਖਾਇਆ ਕਰੋ ਨਾ ਕਿ ਇੱਕ ਗੋਲੀ ਚਲਾਉਣ ਤੋਂ ਬਾਅਦ ਅਗਲਾ 3 ਸਾਲ ਜੇਲ੍ਹ ਕੱਟ ਕੇ ਆਇਆ ਹੈ, ਉਹਦੇ ਕਨਸੀਕੁਐਂਸਿਸ ਕਿਉਂ ਨਹੀਂ ਦਿਖਾਏ ਜਾਂਦੇ? ਸੋ ਕਨਸੀਕੁਐਂਸਿਸ ਦਵਾ ਕੇ ਉਹਨੇ ਬੰਦਾ ਮਾਰਿਆ, ਸ਼ਰੇਆਮ ਗੋਲੀ ਮਾਰੀ ਤੇ 302 ਲੱਗੀ ਤੇ ਉਹਦੀ ਮੁੜ ਕੇ 20 ਸਾਲ ਉਹਨੇ ਸਜ਼ਾ ਕੱਟੀ ਜਾਂ ਫਾਂਸੀ ਦੀ ਸਜ਼ਾ ਲੱਗੀ, ਕਿਉਂ ਨਹੀਂ ਉਹ ਦਿਖਾਇਆ ਜਾਂਦਾ? ਸੋ ਦਿਖਾਇਆ ਉਹ ਵੀ ਜਾਵੇ ਨਾ, ਦਿੱਕਤ ਕਿੱਥੇ ਹੈ? ਸੋ ਪੂਰਾ ਦਿਖਾਓ, ਪੂਰਾ ਦਿਖਾਓ, ਅੱਧਾ ਨਾ ਦਿਖਾਓ। ਇਹ ਨਾ ਦਿਖਾਓ ਕਿ ਸਿਰਫ ਗੋਲੀ ਚਲਾਣੀ ਬਹੁਤ ਚੰਗੀ ਗੱਲ ਹੈ, ਗੋਲੀ ਤੋਂ ਬਾਅਦ ਜਿਹੜੀ ਛਿੱਤਰ ਪਰੇਡ ਹੁੰਦੀ ਹੈ ਕਾਨੂੰਨੀ ਤੌਰ ਤੇ, ਚਾਹੇ ਉਹ ਪੁਲਿਸ ਕਰੇ ਤੇ ਚਾਹੇ ਕੋਰਟ ਕਰੇ, ਉਹ ਛਿੱਤਰ ਪਰੇਡ ਕੈਸੀ ਹੈ ਉਹ ਵੀ ਤਾਂ ਦਿਖਾਓ ਨਾ, ਫਿਰ ਸਮਝ ਲੱਗ ਜੇ ਕਿ ਇਹੋ ਜਿਹਾ ਗਲਤ ਗਾਣਾ ਚਲਾਵਾਂਗੇ ਜਾਂ ਗਲਤ ਹਰਕਤ ਕਰਾਂਗੇ ਤੇ ਸਾਡਾ ਜਾਂਦਾ ਕਿੱਥੇ ਹੈ। ਤੁਸੀਂ ਉਹਨਾਂ ਹੀ ਗਾਣਿਆਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਜਦੋਂ ਤੁਸੀਂ ਸੰਜੂ ਦੀ ਗੱਲ ਕੀਤੀ ਆ, ਸੰਜੂ ਦੇ ਵਿੱਚ ਵੀ ਉਹੀ ਸਿਸਟਮ ਸੀ ਕਿ ਥੋੜਾ ਜਿਹਾ ਉਹਨਾਂ ਨੇ ਕੋਰਟ ਕਚਹਿਰੀ ਦੀ ਗੱਲ ਕੀਤੀ ਸੀ, ਕੇਸ ਮੁਕੱਦਮਿਆਂ ਦੀ ਗੱਲ ਕੀਤੀ ਸੀ। ਦੂਜੇ ਪਾਸੇ ਅਸੀਂ ਗੱਲ ਕਰੀਏ, ਤੁਸੀਂ ਹੁਣ ਮਨਕੀਰ ਤੌਲਖ ਦੇ ਉਹ ਵਾਲੇ ਗਾਣੇ ਦੀ ਗੱਲ ਕੀਤੀ ਹੈ ਜਿਹਦੇ ਵਿੱਚ ਅਗੇਨ ਕੇਸਾਂ ਦੀ ਜਾਂ ਫਿਰ ਵਕੀਲਾਂ ਦੀ ਗੱਲ ਹੋਈ ਆ। ਸਿਰਫ ਉਹੀ ਗਾਣਿਆਂ ਨੂੰ ਜਿਹੜਾ ਹਾਈਲਾਈਟ ਕੀਤਾ ਜਾ ਰਿਹਾ ਜਾਂ ਇਸ ਤੋਂ ਇਲਾਵਾ ਬਾਕੀ ਵੀ ਗਾਣੇ ਨੇ? ਕਿਉਂਕਿ ਜੇ ਗੱਲ ਕੀਤੀ ਜਾਵੇ, ਹਿੰਦੀ ਵੈਬ ਸੀਰੀਜ਼ ਇਸ ਵਕਤ ਇਸ ਤਰੀਕੇ ਨਾਲ ਜਾ ਚੁੱਕੀ ਹੈ ਕਿ ਪਰਿਵਾਰਾਂ ਨਾਲ ਬਹਿ ਕੇ ਦੇਖ ਨਹੀਂ ਸਕਦੇ। ਤੇ ਜੇਕਰ ਤੁਸੀਂ ਗੱਲ ਕਰ ਰਹੇ ਹੋ ਕਿ ਇਸ ਵਕਤ ਬੱਚਿਆਂ ਨੂੰ ਆਪਸ਼ਨਸ ਦੇਣ ਦੀ ਕਿ ਜੇਕਰ ਗੰਦੀਆਂ ਚੀਜ਼ਾਂ ਪਰੋਸੀਆਂ ਹੀ ਨਾ ਜਾਣ, ਤਾਂ ਇਸ ਵਿੱਚ ਮੈਨੂੰ ਲੱਗਦਾ ਬਾਲੀਵੁੱਡ ਫਿਲਹਾਲ ਸਭ ਤੋਂ ਮੂਹਰੇ ਆ। ਮੈਡਮ ਬਾਲੀਵੁੱਡ ਦੀ ਵੀ ਵਾਰੀ ਆ ਜਾਏਗੀ ਬਹੁਤ ਜਲਦੀ। ਸੁਨੀਲ ਕੁਮਾਰ ਨੂੰ ਵੱਡਾ ਹੋ ਲੈਂਦਾ ਥੋੜਾ ਜਿਹਾ, ਸੋ ਜਿੱਦਾਂ ਜਿੱਦਾਂ ਕੱਦ ਵੱਡਾ ਹੋਏਗਾ ਤੇ ਡੈਫੀਨੇਟਲੀ ਬਾਲੀਵੁੱਡ ਛੱਡ ਕੇ ਮੈਂ ਕਹਿੰਦੀ ਜਾਂਦਾ ਹਾਲੀਵੁੱਡ ਦੀ ਵੀ ਵਾਰੀ ਆਏਗੀ। ਔਰ ਇਹ ਚੀਜ਼ਾਂ ਦੇ ਉੱਤੇ ਮੈਂ ਪਹਿਲਾਂ ਵੀ ਮਾਨਯੋਗ ਆਪਣੀ ਸਰਕਾਰ ਨੂੰ ਇੱਕ YouTube ਤੇ ਸਾਰੀਆਂ ਚੀਜ਼ਾਂ ਦੇ ਉੱਤੇ ਰਿਸਟ੍ਰਿਕਸ਼ਨ ਦੀ ਇੱਕ ਲੈਟਰ ਦੀ ਰਿਕੁਐਸਟ ਭੇਜ ਚੁੱਕਾ ਕਿ ਜਿੰਨੇ ਵੀ ਅੱਜ ਕੱਲ ਸੋ ਕਾਲਡ ਯੂਟਿਊਬਰ ਬਣ ਚੁੱਕੇ ਨੇ ਮਸ਼ਰੂਮ ਗਰੋਥ ਵਾਂਗੂ, ਬਹੁਤ ਸਾਰਾ ਮਤਲਬ ਗੰਦੇ ਪੋਸਟਰ ਲਾ ਕੇ ਮੁੜ ਕੇ ਪਿੱਛੋਂ ਖਾਂਦੇ ਪਿਛੋਰ ਨੇ, ਇਹਨਾਂ ਦੇ ਉੱਤੇ ਵੀ ਇੱਕ ਰੈਗੂਲੇਸ਼ਨ ਪਾਸ ਹੋਈ ਜਾਣੀ ਚਾਹੀਦੀ ਹੈ। ਔਰ ਪਿੱਛੇ ਜੇ ਮੈਂ ਇੱਕ ਹੋਰ ਰਿਪਰੈਜ਼ੈਂਟੇਸ਼ਨ ਭੇਜੀ ਸੀ ਜਿਹਦੇ ਤੇ ਮੈਂ ਸੈਂਸਰ ਬੋਰਡ ਦੀ ਮੰਗ ਕੀਤੀ ਸੀ ਕਿ ਪੰਜਾਬ ਦਾ ਸੈਂਸਰ ਬੋਰਡ ਹੋਣਾ ਚਾਹੀਦਾ ਹੈ। ਔਰ ਇਹਦੇ ਤੇ ਥੋੜੀ ਜਿਹੀ ਹੋਰ ਤੇਜ਼ੀ ਚੱਲ ਰਹੀ ਹੈ ਕਿਉਂਕਿ ਮੇਰੇ ਇੱਕ ਕਲਾਇੰਟ ਨੇ ਜਿਹੜੇ ਫਿਲਮ ਸਿਟੀ ਬਣਾ ਰਹੇ ਆ ਪੰਜਾਬ 'ਚ, ਔਰ ਆਪਣੀ ਲੈਵਲ ਦੀ ਸਭ ਤੋਂ ਵੱਡੀ ਫਿਲਮ ਸਿਟੀ ਹੋਏਗੀ ਜਿਹਦੇ 'ਚ ਪੰਜਾਬ 'ਚੋਂ ਸਾਰੇ ਸਰਵਿਸਿਜ਼ ਮਿਲਣਗੀਆਂ। ਔਰ ਅਸੀਂ ਆਪਣੀ ਫਿਲਮ ਸਿਟੀ ਦੇ ਜ਼ਰੀਏ ਵੀ ਸਰਕਾਰ ਨਾਲ ਰਾਬਤਾ ਕਾਇਮ ਕਰ ਰਹੇ ਹਾਂ, ਔਰ ਉਹਦੇ 'ਚ ਵੀ ਸੈਂਸਰ ਬੋਰਡ ਜਾਂ ਇਹਨਾਂ ਚੀਜ਼ਾਂ ਦੇ ਉੱਤੇ ਸਾਡੀ ਗੱਲਬਾਤ ਸਰਕਾਰ ਨਾਲ ਚੱਲ ਰਹੀ ਹੈ। ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਤੇ ਜਿੰਨੇ ਵੀ ਸੋਸ਼ਲ ਮੀਡੀਆ ਐਕਟੀਵਿਟੀਜ਼ ਨੇ, ਖਾਸ ਕਰਕੇ ਕਮਰਸ਼ੀਅਲ ਔਰ ਮੋਨੇਟਾਈਜ਼ਡ, ਉਹਨਾਂ ਦੇ ਉੱਤੇ ਕੰਟਰੋਲ, ਉਹਨਾਂ ਦੇ ਚੈਨਲ ਨੂੰ ਖੋਲਣ ਦੇ, ਕਿਉਂਕਿ ਅੱਜ ਵੀ ਅਬਾਊਟ ਖੋਲ ਲਓ ਤੇ ਚੈਨਲ ਦੀ ਕੋਈ ਡਿਸਕ੍ਰਿਪਸ਼ਨ ਨਹੀਂ ਦਿੱਤੀ ਹੁੰਦੀ ਕੌਣ ਹੈ, ਕਿੱਥੋਂ ਹੈ, ਕਿਵੇਂ ਹੈ। ਇੱਕ ਈਮੇਲ ਆਈਡੀ ਦੇ ਸਿਰ ਤੇ ਚੱਲਦਾ ਹੈ ਔਰ ਈਮੇਲ ਆਈਡੀ ਵੀ ਬੰਦ ਹੋਈ ਹੁੰਦੀ ਹੈ। ਸੋ ਇਹਨਾਂ ਚੀਜ਼ਾਂ ਦੇ ਉੱਤੇ, ਆਇਡੈਂਟੀਫਿਕੇਸ਼ਨ ਦੇ ਉੱਤੇ, ਅਥੈਂਟਿਸਿਟੀ ਦੇ ਉੱਤੇ, KYC ਦੇ ਉੱਤੇ ਕਾਫੀ ਸਾਰੇ ਮੁੱਦੇ ਚੁੱਕੇ ਜਾ ਚੁੱਕੇ ਨੇ। DPR ਡਿਪਾਰਟਮੈਂਟ ਨਾਲ ਗੱਲ ਕੀਤੀ ਜਾ ਚੁੱਕੀ ਹੈ ਔਰ ਇਹ ਚੀਜ਼ਾਂ ਗਵਰਨਮੈਂਟ ਦੇ ਪ੍ਰੀਵਿਊ 'ਚ ਆਉਂਦੀਆਂ ਨੇ। ਗਵਰਨਮੈਂਟ ਵੀ ਜੇ ਮੇਰੀ ਆਵਾਜ਼ ਸੁਣਦੀ ਹੋਵੇ ਤੇ ਇਹਨਾਂ ਦੇ ਉੱਤੇ ਕਾਰਵਾਈ ਸ਼ੁਰੂ ਕਰੇ। ਔਰ 15-20 ਦਿਨ, ਮਹੀਨੇ 2 ਮਹੀਨੇ ਦੀ ਗੱਲ ਹੈ ਜਿਹਦੇ ਤੇ ਲਾਅ ਬਣ ਜਾਏਗਾ। ਸਾਈਬਰ ਕ੍ਰਾਈਮ ਆਲਰੇਡੀ ਇਹਨਾਂ ਕੋਲ ਹੈਗੇ ਨੇ, ਲਾਅ ਤੇ ਆਪਣਾ ਕੰਮ ਕਰਨ। ਤੇ ਜਿਵੇਂ ਹੁਣ ਤੁਸੀਂ ਜੀ ਤੁਹਾਨੂੰ ਦੱਸ ਦਿਓ ਕਿ ਲਾਈਵ ਸ਼ੋਅ ਹੈ, ਗੱਲਬਾਤ ਸਾਡੇ ਨਾਲ ਕਰਨ। ਬਿਲਕੁਲ ਦਰਸ਼ਕ ਜਿਹੜੇ ਇਸ ਵਕਤ ਸਾਡਾ ਲਾਈਵ ਪ੍ਰੋਗਰਾਮ ਦੇਖ ਰਹੇ ਨੇ ਤੇ ਉਹੀ ਕਹਿਣਾ ਚਾਹਾਂਗੇ ਕਿ ਜੇਕਰ ਤੁਸੀਂ ਆਪਣੇ ਕੋਈ ਵਿਚਾਰ ਦੇਣਾ ਚਾਹੁੰਦੇ ਹੋ, ਇਸ ਵਕਤ 905 ਨੰਬਰ ਹੈ ਜੀ, ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ। ਨਾ ਸਿਰਫ ਗਾਣਿਆਂ ਦੀ ਗੱਲ ਹੋ ਰਹੀ ਹੈ, ਨਾਲ ਦੀ ਨਾਲ NRIs ਦੇ ਮਸਲਿਆਂ ਦੇ ਵੀ ਅਸੀਂ ਗੱਲ ਕਰਾਂਗੇ ਅਗਲੇ ਹਿੱਸੇ ਦੇ ਵਿੱਚ, ਉਸਦੇ ਬਾਰੇ ਵਿੱਚ ਅਸੀਂ ਤੁਹਾਨੂੰ ਡਿਟੇਲ 'ਚ ਜਾਣਕਾਰੀ ਦੇਵਾਂਗੇ। ਸੋ ਮਦਨ ਜੀ, ਜੇ ਮੈਂ ਇਸ ਮਾਮਲੇ ਨੂੰ ਥੋੜਾ ਜਿਹਾ ਹੁਣ ਵਾਈਂਡ ਅਪ ਕਰਨ ਦੀ ਕੋਸ਼ਿਸ਼ ਕਰਾਂ ਤੇ ਤੁਸੀਂ ਕਿਹਾ ਕਿ ਇਹ ਸਮਾਜ ਦੀ ਭਲਾਈ ਲਈ ਇਹ ਕਦਮ ਚੱਕਿਆ ਗਿਆ ਵਾ। ਸੋ ਜੇਕਰ ਮਾਮਲਾ ਰਫਾ ਦਫਾ ਕਰਨ ਦੀ ਗੱਲ ਆਉਂਦੀ ਹੈ, ਤੁਹਾਨੂੰ ਕਿਹਾ ਜਾਂਦਾ ਹੈ, ਤਾਂ ਕਿਸ ਮਾਮਲੇ ਤੇ ਆ ਕੇ ਤੁਸੀਂ ਜਿਹੜਾ ਇਹ ਕੇਸ ਵਾਪਸ ਲੈ ਸਕਦੇ ਹੋ, ਕਿਸ ਗੱਲ ਦੇ ਉੱਤੇ ਆ ਕੇ? ਕਈ ਮੇਰੇ ਦੋਸਤਾਂ ਨੇ ਕਹਿਣਾ ਕਿ ਸੁਨੀਲ ਗੋਇਲ ਨੇ ਪੈਸੇ ਲੈ ਕੇ ਬੰਦ ਕਰ ਦੇਣਾ, ਉਹਨਾਂ ਦੀ ਵੀ ਗੱਲ ਸੱਚ ਮੰਨ ਲੈਂਦੇ ਆ। ਬਟ ਮੇਰੇ ਇੱਕੋ ਹੀ ਅਸੂਲ ਹੈ ਕਿ ਜੇ ਕੰਪਰੋਮਾਈਜ਼ ਹੋਏਗਾ ਤੇ ਪਬਲਿਕ ਦੇ ਡੋਮੇਨ 'ਚ ਬੈਠ ਕੇ ਹੋਏਗਾ, ਪਬਲਿਕ ਦੇ ਡੋਮੇਨ 'ਚ ਬਹਿ ਕੇ ਉਹ ਗਾਇਕ ਮਾਫੀ ਮੰਗ ਲੈਣਗੇ ਔਰ ਇਹ ਪ੍ਰੋਮਿਸ ਦੇ ਦੇਣਗੇ ਰਿਟਰਨ ਕਿ ਅੱਜ ਤੋਂ ਬਾਅਦ ਇਹੋ ਜਿਹਾ ਕੋਈ ਗਾਣਾ ਜਾਂ ਇਹੋ ਜਿਹਾ ਕੋਈ ਸੀਨ ਨਹੀਂ ਕੱਢਣਗੇ ਜਿਹੜਾ ਕਿ ਕਿਸੇ ਵੀ ਧਰਮ ਵਿਸ਼ੇਸ਼ ਵਿਅਕਤੀ ਜਾਂ ਕਿਸੇ ਸਮਾਜ ਨੂੰ ਜਾਂ ਕਿਸੇ ਵਰਗ ਨੂੰ ਉਹ ਗੰਦਾ ਦਿਖਾਏਗਾ ਜਾਂ ਕੋਈ ਗਨ ਕਲਚਰ ਜਾਂ ਨਿਊਡਿਜ਼ਮ ਨੂੰ ਪ੍ਰਮੋਟ ਕੀਤਾ ਜਾਏਗਾ
ਜਿਹੋ ਜਿਹਾ ਪ੍ਰੋਮਿਸ ਦੇ ਦਿੰਦੇ ਤੇ ਕੋਰਟ ਕੇਸ ਵਾਪਸ ਲਿਆ ਜਾ ਸਕਦਾ। ਕੋਈ ਮੈਂ ਐਸਾ ਤੀਰ ਨਹੀਂ ਚਲਾਇਆ ਜਿਹੜਾ ਜ਼ਿੰਦਗੀ 'ਚ ਵਾਪਸ ਨਹੀਂ ਹੋਣਾ। ਸੋ ਉਹਦਾ ਇੱਕੋ ਹੀ ਹੱਲ ਹੈ। ਔਰ ਇਸ ਤੋਂ ਇਲਾਵਾ ਜਿਹੜੀ ਮੈਂ ਆਪਣੀ ਕੇਸ 'ਚ ਵੀ ਮੰਗ ਕੀਤੀ ਹੈ ਕਿ ਅੱਜ ਤੱਕ ਉਸ ਗਾਣੇ ਤੋਂ ਜਿੰਨੇ ਪੈਸੇ ਕਮਾਏ ਨੇ ਉਹ ਕਿਸੇ ਵੀ ਵੈਲਫੇਅਰ ਫੰਡ ਵਿੱਚ ਕੋਰਟ ਆਰਡਰ ਕਰ ਦੇਵੇ ਤਾਂ ਉੱਥੇ ਦੇ ਦਿੱਤੇ ਜਾਣ। ਮੈਨੂੰ ਨਹੀਂ ਕੁਛ ਚਾਹੀਦਾ। ਮੈਂ ਤੇ ਥਰਡ ਪਰਸਨ ਲਈ ਮੰਗਿਆ ਕਿ ਚਾਹੇ ਉਹ ਸਾਡੇ ਕੋਰਟ ਦਾ ਵੈਲਫੇਅਰ ਫੰਡ ਆ ਉਹਦੇ 'ਚ ਪੈ ਜਾਣ, ਵਕੀਲਾਂ ਦਾ ਵੈਲਫੇਅਰ ਫੰਡ ਆ ਜਾਂ ਕਿਤੇ ਵੀ ਪਾ ਦਿੱਤੇ ਜਾਣ ਉਹ ਪੈਸੇ। ਉਹ ਸਾਰਾ ਹਿਸਾਬ YouTube ਤੇ ਇਹਨਾਂ ਕੋਲ ਲੈ ਲਿਆ ਜਾਏਗਾ ਔਰ ਦੱਸ ਦਿੱਤਾ ਜਾਏਗਾ ਜੀ। ਬਿਲਕੁਲ। ਤੇ ਸਰ ਹੁਣ ਇਹਦੇ ਨਾਲ ਹੀ ਥੋੜਾ ਜਿਹਾ ਮੈਂ ਇਹ ਮਸਲੇ ਦੇ ਉੱਤੇ ਜ਼ਰੂਰ ਬਣਾ ਕੇ ਰੱਖੂੰਗੀ ਤੇ ਅੱਗੇ ਵੀ ਤੁਹਾਡੇ ਨਾਲ ਇਸ ਬਾਰੇ ਗੱਲਬਾਤ ਕਰਾਂਗੇ ਕਿ ਅੱਗੋਂ ਕੀ ਕੋਈ ਰਿਪਲਾਈ ਆ ਰਿਹਾ ਜਾਂ ਨਹੀਂ ਆ ਰਿਹਾ। ਹੁਣ ਫਿਲਹਾਲ ਆਪਾਂ ਥੋੜਾ ਜਿਹਾ NRIs ਦੀ ਵੀ ਗੱਲ ਕਰਦੇ ਕਿਉਂਕਿ ਵਿਦੇਸ਼ਾਂ ਵਿੱਚ ਬੈਠੇ NRIs ਨੇ ਕਾਫੀ ਮਾਮਲੇ ਨੇ ਜਿਹੜੇ ਸੋਲਵ ਕਰਨ ਵਾਲੇ ਨੇ। ਮੈਨੂੰ ਯਾਦ ਆ ਕਿ ਕੱਲ ਮੈਂ ਇੱਕ ਕਾਂਗਰਸ ਦੇ ਲੀਡਰ ਦੀ ਗੱਲਬਾਤ ਕਰ ਰਹੀ ਸੀ, ਇੱਥੇ ਇੰਟਰਵਿਊ ਕਰ ਰਹੀ ਸੀ ਤਾਂ ਉਹਨਾਂ ਨੇ ਕਿਹਾ ਕਿ NRIs ਦੇ ਲਈ ਅਸੀਂ ਇੱਕ ਵੈਬਸਾਈਟ ਲਾਂਚ ਕਰਨ ਲੱਗੇ ਹਾਂ। ਸਾਨੂੰ ਪਤਾ ਹੈ ਕਿ ਸਾਡੀਆਂ ਸਰਕਾਰਾਂ ਨੇ ਕਿਤੇ ਨਾ ਕਿਤੇ ਨੀਤੀਆਂ 'ਚ ਕਮੀ ਰਹੀ ਆ ਤੇ NRIs ਨੂੰ ਕਾਫੀ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ। ਪਰ ਹਰ ਵਾਰੀ ਜਿਵੇਂ ਹੁੰਦਾ ਕਿ ਸਬਜ਼ ਬਾਗ ਦਿਖਾ ਦਿੱਤੇ ਜਾਂਦੇ ਆ, ਹੁੰਦਾ ਕੁਛ ਨਹੀਂ ਹੈਗਾ। ਪਰ ਜਦੋਂ ਆਪਾਂ ਗੱਲ ਕਰਦੇ ਹਾਂ ਜ਼ਮੀਨੀ ਹਕੀਕਤ ਦੀ, NRIs ਜਾਂਦੇ ਨੇ, ਭਾਰਤ ਜਾਂਦੇ ਨੇ। ਅੱਜ ਦੇ ਸਮੇਂ ਵਿੱਚ ਵੀ ਸਭ ਦਾ ਪੰਜਾਬ ਨਾਲ ਮੋਹ ਉਸੇ ਤਰੀਕੇ ਨਾਲ ਆ, ਪਰ ਉੱਥੋਂ ਦੇ ਸਿਸਟਮ ਤੋਂ ਇੰਨੇ ਕੁ ਜ਼ਿਆਦਾ ਅੱਕ ਚੁੱਕੇ ਨੇ ਕਿ ਕੋਈ ਵੀ ਵਾਪਸ ਪੰਜਾਬ ਪਰਤਣਾ ਨਹੀਂ ਚਾਹੁੰਦਾ ਹੈਗਾ। ਸੋ ਜਦੋਂ ਗੱਲ ਆਉਂਦੀ ਹੈ, ਸਭ ਤੋਂ ਵੱਡੀ ਗੱਲ ਇਹਦੇ ਵਿੱਚ ਆਉਂਦੀ ਹੈ ਕਿ ਜ਼ਮੀਨ ਜਾਇਦਾਦ ਨੂੰ ਲੈ ਕੇ ਬਹੁਤ ਸਾਰੇ ਨੇ ਜਿਹੜੇ ਪਿੱਛੇ ਆਪਣੀ ਜ਼ਮੀਨਾਂ ਜਾਇਦਾਦਾਂ ਜੱਦੀ ਜ਼ਮੀਨਾਂ ਛੱਡ ਕੇ ਆਏ ਨੇ ਤੇ ਉਸ ਤੋਂ ਬਾਅਦ ਇੱਥੇ ਆ ਕੇ ਮਿਹਨਤਾਂ ਕੀਤੀਆਂ ਨੇ ਤੇ ਮਿਹਨਤਾਂ ਕਰਕੇ ਉਹਨਾਂ ਨੂੰ ਵੀ ਜ਼ਮੀਨਾਂ ਨੂੰ ਦੁੱਗਣੇ ਤਿੱਗਣੇ ਕੀਤਾ। ਪਰ ਅੱਜ ਉਹਨਾਂ ਹੀ ਜ਼ਮੀਨਾਂ ਦੇ ਵਿੱਚ ਉਹਨਾਂ ਨੂੰ ਪੈਰ ਧਰਨ ਦੀ ਇਜਾਜ਼ਤ ਨਹੀਂ ਹੈਗੀ। ਉਸ ਤੋਂ ਪਹਿਲਾਂ ਜਿਹੜੀ ਤੁਸੀਂ ਪਹਿਲੀ ਗੱਲ ਕੀਤੀ ਕਿ ਜਿਹੜੀ ਵੈਬਸਾਈਟ ਲਾਂਚ ਕਰਨ ਲੱਗੇ ਸਰਕਾਰ ਵਾਲੇ, ਉਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਅਮੈਂਡਮੈਂਟ ਦੱਸ ਦਿੰਦਾ ਕਿ ਜਿਹੜੀਆਂ ਪੰਜਾਬ ਵਿੱਚ NRI ਦੀਆਂ ਜ਼ਮੀਨਾਂ ਨੇ ਉਹਦੇ ਉੱਤੇ ਇੱਕ ਪ੍ਰਪੋਜ਼ਲ ਅੱਜ ਤੋਂ 2 ਸਾਲ ਪਹਿਲਾਂ ਬਣਾ ਕੇ ਦਿੱਤੀ ਗਈ ਸੀ। ਉਹਦੇ ਵਿੱਚ ਮੇਰਾ ਵੀ ਯੋਗਦਾਨ ਸੀ 2-4-5% ਦਾ ਔਰ ਉਹਦੇ ਤੇ ਵੀ ਕਾਫੀ ਦੂਰ ਤੱਕ ਕੰਮ ਚੱਲਿਆ ਸੀ ਕਿ NRI ਨੂੰ ਉਹਦੇ ਨਾਲ ਆਇਡੈਂਟੀਫਾਈ ਕਰ ਲਿਆ ਜਾਏਗਾ। ਜੇ ਕੋਈ ਬੰਦਾ NRI ਦੀ ਪ੍ਰਾਪਰਟੀ ਵੇਚਣ ਲੱਗੇਗਾ ਤੇ ਉਹਨੂੰ ਈਮੇਲ, WhatsApp ਜਾਂ SMS ਦੇ ਜ਼ਰੀਏ ਇੰਟੀਮੇਸ਼ਨ ਦੇ ਦਿੱਤੀ ਜਾਏਗੀ ਕਿ ਤੇਰੀ ਜ਼ਮੀਨ ਦਾ ਵੇਚਣ ਆਇਆ ਤੇ ਅਲਾਓ ਕਰ ਜਾਂ ਨਾ ਕਰ। ਸੋ ਇਦਾਂ ਦੀਆਂ ਚੀਜ਼ਾਂ ਵੀ। ਇਸ ਤੋਂ ਇਲਾਵਾ ਮੈਂ ਸਰਕਾਰ ਜੇ ਮੇਰਾ ਪ੍ਰੋਗਰਾਮ ਸੁਣੇ ਤੇ ਸਰਕਾਰ ਨੂੰ ਮੈਂ ਅਪੀਲ ਕਰਦਾ ਕਿ NRI ਕਮਿਸ਼ਨ ਬਣਾਇਆ ਪੰਜਾਬ ਨੇ, ਜਿਹੜਾ ਕਮਿਸ਼ਨ NRI ਵੱਲੋਂ ਦਿੱਤੀਆਂ ਗਈਆਂ ਦਰਖਾਸਤਾਂ ਦੇ ਉੱਤੇ ਕੰਮ ਕਰਦਾ। ਇਹਦੇ ਵਿੱਚ ਅੱਜ ਦੀ ਲੋੜ 'ਚ ਇੱਕ ਨਵੀਂ ਅਮੈਂਡਮੈਂਟ ਦੀ ਲੋੜ ਹੈ ਜਿਹਦੇ ਵਿੱਚ NRI ਦੇ ਖਿਲਾਫ ਵੀ ਕਈ NRI ਵੀ ਆਉਂਦੇ ਨੇ ਜਿਹੜੇ ਇੱਥੇ ਗਲਤੀਆਂ ਕਰਕੇ ਦੌੜਦੇ ਨੇ ਬਾਹਰ ਔਰ NRI ਦੇ ਖਿਲਾਫ ਵੀ, ਜਾਂ ਜਿਹਨੂੰ ਮੈਂ ਖਿਲਾਫ ਸ਼ਬਦ ਗਲਤ ਵਰਤਾਂਗਾ, ਇੱਕ ਇੰਟਰਫੇਸ ਡਿਪਾਰਟਮੈਂਟ ਬਣਾਇਆ ਜਾਵੇ NRI ਕਮਿਸ਼ਨ ਕਿ ਜੇ ਕੋਈ NRI ਆਊਟ ਆਫ ਇੰਡੀਆ ਬੈਠਾ ਉਹਨੂੰ ਵੀ ਐਸਾ ਚਾਂਸ ਮਿਲੇ ਕਿ ਉਸ ਕਮਿਸ਼ਨ ਦੇ ਵਿੱਚ ਆਪਣੀ ਗੱਲ ਰੱਖ ਸਕੇ, ਆਪਣਾ ਪ੍ਰਸਤਾਵ ਰੱਖ ਸਕੇ, ਆਪਣੀ ਰਿਪਰੈਜ਼ੈਂਟੇਸ਼ਨ ਰੱਖ ਸਕੇ ਔਰ ਉਹਦੇ ਖਿਲਾਫ ਵੀ ਤੇ ਉਹਦੀ ਫੇਵਰ 'ਚ ਵੀ ਦੋਨੋਂ ਕੰਮ ਕੀਤੇ ਜਾਣ। ਇਹ ਛੋਟੀ ਜਿਹੀ ਅਮੈਂਡਮੈਂਟ ਹੈ, ਇੱਕ ਲਾਈਨ ਦੀ ਅਮੈਂਡਮੈਂਟ ਹੈ ਜੇ ਸਾਡੀ ਸਰਕਾਰ ਕਰੇ, ਕਿਉਂਕਿ ਕਈ NRI ਬੰਦੇ ਇੰਡੀਆ 'ਚ ਆਏ ਹੈ, ਫਰਾਡ ਕਰਕੇ ਵਾਪਸ ਗਏ ਹੈ, ਚਾਹੇ ਉਹ ਵਿਆਹ ਦਾ ਫਰਾਡ, ਚਾਹੇ ਪ੍ਰਾਪਰਟੀ ਦਾ ਫਰਾਡ ਹੈ, ਚਾਹੇ ਉਹ ਕਿਸੇ ਵੀ ਚੀਜ਼ ਦਾ ਫਰਾਡ ਹੈ ਔਰ ਉਹਨਾਂ ਨੂੰ ਵਾਪਸ ਫੜਨ ਲਈ NRI ਕਮਿਸ਼ਨ ਕਹਿੰਦਾ ਕਿ ਇਹ ਫੋਰਮ NRI ਵੱਲੋਂ ਦਿੱਤੀ ਦਰਖਾਸਤ ਉੱਤੇ ਕੰਮ ਕਰਨ ਵਾਸਤੇ, ਨਾ ਕਿ NRI ਦੇ ਖਿਲਾਫ। ਸੋ ਜੇ ਇਹੋ ਜਿਹੀ ਫੋਰਮ ਵਿੱਚ ਬਣ ਜੇ, ਦੋਨੋਂ ਆਪਸ਼ਨਾਂ ਹੋ ਜਾਣ ਤੇ NRI ਦੇ ਮਸਲੇ ਔਰ ਫੋਰਨ ਦੀਆਂ ਜਿਹੜੀਆਂ ਏਜੰਸੀਆਂ ਉਹਨਾਂ ਨਾਲ ਸਾਡੇ NRI ਕਮਿਸ਼ਨ ਦਾ ਤਾਲਮੇਲ ਹੋਵੇ ਤੇ ਤਾਂ ਜੋ ਜਿਵੇਂ ਲਵਪ੍ਰੀਤ ਲਾਡੀ ਵਾਲਾ ਕੇਸ ਜਿਹਦੀ ਮੈਂ ਗੱਲ ਕਰਾਂ, ਉਹਦੇ ਵਿੱਚ ਜਿਸ ਤਰ੍ਹਾਂ NRI ਉਹਦੇ ਖਿਲਾਫ ਕੰਮ ਕਰੇਗਾ ਤੇ ਡੈਫੀਨੇਟਲੀ ਉਧਰ ਦੀ ਪੁਲਿਸ ਨੂੰ, ਉਧਰ ਦੀ ਕੋਰਟ ਨੂੰ, ਉਧਰਲੇ ਵੂਮਨ ਕਮਿਸ਼ਨ ਨੂੰ, ਜਿਹੜੇ ਵੀ ਡਿਪਾਰਟਮੈਂਟ ਨੇ ਉਹਨਾਂ ਨੂੰ ਜਦੋਂ ਈਮੇਲ ਲਿਖੇਗਾ ਤੇ ਉਹਦੇ ਤੇ ਉਹਨਾਂ ਨੂੰ ਐਕਸ਼ਨ ਲੈਣਾ। ਸੋ ਐਸਾ ਡਿਪਾਰਟਮੈਂਟ ਬਣਾਇਆ ਜਾਵੇ ਜਿਹਦੇ ਵਿੱਚ ਜਿਹੜੇ ਦੋਸ਼ੀ ਭੱਜ ਜਾਂਦੇ ਨੇ ਬਾਹਰ ਉਹਨਾਂ ਨੂੰ ਮੌਕਾ ਮਿਲੇ, ਜਾਂ ਜਿਨ੍ਹਾਂ ਦੇ ਗਲਤ ਕੇਸ ਵੀ ਪੈ ਗਿਆ ਉਹਨਾਂ ਨੂੰ ਮੌਕਾ ਮਿਲੇ ਕਿ ਉਹ ਬਾਹਰ ਬੈਠੇ ਆਪਣੀ ਰਿਪਰੈਜ਼ੈਂਟੇਸ਼ਨ ਉਸ ਕਮਿਸ਼ਨ ਦੁਆਰਾ ਦੇ ਸਕਣ। ਤੁਸੀਂ ਲਾਡੀ ਦੀ ਗੱਲ ਕੀਤੀ ਹੈ, ਲਾਡੀ ਕੇਸ ਦੀ। ਇਸ ਮਾਮਲੇ ਦੇ ਵਿੱਚ ਸਰ ਹੁਣ ਕੀ ਤਾਜ਼ਾ ਨਵੀਂ ਅਪਡੇਟ ਦੇਖਣ ਨੂੰ ਮਿਲ ਰਹੀ ਹੈ? ਕੋਈ ਇਹਦੇ ਬਾਰੇ ਵਿੱਚ ਜਾਣਕਾਰੀ ਮਿਲੀ ਹੈ? ਕਿਉਂਕਿ ਜਦੋਂ ਗੱਲ ਜੀ ਇਹਦੀ ਵੀ ਜਾਣਕਾਰੀ ਦਿੰਦਾ ਤੇ ਮੇਰੇ ਦਰਸ਼ਕ ਹਰਚਰਨ ਪੀਲੀਭੀਤ ਵਾਲੇ ਕੇਸ ਦੀ ਜਾਣਕਾਰੀ ਮੰਗਦੇ ਆ ਤੇ ਤੁਹਾਡੇ ਮਾਧਿਅਮ 'ਚ ਮੈਂ ਪਹਿਲੀ ਵਾਰੀ ਇਹ ਜਾਣਕਾਰੀ ਦੇ ਰਿਹਾ। ਲਵਪ੍ਰੀਤ ਲਾਡੀ ਵਾਲੇ ਕੇਸ ਜਿੱਥੋਂ ਤੱਕ ਸਵਾਲ ਹੈ, ਮੈਂ NRI ਕਮਿਸ਼ਨ ਨੂੰ, NRI ਡਿਪਾਰਟਮੈਂਟ ਪੰਜਾਬ ਪੁਲਿਸ ਨੂੰ ਤੇ ਜਿਹੜੀ ਧਨੌਲਾ ਪੁਲਿਸ ਹੈ ਉਹਨੂੰ ਇੱਕ ਚਿੱਠੀ ਲਿਖ ਚੁੱਕਾ ਪਹਿਲਾਂ ਹੀ ਕਿ ਕੈਨੇਡੀਅਨ ਲਾਅ ਦੀ ਧਾਰਾ ਡੈਸ਼ ਮੁਤਾਬਕ ਜਿਹੜੇ ਬੰਦੇ ਨੇ ਕਿਸੇ ਕਾਰਨਰ 'ਚ ਕੋਈ ਕ੍ਰਾਈਮ ਕੀਤਾ ਔਰ ਉੱਥੇ ਵਾਂਟਿਡ ਹੈ, FIR ਉੱਤੇ ਲੌਜ ਹੈ, ਉੱਥੋਂ ਦੀ ਕੈਨੇਡਾ ਦੀ ਪੁਲਿਸ ਦੀ ਡਿਊਟੀ ਬਣਦੀ ਹੈ ਕਿ ਜਦੋਂ ਉਹਨੂੰ ਇੰਟੀਮੇਸ਼ਨ ਦਿੱਤੀ ਜਾਵੇ ਉਹ ਉਸ ਬੰਦੇ ਨੂੰ ਲੱਭ ਕੇ ਅਰੈਸਟ ਕਰਕੇ ਉਸ ਕੰਟਰੀ ਭੇਜੇ।
ਸੋ ਐਕਸ਼ਨ ਦਾ ਜ਼ਿਕਰ ਕਰਕੇ ਮੈਂ ਡਿਪਾਰਟਮੈਂਟ ਨੂੰ ਰਿਕੁਐਸਟ ਕੀਤੀ ਹੈ ਪੁਲਿਸ ਨੂੰ ਕਿ ਤੁਸੀਂ ਇਹ ਵਾਲੀ ਚਿੱਠੀ ਲਿਖ ਕੇ ਥਰੂ ਪ੍ਰੋਪਰ ਚੈਨਲ ਬਾਹਰਲੇ ਜਿਹੜੇ ਕੈਨੇਡਾ ਦਾ ਮੁਲਕ ਹੈ ਉੱਥੇ ਭਿਜਵਾਓ, ਉੱਥੋਂ ਦੀ ਪੁਲਿਸ ਨੂੰ। ਪੁਲਿਸ ਡਿਊਟੀ ਬਾਉਂਡ ਹੋਏਗੀ ਤੁਹਾਨੂੰ ਉੱਥੋਂ ਦਾ ਬੰਦਾ ਅਰੈਸਟ ਕਰਕੇ ਤੁਹਾਡੇ ਤੱਕ ਵਾਪਸ ਦੇਣ ਵਾਸਤੇ। ਸੋ ਉਹਦੀ ਕਾਰਵਾਈ ਚੱਲਦੀ ਪਈ ਹੈ, ਰਿਮਾਈਂਡਰ ਪਾਵਾਂਗਾ। ਮੈਂ ਸਪੋਰਟ ਕਰ ਰਿਹਾ ਪੁਲਿਸ ਦੀ, ਦੇਖਦੇ ਹਾਂ ਕੀ ਬਣਦਾ ਹੈ, ਕਿਦੋਂ ਬਣਦਾ ਹੈ ਤੇ ਕਿੰਨੀ ਐਫੀਸ਼ੀਐਂਸੀ ਨਾਲ ਕੰਮ ਹੁੰਦਾ। ਕਿਉਂਕਿ ਮੇਰਾ ਜੋ ਰੋਲ ਹੈ ਇੱਕ ਇੰਟੀਮੇਸ਼ਨ ਦਾ ਰੋਲ ਹੈ, ਜਾਂ ਜਦੋਂ ਕੋਰਟ ਕੇਸ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਦਾ ਰੋਲ ਹੈ। ਪਰ ਫਿਰ ਵੀ ਐਜ਼ ਏ ਲੀਗਲ ਮੈਨ, ਐਜ਼ ਏ ਹਿਊਮਨ ਬੀਇੰਗ, ਮੇਰਾ ਵੀ ਇੱਕ ਫਰਜ਼ ਹੈ ਕਿ ਇਸ ਕੇਸ ਨੂੰ ਐਂਡ ਦਿੱਤਾ ਜਾਵੇ। ਕਈ ਸਾਰੇ ਕੇਸ ਸੁਧਰਨਗੇ, ਇਹ ਮੇਰਾ ਵਾਅਦਾ ਹੈ। ਕਈ ਮੁੰਡੇ ਕੁੜੀਆਂ ਨੇ, ਕੱਲੀਆਂ ਕੁੜੀਆਂ ਹੀ ਨਹੀਂ ਧੋਖਾ ਦਿੱਤਾ, ਮੁੰਡੇ ਵੀ ਬੜੇ ਨੇ, ਕੁੜੀਆਂ ਵੀ ਬੜੀਆਂ ਨੇ। ਜਿਹਦੀ ਵੀ ਨੀਤ ਗੰਦੀ ਹੋ ਜਾਂਦੀ ਉਹ ਧੋਖਾ ਦਿੰਦਾ, ਉਹਨਾਂ ਨੂੰ ਸਬਕ ਡਰ ਲਾਏਗਾ। ਜਿਵੇਂ ਤੁਸੀਂ ਲਾਡੀ ਕੇਸ ਦੀ ਗੱਲ ਕੀਤੀ ਹੈ, ਮੁੰਡੇ ਕੁੜੀਆਂ ਦੇ ਧੋਖੇ ਦੀ ਗੱਲ ਕੀਤੀ ਹੈ, ਤਾਂ ਰਾਮੋਵਾਲੀਆ ਸਾਹਿਬ ਵੀ ਕਾਫੀ ਕੁੜੀਆਂ ਅਜਿਹੀਆਂ ਨਾਲ ਬਹੁਤ ਵਾਰ ਲੈ ਕੇ ਗਏ ਨੇ ਦਰ ਦੇ ਉੱਤੇ ਕਿ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ। ਕਿ ਇਹਨਾਂ ਮਾਮਲਿਆਂ ਦੇ ਉੱਤੇ ਵੀ ਕੁਝ ਨਾ ਕੁਝ ਕੀਤਾ ਜਾਏਗਾ? ਦੇਖੋ ਜੀ, ਜੇ ਤੇ ਮੇਰੇ ਕੋਲ ਕੋਈ ਪਹੁੰਚਦਾ ਤੇ ਮੈਂ ਉਹਨਾਂ ਲਈ ਕੋਰਸਪੋਂਡੈਂਸ ਕਰ ਸਕਦਾ, ਉਹਨਾਂ ਲਈ ਕਾਰਵਾਈਆਂ ਕਰਵਾ ਸਕਦਾ, ਫੋਲੋ ਅਪ ਲੈ ਸਕਦਾ। ਕਿਉਂਕਿ ਮੇਰੇ ਕੋਲ ਅਥਾਰਟੀ ਕੋਰਟ ਦੇ ਅੱਗੇ ਰਿਪਰੈਜ਼ੈਂਟੇਸ਼ਨ ਕਰਨ ਦੀ ਤੇ ਪੂਰੀ ਹੈ। ਮੈਂ ਕਿਸੇ ਅਥਾਰਟੀ ਅੱਗੇ ਵੀ ਰਿਪਰੈਜ਼ੈਂਟੇਸ਼ਨ ਕਰ ਸਕਦਾ, ਪਰ ਅਗਲਾ ਕੰਮ ਤਾਂ ਅਥਾਰਟੀ ਨੇ ਕਰਨਾ। ਜੇ ਉਹ ਅਥਾਰਟੀ ਕੰਮ ਨਹੀਂ ਕਰੇਗੀ ਤੇ ਫਿਰ ਉਹਦੇ 'ਚ ਮੇਰਾ ਕੀ ਰਹਿ ਜਾਂਦਾ। ਪਰ ਫਿਰ ਵੀ ਆਪਾਂ ਬੂਹਾ ਖੜਕਾਉਂਦੇ ਰਹਿੰਦੇ ਹਾਂ, ਛੱਡਦੇ ਨਹੀਂ। ਸੋ ਦਰਵਾਜ਼ਾ। ਹਾਂਜੀ, ਤੁਸੀਂ ਜਿਵੇਂ ਗੱਲ ਕੀਤੀ ਆ ਇਨਸਾਫ ਦੀ ਗੱਲ ਕੀਤੀ ਆ, ਤਾਂ ਜਿਵੇਂ ਤੁਹਾਡੇ ਕੋਲ ਤਾਂ ਕੁਝ ਡਾਟਾਸ ਹੋਣਗੇ। ਸੋ ਜ਼ਿਆਦਾਤਰ ਐਨਆਰਆਈਜ਼ ਇਸ ਵਕਤ ਕਿਹੜੀਆਂ ਚੀਜ਼ਾਂ ਦੇ ਨਾਲ ਜ਼ਿਆਦਾ ਪੀੜਿਤ ਨਜ਼ਰ ਆ ਰਹੇ ਨੇ, ਜਾਂ ਕਿਹੜੀਆਂ ਦਰਖਾਸਤਾਂ ਜ਼ਿਆਦਾ ਦਿੱਤੀਆਂ ਜਾ ਰਹੀਆਂ ਨੇ ਐਨਆਰਆਈਜ਼ ਦੇ ਵੱਲੋਂ ਜਾਂ ਐਨਆਰਆਈਜ਼ ਦੇ ਵਿਰੁੱਧ? ਦੇਖੋ ਜੀ, ਸਭ ਤੋਂ ਪਹਿਲਾਂ ਮੈਂ ਬੜੀ ਸਿੰਪਲ ਜੀ ਚੀਜ਼ ਤੋਂ ਸ਼ੁਰੂ ਕਰਾਂਗਾ। OCI ਕਾਰਡ। ਸਾਡੇ ਐਨਆਰਆਈ ਭੈਣ ਭਰਾ ਜਿਹੜੇ ਵੀ ਇੰਡੀਅਨ ਓਰੀਜਨ ਦੇ ਬੰਦੇ ਆ, ਉਹਦੇ 'ਚ ਵੀ OCI ਕਾਰਡ ਤੇ ਵੀ ਆਪਾਂ ਸ਼ੋਅ ਲਾਵਾਂਗੇ ਪੂਰੇ ਦਾ ਪੂਰਾ। ਉਹਦੇ ਵਿੱਚ ਜਿਹੜਾ ਨਵਾਂ ਕਾਰਡ ਬਣਦਾ OCI ਦਾ, ਉਹਦੇ ਵਿੱਚ ਜਿਨ੍ਹਾਂ ਦੇ ਪੇਰੈਂਟਸ, ਮਾਂ ਜਾਂ ਬਾਪ ਚੋਂ ਕੋਈ ਇੱਕ ਜਣਾ ਵੀ ਇੰਡੀਅਨ ਮੂਲ ਦਾ ਬੰਦਾ ਸੀ, ਉਹਦਾ ਪਾਸਪੋਰਟ, ਚਾਹੇ ਬੱਚਾ ਫੋਰਨ 'ਚ ਪੈਦਾ ਹੋਇਆ, ਟੋਟਲੀ ਕੈਨੇਡੀਅਨ ਹੈ ਜਾਂ ਟੋਟਲੀ ਆਸਟ੍ਰੇਲੀਅਨ ਹੈ, ਟੋਟਲੀ ਨਿਊਜ਼ੀਲੈਂਡ ਦਾ, ਟੋਟਲੀ ਕਿਸੇ ਵੀ ਕੰਟਰੀ ਦਾ ਬਾਈ ਬਰਥ, ਉਸ ਬੱਚੇ ਕੋਲ ਪਾਪਾ ਦੇ ਜਾਂ ਮੰਮੀ ਜਿਹੜਾ ਵੀ ਉਹਨਾਂ ਦਾ ਇੰਡੀਅਨ ਓਰੀਜਨ ਦਾ ਪੇਰੈਂਟ ਸੀ, ਉਹਦੇ ਬੇਸ ਤੇ ਉਹਨਾਂ ਨੂੰ OCI ਕਾਰਡ ਮਿਲਣ ਦਾ ਪੂਰਾ ਅਧਿਕਾਰ ਹੈ। ਔਰ ਉਸ OCI ਕਾਰਡ ਦੇ ਬਦਲੇ ਆਪਣੀ NRI ਸੀਟ ਬੁੱਕ ਕਰ ਸਕਦਾ ਹੈ। ਪਹਿਲਾਂ ਤੇ NRI ਕੋਟੇ 'ਚ ਬੁੱਕ ਮਿਲਦੀ ਸੀ ਸੀਟ, ਹੁਣ ਉਹ ਇੰਡੀਆ ਦੇ ਵਿੱਚ ਜਿਹੜਾ ਕੰਪੀਟੀਸ਼ਨ ਐਗਜ਼ਾਮ ਹੈ ਉਹਨੂੰ ਦੇਣ ਦਾ ਅਧਿਕਾਰੀ ਹੈ। ਮੰਨ ਲਓ MBBS ਕਰਨੀ ਹੈ, ਤੁਸੀਂ ਕੰਪੀਟੀਸ਼ਨ ਐਗਜ਼ਾਮ ਦੇ ਸਕਦੇ ਹੋ। ਉਸ ਤੋਂ ਇਲਾਵਾ ਜਿਹੜਾ ਛੋਟਾ ਬੱਚਾ ਹੈ ਉਹਦਾ 5 ਸਾਲ ਲਈ ਬਣਦਾ ਹੈ, ਤੇ ਜਿਹੜਾ ਬੱਚਾ 18 ਸਾਲ ਜਾਂ ਉਸ ਤੋਂ ਵੱਡਾ ਹੋ ਜਾਏ ਉਹਦਾ ਲਾਈਫ ਟਾਈਮ ਲਈ ਬਣਦਾ ਹੈ। ਪਰ ਗਵਰਨਮੈਂਟ ਇਹ ਕਹਿੰਦੀ ਹੈ ਕਿ ਜਦੋਂ ਤੁਹਾਡੇ ਫੇਸ 'ਚ ਮੇਜਰ ਚੇਂਜ ਆ ਜਾਵੇ ਤੇ ਤੁਸੀਂ ਡੈਫੀਨੇਟਲੀ 15-20 ਸਾਲ ਬਾਅਦ ਇੱਕ OCI ਕਾਰਡ ਆਪਣਾ ਰਿਨਿਊ ਕਰਾ ਸਕਦੇ ਹੋ, ਤਾਂ ਜੋ ਤੁਹਾਡੀ ਲੇਟੈਸਟ ਫੋਟੋ ਲੱਗ ਜਾਏ। ਔਰ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹਾਂਗਾ ਆਪਣੇ OCI ਕਾਰਡ ਹੋਲਡਰਸ ਨੂੰ, ਇਹ ਲੋਕ ਜਦੋਂ ਕੱਲਾ OCI ਕਾਰਡ ਲੈ ਕੇ ਆਉਂਦੇ ਆ, ਉਹਦੇ ਨਾਲ ਉਹਨਾਂ ਦਾ ਪਿਛਲਾ ਪਾਸਪੋਰਟ ਜੁੜਿਆ ਹੁੰਦਾ, ਜਿਸ ਪਹਿਲੇ ਪਾਸਪੋਰਟ ਤੇ OCI ਕਾਰਡ ਬਣਾਇਆ ਹੁੰਦਾ ਸੀ, ਸੈਕੰਡ ਪਾਸਪੋਰਟ, ਥਰਡ ਪਾਸਪੋਰਟ, ਫੋਰਥ ਪਾਸਪੋਰਟ ਬਣ ਗਿਆ। ਸੋ ਉਹ ਜਿਹੜਾ ਕਾਰਡ ਬਣਨ ਤੋਂ ਬਾਅਦ ਪਹਿਲਾ ਪਾਸਪੋਰਟ, ਜਿਸ ਪਾਸਪੋਰਟ ਦੇ ਉੱਤੇ ਉਹ ਕਾਰਡ ਬਣਿਆ ਸੀ, ਉਹ ਪਾਸਪੋਰਟ ਜ਼ਰੂਰ ਨਾਲ ਰੱਖਣ, ਤਾਂ ਜੋ ਉਹਨਾਂ ਨੂੰ ਦਿੱਕਤ ਨਾ ਆਵੇ ਜਦੋਂ ਇੰਡੀਆ ਦੇ ਪੋਰਟ ਤੇ ਉਹ ਲੋਕ ਉਤਰਦੇ ਨੇ। ਸੋ OCI ਕਾਰਡ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਸਭ ਤੋਂ ਨੰਬਰ 1 ਤੇ। 2 ਨੰਬਰ ਤੇ ਜੇ ਮੈਂ ਗੱਲ ਕਰਾਂ ਤੇ ਜਦੋਂ ਉਹਨਾਂ ਨੇ ਇੰਡੀਆ ਆਉਣਾ ਹੁੰਦਾ ਹੈ, ਆਉਣ ਤੋਂ ਬਾਅਦ ਇਮੀਗ੍ਰੇਸ਼ਨ ਡਿਪਾਰਟਮੈਂਟ 'ਚ ਉਹਨਾਂ ਨੂੰ ਥੋੜੀ ਬਹੁਤ ਦਿੱਕਤ ਆਉਂਦੀ ਹੈ, ਕਿਉਂਕਿ ਕੁਝ ਲੋਕ ਕੋਆਪਰੇਟ ਨਹੀਂ ਕਰਦੇ ਔਰ ਕੁਝ ਲੋਕ ਕੋਆਪਰੇਟ ਕਰਦੇ ਆ ਤੇ ਕੁਝ ਨਾ ਕਿਤੇ ਗੜਬੜ ਹੁੰਦੀ ਹੈ। ਉਸ ਤੋਂ ਇਲਾਵਾ ਇੰਡੀਆ ਪਹੁੰਚਣ ਤੋਂ ਬਾਅਦ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਬਹੁਤ ਸਾਰੇ ਮਸਲੇ ਪੈਦਾ ਹੋ ਰਹੇ ਨੇ। ਔਰ ਜਦੋਂ ਵੀ ਇੰਡੀਆ ਆਉਂਦੇ ਨੇ, ਕਾਫੀ ਪਰਿਵਾਰ ਇਸ ਤਰ੍ਹਾਂ ਦੇ ਵੀ ਹੋ ਚੁੱਕੇ ਨੇ ਕਿ ਜਿਹੜਾ ਬੰਦਾ ਬਾਹਰੋਂ ਆਇਆ ਉਹਨੂੰ ਕਿਸੇ ਨਾ ਕਿਸੇ ਕੋਰਟ ਕੇਸ 'ਚ ਉਲਝਾ ਦਿਓ, ਤਾਂ ਕਿ ਉਹਨੂੰ ਇਹ ਡਰ ਲੱਗ ਜਾਏ ਕਿ ਮੈਂ ਬਾਹਰ ਜਾਵਾਂ ਤੇ ਉਹਨਾਂ ਦੀ ਪ੍ਰਾਪਰਟੀ ਹੜਪ ਕਰਾਂ। ਸੋ ਆਪਣਾ ਇੰਡੀਆ ਦਾ ਰਿਪਰੈਜ਼ੈਂਟੇਟਿਵ ਕੋਈ ਨਾ ਕੋਈ ਵਕੀਲ, ਚੰਗਾ ਪਰਿਵਾਰ ਆਪਣੇ ਨਾਲ ਰੱਖੋ। ਉਸ ਤੋਂ ਇਲਾਵਾ ਕਈ ਵਾਰੀ ਮੈਟਰੀਮੋਨੀਅਲ ਡਿਸਪਿਊਟ ਦੇ ਵਿੱਚ FIR ਲੌਜ ਹੋ ਜਾਂਦੀ ਹੈ, ਕੁੜੀ ਵੱਲੋਂ ਮਾਪਿਓ ਦੇ ਖਿਲਾਫ, ਮੁੰਡੇ ਵੱਲੋਂ ਵੀ ਮਾਪਿਓ ਦੇ ਖਿਲਾਫ, ਮੁੰਡੇ ਖਿਲਾਫ ਜਾਂ ਕੁੜੀ ਖਿਲਾਫ। ਉਸ ਮੈਟਰੀਮੋਨੀਅਲ ਕੇਸ ਦੇ ਵਿੱਚ ਵੀ ਟਾਈਮਲੀ ਰਿਪਰੈਜ਼ੈਂਟੇਸ਼ਨ ਦਿੱਤੀ ਜਾਵੇ। ਮੇਰੀ ਇੱਕ ਸਾਰੇ NRI ਭੈਣ ਭਰਾ ਗੱਲ ਧਿਆਨ ਨਾਲ ਸੁਣ ਲੈਣ, ਜਦੋਂ ਵੀ ਉਹਨਾਂ ਨੂੰ ਕਿਸੇ ਵੀ ਪੁਲਿਸ ਮਹਿਕਮੇ ਤੋਂ ਫੋਨ ਆਵੇ, ਔਰ ਆਪਣੇ ਕਿਸੇ ਵੀ ਵਕੀਲ ਨਾਲ ਪ੍ਰੋਪਰ ਸਲਾਹ ਕਰਕੇ ਸਹੀ ਜਵਾਬ ਦੇਣਾ ਬਹੁਤ ਜ਼ਰੂਰੀ ਹੈ, ਔਰ ਉਹਦਾ ਫੋਲੋ ਅਪ ਕਰਨਾ ਵੀ ਬਹੁਤ ਜ਼ਰੂਰੀ ਹੈ। ਜੇ ਫੋਲੋ ਅਪ ਨਹੀਂ ਕੀਤਾ ਜਾਏਗਾ ਤਾਂ ਝੂਠਾ ਕੇਸ ਵੀ ਮੰਨ ਲਓ ਦਰਜ ਹੋ ਗਿਆ ਤੇ ਕੇਸ ਤਾਂ ਕੇਸ ਹੈ,
ਇਹ ਹੁਣ ਝੂਠਾ ਕਿ ਸੱਚਾ ਕੋਰਟ 'ਚ ਪ੍ਰੂਵ ਕਰਨਾ ਪੈਂਦਾ। ਸਾਨੂੰ ਯਾਦ ਹੈ ਮਲਨ ਜੀ 2 ਕੁ ਦਿਨ ਪਹਿਲਾਂ ਸਾਨੂੰ ਨਿਊਜ਼ ਐਂਡ ਵਿਊਜ਼ ਲਾਈਵ ਪ੍ਰੋਗਰਾਮ ਦੇ ਵਿੱਚ ਇੱਕ ਕਾਲ ਆਈ ਸੀ ਤੇ ਉਹਨਾਂ ਨੇ ਆਪਣੀ ਨੂੰਹ ਦੇ ਮਸਲੇ ਨੂੰ ਚੁੱਕਿਆ ਸੀ। ਮੈਂ ਚਾਹਾਂਗੀ ਜੇਕਰ ਉਹ ਇਹ ਪ੍ਰੋਗਰਾਮ ਦੇਖ ਰਹੇ ਨੇ ਤਾਂ ਸਾਨੂੰ ਲਾਈਵ ਇਸ ਪ੍ਰੋਗਰਾਮ 'ਚ ਕਾਲ ਕਰ ਸਕਦੇ ਨੇ ਕਿਉਂਕਿ ਲੀਗਲ ਮੈਟਰਸ ਉੱਤੇ ਹੀ ਅਸੀਂ ਡਿਸਕਸ਼ਨ ਅੱਜ ਕਰ ਰਹੇ ਹਾਂ। ਸੋ ਆਪਣੇ ਦਰਸ਼ਕਾਂ ਨੂੰ ਕਹਾਂਗੇ ਲਾਈਵ ਪ੍ਰੋਗਰਾਮ ਹੈ, ਐਨਆਰਆਈਜ਼ ਆਪਣਾ ਕੋਈ ਵੀ ਮਸਲਾ ਡਿਸਕਸ ਕਰਨਾ ਚਾਹੁੰਦੇ ਨੇ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਸੋ ਉਹਨਾਂ ਨੇ ਕਿਹਾ ਸੀ, ਕਹਿੰਦੇ ਕਿ ਜਦੋਂ ਤੁਸੀਂ ਮੈਰਿਜ ਡਿਸਪਿਊਟ ਦੀ ਗੱਲ ਕੀਤੀ ਹੋਣੀ, ਉਹਨਾਂ ਨੇ ਕਿਹਾ ਕਿ ਪਿੱਛੇ ਇੰਡੀਆ ਵਿੱਚ ਉਹ ਆਪਣੀ ਬੇਟੀ ਦੀ ਮੈਰਿਜ ਕਰਕੇ ਆਏ ਸੀ। ਉੱਥੇ ਡਾਟਰ ਇਨ ਲਾਅ ਦੀ ਖਰਚ ਸਾਰਾ ਉਹਨਾਂ ਨੇ ਕੀਤਾ, ਉਹਦੀ ਸਟੱਡੀ ਦਾ। ਉਸ ਤੋਂ ਬਾਅਦ ਜਦੋਂ ਇੰਡੀਆ ਦੀ ਲੜਕੀ ਸੀ ਤੇ ਇੱਥੋਂ ਦਾ ਲੜਕਾ ਸੀ, ਉਸ ਤੋਂ ਬਾਅਦ ਜਦੋਂ ਵਾਪਸ ਲੜਕੀ ਦਾ ਵੀਜ਼ਾ ਲੱਗਦਾ ਹੈ ਉਸਨੂੰ ਇੱਥੇ ਲੈ ਕੇ ਆਉਂਦਾ ਤੇ ਉਸ ਤੋਂ ਕੁਝ ਦਿਨਾਂ ਬਾਅਦ ਹੀ ਮਹਿਜ਼ ਜਦੋਂ ਲੜਕੀ ਨੂੰ ਪੀਆਰ ਕਾਰਡ ਮਿਲ ਜਾਂਦਾ ਆ ਤਾਂ ਉਹ ਲੜਕੇ ਤੇ ਉਹਦੀ ਫੈਮਿਲੀ ਦੇ ਉੱਤੇ ਡਿਸਪਿਊਟ ਦਾ ਕੇਸ ਪਾ ਕੇ ਤੇ ਹੁਣ ਉਹਨਾਂ ਨੂੰ ਜਿਹੜਾ ਉਹਨਾਂ ਦੇ ਬੇਟੇ ਨੂੰ ਅੰਦਰ ਕਰਵਾਇਆ ਗਿਆ ਵਾ। ਸੋ ਇਹਦੇ ਬਾਰੇ ਵਿੱਚ ਮੈਂ ਗੱਲ ਕਰਾਂਗੀ ਜ਼ਰੂਰ। ਪਹਿਲਾਂ ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਜੀ ਭੈਣ ਜੀ, ਸਤਿ ਸ੍ਰੀ ਅਕਾਲ। ਤੇ ਮੈਂ ਨਾ ਇੱਕ ਬੇਨਤੀ ਹੈ, ਤੁਸੀਂ ਐਨਆਰਆਈ ਦੀ ਡਿਬੇਟ ਚੱਲ ਰਹੀ ਮੱਲਨ ਸਾਹਿਬ ਦੇ ਨਾਲ, ਬੇਨਤੀ ਇਹ ਆ ਵੀ ਜਿਹੜੇ ਹੁਣ ਐਨਆਰਆਈ ਬਾਹਰ ਬੈਠੇ ਸਾਡੀਆਂ ਪ੍ਰਾਪਰਟੀਆਂ ਇੰਡੀਆ ਚ ਆ ਕੇ ਅਸੀਂ ਉਹ ਪ੍ਰਾਪਰਟੀਆਂ ਰੈਂਟਲ ਕਰਨੀਆਂ ਚਾਹੁੰਦੇ ਹਾਂ। ਜਦੋਂ ਅਸੀਂ ਰੈਂਟਲ ਕਰਦੇ ਹਾਂ ਤੇ ਇਹ ਸਾਨੂੰ ਕਹਿੰਦੇ ਤੁਸੀਂ ਕਿਸੇ ਦੇ ਨਾਂ ਦੇ ਵਕਾਲਤਨਾਮਾ ਲਾ ਕੇ ਭੇਜੋ ਜਾਂ ਪਾਵਰ ਆਫ ਅਟਾਰਨੀ ਦਿਓ। ਵੀ ਕੀ ਐਨਆਰਆਈ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਮੱਲਨ ਸਾਹਿਬ ਰਾਹੀਂ ਵੀ ਕੀ ਉਹ ਜਿਹੜੇ ਕੰਟਰੈਕਟ ਆ ਐਨਆਰਆਈ ਬਾਹਰ ਬੈਠੇ ਕਿਉਂ ਨਾ ਐਗਜ਼ੀਕਿਊਟ ਕਰਨ, ਕਿਉਂ ਕਿਸੇ ਨੂੰ ਹੱਥ ਵੱਢ ਕੇ ਦੇਣ ਫਿਰ ਤੀਜੇ ਬੰਦੇ ਨੂੰ ਪਾਵਰ ਆਫ ਅਟਾਰਨੀ ਦੇਣ। ਵੀ ਸਾਨੂੰ ਇੰਡੀਆ ਤੋਂ ਜਾਣਾ ਪਵੇ, ਜਿਵੇਂ ਹੁਣ ਕੋਵਿਡ ਚੱਲਦਾ ਪਿਆ ਅਸੀਂ ਇੰਡੀਆ ਨਹੀਂ ਜਾ ਸਕਦੇ ਤੇ ਅਸੀਂ ਉਹ ਪ੍ਰਾਪਰਟੀਆਂ ਖਾਲੀ ਵੀ ਰੱਖੀਆਂ ਚਾਹੁੰਦੇ ਕਿਉਂਕਿ ਜਿਵੇਂ ਵੈਕਸੀਨੇਸ਼ਨ ਚੱਲ ਰਿਹਾ ਇੰਡੀਆ ਦੇ ਵਿੱਚ, ਜਿਵੇਂ ਡਰੱਗ ਮਾਫੀਆ ਚੱਲ ਰਿਹਾ, ਵੀ ਸਾਡੀਆਂ ਖਾਲੀ ਪ੍ਰਾਪਰਟੀਆਂ ਅਸੀਂ ਨਹੀਂ ਰੱਖਣੀਆਂ ਚਾਹੁੰਦੇ, ਉਹਨੂੰ ਅਸੀਂ ਆਕੂਪਾਈ ਵੀ ਰੱਖਣੀਆਂ ਚਾਹੁੰਦੇ ਹਾਂ। ਪਰ ਸਾਡੇ ਕੰਟਰੈਕਟ ਇੱਥੋਂ ਬੈਠੇ ਐਗਜ਼ੀਕਿਊਟ ਹੋਣ। ਅਸੀਂ ਇੰਡੀਆ ਤੋਂ ਜਾਈਏ, ਅਸੀਂ 2000 ਦੀ ਟੈਕਸ ਲਾ ਕੇ ਉੱਥੇ ਪੈਸੇ ਠੇਕੇ ਤੇ ਮਿਲਦੇ ਨਹੀਂ, ਉਹਦੇ ਤੇ ਕੰਟਰੈਕਟ ਤੇ ਜਿੰਨੇ ਜਿਹੜੇ ਹੈਗੇ ਜਿੰਨੇ ਪੈਸੇ ਅਸੀਂ ਖਰਾਬ ਕਰਨ ਰਸਤੇ ਦੇ ਵਿੱਚ, ਅਸੀਂ ਇੰਡੀਆ ਨਹੀਂ ਜਾਣਾ ਚਾਹੁੰਦੇ। ਇੱਥੇ ਇੰਡਸਟਰੀਆਂ ਹੈਗੀਆਂ, ਸਾਡੇ ਕੰਟਰੈਕਟ ਇੱਥੋਂ ਐਗਜ਼ੀਕਿਊਟ ਕੀਤੇ ਜਾਣ, ਸਾਨੂੰ ਇੰਡੀਆ ਨਾਲ ਜਾਣਾ ਪਵੇ ਨਾ ਜੀ ਕਿਸੇ ਨੂੰ ਪਾਵਰ ਆਫ ਅਟਾਰਨੀ ਦੇਣਾ ਚਾਹੁੰਦੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ ਮੱਲਨ ਸਾਹਿਬ। ਕੀ ਬਹੁਤ ਵਧੀਆ ਭਾਜੀ ਨੇ ਬਹੁਤ ਵਧੀਆ ਮੁੱਦਾ ਉਠਾਇਆ। ਸੋ ਸਭ ਤੋਂ ਪਹਿਲਾਂ ਤੇ ਮੈਂ ਇੱਕ ਗੱਲ ਦੱਸਾਂ, ਪਾਵਰ ਅਟਾਰਨੀ ਦੀ ਭਾਜੀ ਨੇ ਗੱਲ ਕੀਤੀ। ਪਾਵਰ ਅਟਾਰਨੀ ਐਟਮ ਬੰਬ ਹੈ, ਕਦੀ ਵੀ ਕਿਸੇ ਨੂੰ ਨਹੀਂ ਦੇਣਾ। ਪਰ ਪਾਵਰ ਅਟਾਰਨੀ ਜਦੋਂ ਵੀ ਦੇਣੀ ਹੈ ਬੜੀ ਸਪੈਸੀਫਿਕ ਦੇਣੀ ਹੈ। ਉਹਦੇ ਵਿੱਚ ਹੱਕ ਹਦੂਦ ਜਿਹੜੇ ਵੀ ਤੁਸੀਂ ਪਾਵਰ ਅਟਾਰਨੀ ਹੋਲਡਰ ਨੂੰ ਦੇਣੇ ਹੈ ਉਹ ਬੜੇ ਲਿਮਟਿਡ ਔਰ ਬੜੇ ਤਰੀਕੇ ਨਾਲ ਸੋਚ ਸਮਝ ਕੇ ਦੇਣੇ। ਹੁਣ ਜਿੱਥੋਂ ਤੱਕ ਰਹੀ ਕੰਟਰੈਕਟ ਲਿਖਣ ਦੀ ਗੱਲ, ਇਹ ਇੱਕ ਲਾਅ ਹੈ ਬੜਾ ਸਿੰਪਲ ਭਾਜੀ ਕਿ ਜਦੋਂ ਵੀ ਤੁਸੀਂ ਕੋਈ ਕੰਟਰੈਕਟ ਲਿਖਦੇ ਹੋ ਉਹ ਜਿੱਥੇ ਵੀ ਬਹਿ ਕੇ ਲਿਖਿਆ ਜਾਂਦਾ ਹੈ ਉਹ ਚੀਜ਼ ਹੁੰਦੀ ਹੈ। ਪਰ ਇਹਦੇ ਵਿੱਚ ਮੈਂ ਇੱਕ ਹੋਰ ਵਧੀਆ ਗੱਲ ਦੱਸ ਦਿੰਦਾ ਤੁਹਾਨੂੰ, ਜਦੋਂ ਵੀ ਤੁਸੀਂ ਕਿਰਾਏਨਾਮਾ ਲਿਖਣਾ ਹੈ, ਮੰਨ ਲਓ ਤੁਸੀਂ ਕੈਨੇਡਾ ਬੈਠਿਆਂ ਹੀ ਲਿਖਣਾ ਚਾਹੁੰਦੇ ਹੋ ਜੀ, ਤੇ ਉਹਦਾ ਇੱਕ ਬੜਾ ਵਧੀਆ ਤਰੀਕਾ ਹੈ। ਉਹਦਾ ਤਰੀਕਾ ਨੰਬਰ 1, ਤੁਸੀਂ ਸਭ ਤੋਂ ਪਹਿਲਾਂ ਜਿਹੜਾ ਕਿਰਾਇਆ ਲੈਣਾ ਹੈ ਉਹਨੂੰ ਆਪਣੇ ਬੈਂਕ ਦੇ ਖਾਤੇ 'ਚ ਕਿਰਾਇਆ ਲਵੋ। ਨੰਬਰ 1, ਉਹ ਆਪਣੇ ਕਿਰਾਏਨਾਮੇ 'ਚ ਸ਼ਬਦ ਲਿਖੋ ਕਿ ਮਿਸਟਰ ਏ ਇੰਨੇ ਸਕੁਅਰ ਫੁੱਟ ਦੀ ਮੇਰੀ ਥਾਂ ਕਿਰਾਏ ਤੇ ਲੈ ਰਿਹਾ, ਇਸ ਬਿਲਡਿੰਗ ਵਿੱਚੋਂ ਲੈ ਰਿਹਾ, ਇੰਨਾ ਪੋਰਸ਼ਨ ਡਿਫਾਈਨ ਕਰੋ। ਉਹ ਪੋਰਸ਼ਨ ਦੇ ਵਿੱਚੋਂ ਇੰਨਾ ਕਿਰਾਇਆ ਆਏਗਾ ਔਰ ਇਹ ਕਿਰਾਇਆ ਹਰ ਮਹੀਨੇ ਦੀ ਇੰਨੀ ਤਰੀਕ ਨੂੰ ਖਾਤੇ 'ਚ ਜਮ੍ਹਾਂ ਕਰਾਏਗਾ। ਸੋ ਸਭ ਤੋਂ ਪਹਿਲਾਂ ਤੇ ਉਹ ਖਾਤਾ ਨੰਬਰ ਰੱਖੋ ਆਪਣਾ। ਔਰ ਅੱਜ ਕੱਲ ਬੈਂਕਾਂ ਵਿੱਚ ECS ਫਾਰਮ, ECS ਮੈਂਡੇਟ ਫਾਰਮ ਸਟੈਂਪ ਹੋ ਜਾਂਦਾ ਹੈ ਕਿ ਸੁਨੀਲ ਕੁਮਾਰ ਨੇ ਤਰਨਜੀਤ ਮੈਡਮ ਦੀ ਪ੍ਰਾਪਰਟੀ ਰੈਂਟ ਤੇ ਲਿੱਤੀ ਇੰਡੀਆ 'ਚ। ਮੈਂ ਆਪਣੇ ਬੈਂਕ ਕੋਲ ਜਾਵਾਂਗਾ, ਪੂਰਾ ਤੁਹਾਡਾ ਫਾਰਮ ਭਰਾਂਗਾ ਜਿਹਦੇ ਵਿੱਚ ਮੇਰਾ ਨਾਮ ਹੋਏਗਾ, ਤੁਹਾਡਾ ਨਾਮ, ਤੁਹਾਡੇ ਬੈਂਕ ਦੀ ਡਿਟੇਲ, IFSC ਕੋਡ, ਸਾਰਾ ਕੁਝ ਹੋਏਗਾ। ਬੈਂਕ ਉੱਥੋਂ ਪਹਿਲਾਂ 1 ਰੁਪਿਆ ਟ੍ਰਾਂਸਫਰ ਕਰਕੇ ਪੁੱਛੇਗਾ ਮੈਡਮ ਤਰਨਜੀਤ ਤੁਹਾਡੇ ਅਕਾਊਂਟ 'ਚ 1 ਰੁਪਿਆ ਆ ਗਿਆ। ਦੈਨ ਉਹ ECS ਫਾਰਮ ਨੂੰ ਟਿਕ ਕਰ ਦੇਗਾ, ਸਾਈਨ ਕਰਕੇ ਦੇ ਦੇਗਾ। ਉਹ ECS ਫਾਰਮ ਤਰਨਜੀਤ ਮੈਡਮ ਆਪਣੇ ਕੋਲ ਰੱਖ ਲੈਣਗੇ ਔਰ ਆਪਣੇ ਬੈਂਕ ਨੂੰ ਦੇ ਦੇਣਗੇ। ਔਰ ਜਿੰਨੇ ਮਹੀਨਿਆਂ ਲਈ ਉਹਦੇ ਤੇ ਭਰਿਆ ਹੋਇਆ ਹੈ ਕਿ ਮੰਨ ਲਓ 50,000 ਰੁਪਇਆ ਕਿਰਾਇਆ ਆਉਣਾ ਹੈ, ਉਹ ਮੇਰੇ ਅਕਾਊਂਟ 'ਚੋਂ ਆਟੋਮੈਟਿਕਲੀ ਕੱਟ ਕੇ ਉਸ ਤਰੀਕ ਨੂੰ ਤਰਨਜੀਤ ਮੈਡਮ ਦੇ ਖਾਤੇ 'ਚ ਚਲਾ ਜਾਏਗਾ। ਉਹਦੇ 'ਚ ਕੋਈ ਰੌਲੇ ਵਾਲੀ ਗੱਲ ਨਹੀਂ। ਦੂਜਾ ਮੈਂ ਕਹੂੰਗਾ ਕਿ NRI ਦੀਆਂ ਪ੍ਰਾਪਰਟੀਆਂ ਸੇਫ ਕਰਨ ਲਈ ਜਿਹਨੂੰ ਵੀ ਤੁਸੀਂ ਰੈਂਟ ਤੇ ਦਿੰਦੇ ਹੋ ਉਹਦੇ ਕੋਲੋਂ ਚੈੱਕ ਲਵੋ 5 ਲੱਖ ਦਾ, 10 ਲੱਖ ਦਾ ਸਿਕਿਉਰਿਟੀ ਦਾ। ਕਿਰਾਏਨਾਮੇ ਲਈ ਕਿਸੇ ਚੰਗੇ ਐਡਵੋਕੇਟ ਨੂੰ ਹਾਇਰ ਕਰੋ, ਐਨਗੇਜ ਕਰੋ, ਉਹਨਾਂ ਕੋਲ ਕਿਰਾਏਨਾਮਾ ਲਿਖਵਾਓ ਪ੍ਰੋਪਰ ਐਜ਼ ਪਰ ਰੈਂਟ ਐਕਟ ਜਿਹੜਾ ਲੇਟੈਸਟ ਨਿਕਲਿਆ। ਔਰ ਰੈਂਟ ਐਕਟ ਦੀ ਪੂਰੀ ਸਟੈਂਪ ਡਿਊਟੀ ਪੇ ਕਰੋ। ਸਟੈਂਪ ਡਿਊਟੀ ਕਿੰਨੀ ਹੈ ਇਹ ਵੀ ਮੈਂ ਆਪਣੇ ਭੈਣ ਭਰਾਵਾਂ ਨੂੰ ਦੱਸ ਦਿੰਦਾ। ਮੰਨ ਲਓ ਲੱਖ ਰੁਪਏ ਮਹੀਨਾ ਕਿਰਾਇਆ ਮੇਰੀ ਪ੍ਰਾਪਰਟੀ ਦਾ, ਸਾਲ ਦਾ 12 ਲੱਖ ਰੁਪਏ ਬਣਿਆ, 12 ਲੱਖ ਦਾ 3% ਬਣਿਆ 36,000 ਰੁਪਇਆ। 36,000 ਰੁਪਏ ਸਟੈਂਪ ਡਿਊਟੀ ਲੱਗੇਗੀ, ਕੰਪਿਊਟਰ ਫੀਸ, ਬਾਕੀ ਫੀਸਾਂ 3-4 ਹਜ਼ਾਰ ਲੱਗਣਗੀਆਂ।
ਸੋ 40,000 42,000 ਰੁਪਏ 'ਚ ਤੁਹਾਡਾ ਕਿਰਾਏਨਾਮਾ ਰਜਿਸਟਰਡ ਹੋਏਗਾ ਔਰ ਉਹ ਵੈਲਿਡ ਹੋਏਗਾ। ਕੁਝ ਲੋਕ ਹੁਣ ਕੀ ਕਰਦੇ ਨੇ 11 ਮਹੀਨੇ ਦਾ ਕਿਰਾਇਆ ਲਿਖਦੇ ਨੇ। ਤੇ ਜਦੋਂ 11 ਮਹੀਨੇ ਦਾ ਤੁਸੀਂ ਕਿਰਾਇਆ ਲਿਖਦੇ ਹੋ, ਅੱਜ ਕੱਲ ਜਿਹੜੀ ਲੇਟੈਸਟ ਰੈਂਟ ਐਕਟ ਹੈ ਉਹਦੇ ਚੋਂ 11 ਮਹੀਨੇ ਵਾਲਾ ਕਿਰਾਇਆ ਇਨਵੈਲਿਡ ਹੈ। ਇਹ 30 ਈਸਟ ਪੰਜਾਬ ਐਕਟ ਦੇ ਮੁਤਾਬਕ ਇਹ ਕਿਰਾਇਆਨਾਮਾ ਲਿਖਿਆ ਜਾਂਦਾ ਸੀ, ਪਰ ਇਹਦੇ ਵਿੱਚ ਜਨਰਲੀ ਸਟੈਂਪ ਡਿਊਟੀ ਬਚਾਉਣ ਲਈ ਉਹ 11 ਮਹੀਨੇ ਦਾ ਕਿਰਾਇਆ ਲਿਖਿਆ ਜਾਂਦਾ ਹੈ। 11 ਮਹੀਨੇ ਦਾ ਕਿਰਾਇਆ ਇੰਨਾ ਰਹੇਗਾ ਕਿਉਂਕਿ 1 ਸਾਲ ਪੂਰਾ ਹੀ ਨਹੀਂ ਹੋਇਆ ਤੇ ਸਟੈਂਪ ਡਿਊਟੀ ਬਚਾਈ ਜਾਂਦੀ ਹੈ। ਹੁਣ ਰਹਿ ਗਈ ਪਾਵਰ ਅਟਾਰਨੀ ਦੀ ਗੱਲ ਕਿ ਫੋਰਨ 'ਚ ਬੈਠਿਆ ਤੁਸੀਂ ਕਿਵੇਂ ਕਿਰਾਏ ਤੇ ਦੇ ਸਕੋ। ਜਿਹੜਾ ਵੀ ਕਿਰਾਏਦਾਰ ਤੁਹਾਡਾ ਇੰਡੀਆ 'ਚ ਤੁਹਾਡੇ ਕੋਲ ਕਿਰਾਇਆ ਤੇ ਲੈਣਾ ਚਾਹੁੰਦਾ ਹੈ, ਇੱਕ ਅੱਛੇ ਐਡਵੋਕੇਟ ਨੂੰ ਇੰਗੇਜ ਕਰਕੇ ਇੱਕ ਪ੍ਰੋਪਰ ਆਫਰ ਬਣਵਾਓ। ਮੇਰੀ ਗੱਲ ਧਿਆਨ ਨਾਲ ਸੁਣੋ ਜੀ। ਆਫਰ ਫॉर ਰੈਂਟ ਉਹ ਬੰਦਾ ਸੁਨੀਲ ਮੱਲਨ ਇੰਡੀਆ ਤੋਂ ਇੱਕ ਆਪਣੀ ਆਫਰ ਬਣਾਏਗਾ ਕਿ ਮੈਂ ਤਰਨਜੀਤ ਮੈਡਮ ਦੀ ਪ੍ਰਾਪਰਟੀ ਜਿਹੜੀ ਚੰਡੀਗੜ੍ਹ ਸੈਕਟਰ ਇੰਨੇ 'ਚ ਆ ਸਿਚੁਏਟਿਡ ਹੈ, ਉਹਦੇ ਵਿੱਚੋਂ ਇੰਨਾ ਪੋਰਸ਼ਨ ਮੈਂ ਰੈਂਟ ਤੇ ਲੈਣਾ ਚਾਹਨਾ ਤੇ ਮੈਨੂੰ ਇੰਨੇ ਰੁਪਏ ਕਿਰਾਇਆ ਮਨਜ਼ੂਰ ਹੈ, ਆਹ ਸ਼ਰਤਾਂ ਮਨਜ਼ੂਰ ਹੈ। ਜਿਹੜੇ ਵੀ ਤੁਹਾਡੀਆਂ ਸ਼ਰਤਾਂ ਨੇ, ਜਿਹੜੇ ਹੱਕ ਦੂਦ ਨੇ ਤੁਹਾਡੇ ਮਨਜ਼ੂਰ ਕਰਕੇ ਉਹ ਕਿਰਾਇਆ, ਉਹ ਜਿਹੜਾ ਆਫਰ ਫॉर ਰੈਂਟ ਹੈ, ਉਹ ਚੀਜ਼ ਤੁਹਾਨੂੰ ਕੈਨੇਡਾ ਭੇਜੇ ਹਾਰਡ ਕਾਪੀ ਸਾਈਨ ਕਰਕੇ ਥਰੂ ਰਜਿਸਟਰਡ ਪੋਸਟ। ਉਹਦੇ ਬੇਸ ਤੇ ਤੁਸੀਂ ਉਹਦੀ ਅਸੈਪਟੈਂਸ ਲੈਟਰ ਬਣਾਓਗੇ ਕਿ ਆਹ ਜਿਹੜਾ ਨੋਟਰਾਈਜ਼ ਹੋ ਕੇ ਜਾਂ ਮੈਜਿਸਟ੍ਰੇਟ ਕੋਲ ਅਟੈਸਟ ਹੋ ਕੇ ਥਰੂ ਐਡਵੋਕੇਟ ਇਹ ਜਿਹੜੀ ਮੈਨੂੰ ਆਫਰ ਆਈ ਹੈ, ਇਹ ਆਫਰ ਮੈਨੂੰ ਇਹਨਾਂ ਸ਼ਰਤਾਂ ਤੇ ਮਨਜ਼ੂਰ ਹੈ। ਜੇ ਤੈਨੂੰ ਉਹ ਸ਼ਰਤਾਂ ਮਨਜ਼ੂਰ ਨੇ ਵੀ ਕਿਰਾਇਆ ਇੱਥੇ ਪਾਏਗਾ, ਇੰਨੀ ਤਰੀਕ ਨੂੰ ਪਾਏਗਾ, ਬਿਜਲੀ ਦਾ ਬਿੱਲ ਦੇਏਗਾ, ਜਿਹੜੀਆਂ ਵੀ ਸ਼ਰਤਾਂ ਤੁਸੀਂ ਉਹ 'ਚ ਰੱਖਣਾ ਚਾਹੁੰਦੇ ਹੋ, ਜੇ ਉਹ ਸ਼ਰਤਾਂ ਨੂੰ ਮਨਜ਼ੂਰ ਹੋਣ, ਉਹਦੀ ਮਨਜ਼ੂਰੀ ਦੀ ਲੈਟਰ ਉਧਰੋਂ ਬਣਵਾ ਕੇ ਐਮਬੋਸ ਕਰਾ ਕੇ ਐਮਬੈਸੀ ਚੋਂ 2,000-2,500 ਰੁਪਏ ਸਰਕਾਰੀ ਫੀਸ ਲੱਗਦੀ ਹੈ। ਉਹ $25-30 ਉਧਰ ਦੇ ਨੇ, ਇੰਡੀਆ 'ਚ ਵੀ 2,500-3,000 ਫੀਸ ਲੱਗਦੀ ਹੈ। ਉਹ ਚੀਜ਼ ਐਮਬੋਸ ਹੋ ਕੇ ਥਰੂ ਅਟਾਰਨੀ, ਤੁਹਾਡੇ ਐਡਵੋਕੇਟ ਅਟਾਰਨੀ ਦੇ ਥਰੂ ਉਸ ਬੰਦੇ ਨੂੰ ਮਿਲ ਜਾਵੇ ਔਰ ਉਹ ਬੰਦਾ ਉਹਨੂੰ ਐਜ਼ ਏ ਕਿਰਾਏਨਾਮਾ ਇਸਤੇਮਾਲ ਕਰ ਸਕਦਾ ਹੈ ਔਰ ਉਹ ਉਹਦੇ ਤੇ ਆਪਣੇ ਕੰਮ ਕਰ ਸਕਦਾ ਹੈ। ਸੋ ਕਿਉਂਕਿ ਦੋ ਬੰਦੇ ਇਕੱਠੇ ਐਟ ਏ ਟਾਈਮ ਨਹੀਂ ਹੈਗੇ ਤੇ ਕੰਟਰੈਕਟ ਮੰਨ ਲਓ ਇੰਡੀਆ 'ਚ ਬਣਿਆ ਤੇ ਜਿਹੜਾ ਸੈਲਰ, ਜਿਹੜਾ ਲੈਂਡਲॉर्ड ਹੈ, ਉਹਦੇ ਸਾਈਨ ਤੋਂ ਬਿਨਾਂ ਇੱਥੇ ਕਿਸੇ ਨੇ ਉਹਨੂੰ ਅਟੈਸਟ ਨਹੀਂ ਕਰਨਾ। ਔਰ ਮੰਨ ਲਓ ਉਹ ਇੰਡੀਆ ਦੀ ਜਗ੍ਹਾ ਉਹਨੂੰ ਕੈਨੇਡਾ ਭੇਜੇਗਾ ਸਾਈਨ ਕਰਕੇ ਵਾਪਸ ਆਵੇ, ਫਿਰ ਵੀ ਉਹਨੂੰ ਕਿਸੇ ਨੇ ਜੈਨੂਅਨ ਬੰਦੇ ਨੇ ਤੇ ਅਟੈਸਟ ਨਹੀਂ ਕਰਨਾ ਕਿਉਂਕਿ ਕੱਲ ਨੂੰ ਲੈਂਡਲॉर्ड ਕਹੇ ਮੈਂ ਤੇ ਇੰਡੀਆ ਆਇਆ ਹੀ ਨਹੀਂ, ਐਸ ਡੇਟ ਨੂੰ ਮੰਨ ਲਓ ਚੰਡੀਗੜ੍ਹੋਂ ਮੈਂ ਟੈਸਟ ਕਰਾਇਆ, ਤਰਨਜੀਤ ਮੈਡਮ ਕੈਨੇਡਾ ਬੈਠੇ, ਮੈਂ ਇੰਡੀਆ ਬੈਠਾ, ਮੈਂ ਇੱਥੋਂ ਪ੍ਰੋਪਰ ਬਣਾ ਕੇ ਤੁਹਾਨੂੰ ਆਪਣੇ ਸਾਈਨ ਕਰਕੇ ਭੇਜਿਆ, ਤੁਸੀਂ ਉਧਰੋਂ ਸਾਈਨ ਕਰਕੇ ਮੈਨੂੰ ਭੇਜਤਾ, ਇੰਡੀਆ 'ਚ ਮੈਂ ਉਹਨੂੰ ਟੈਸਟ ਕਰਾ ਲਿਆ, ਮੰਨ ਲਓ ਆਪਣੇ ਰਸੂਖ ਨਾਲ ਕਰਾ ਲਿਆ, ਪਰ ਉਹ ਵੈਲਿਡ ਹੀ ਨਹੀਂ ਹੈ ਕਿਉਂਕਿ ਜਿਹੜਾ ਬੰਦਾ ਦੂਸਰੀ ਪਾਰਟੀ ਉਹ ਤੇ ਇੰਡੀਆ 'ਚ ਹੀ ਨਹੀਂ ਆਇਆ, ਉਸ ਤਰੀਕ ਨੂੰ ਟੈਸਟ ਕਿਵੇਂ ਹੋਇਆ ਤੇ ਕੱਲ ਨੂੰ ਇੱਕ ਪੰਗਾ ਪੈ ਸਕਦਾ। ਸੋ ਤਰੀਕਾ ਹੋਈ ਹੈ ਕਿ ਆਫਰ ਮੰਗਾਓ, ਉਹਨੂੰ ਅਸੈਪਟ ਕਰੋ, ਸ਼ਰਤਾਂ ਲਿਖੋ, ਆਪਣੀ ਅਸੈਪਟੈਂਸ ਭੇਜੋ ਤੇ ਉਹਦੇ ਉੱਤੇ ਉਹਨੂੰ ਕਹੋ ਕਿ ਯੈਸ ਨਾਓ ਆਈ ਅਸੈਪਟ ਦਿਸ ਤੇ ਰੈਂਟ ਤੁਸੀਂ ਆਪਣਾ ਆਪਣੇ ਕਿਰਾਏ ਉਹਦੇ ਚ ਲਵੋ ਬੈਂਕ 'ਚ, ਤੇ ਰੌਲਾ ਖਤਮ ਹੈ ਜੀ। ਸੁਨੀਲ ਜੀ, ਇਹਦੇ ਵਿੱਚ ਨਾ ਇੱਕ ਥੋੜਾ ਜਿਹਾ ਇਹ ਵੀ ਸਵਾਲ ਜ਼ਰੂਰ ਹੁੰਦਾ ਕਿਉਂਕਿ ਜਿਵੇਂ ਇੱਥੋਂ ਦੀ ਗੱਲ ਕੀਤੀ ਜਾਵੇ ਤਾਂ ਕਿਰਾਏਦਾਰਾਂ ਦੇ ਕੋਲ ਰਾਈਟਸ ਬਹੁਤ ਨੇ ਕਿ ਤੁਸੀਂ ਛੇਤੀ ਉਹਨਾਂ ਨੂੰ ਕੱਢ ਨਹੀਂ ਸਕਦੇ ਹੈਗੇ। ਜੇ ਕੋਈ ਐਨਆਰਆਈ ਉੱਥੇ ਭਾਰਤ ਵਿੱਚ ਆਪਣੀ ਪ੍ਰਾਪਰਟੀ ਜੇਕਰ ਦਿੰਦਾ, ਰੈਂਟ ਤੇ ਦਿੰਦਾ, ਕੱਲ ਨੂੰ ਕੋਈ ਇਹ ਤਾਂ ਨਹੀਂ ਹੁੰਦਾ ਦਿਮਾਗ ਦੇ ਵਿੱਚ ਇਹ ਚੀਜ਼ਾਂ ਬਹੁਤ ਆਉਂਦੀਆਂ ਵੀ ਕਿਰਾਏਦਾਰਾਂ ਨੂੰ ਕੱਢਣਾ ਬਹੁਤ ਔਖਾ ਆ, ਕੱਲ ਨੂੰ ਕੋਈ ਦੱਬ ਵੀ ਸਕਦਾ ਸਾਡੀ ਪ੍ਰਾਪਰਟੀ, ਚਾਹੇ ਇਹ ਸਾਰਾ ਕੁਝ ਲੀਗਲ ਕਰ ਲਿਆ ਜਾਵੇ, ਕੱਲ ਨੂੰ ਇਹ ਤਾਂ ਨਹੀਂ ਹੋਏਗਾ ਕਿ ਲੀਗਲ ਹੋਣ ਦੇ ਬਾਵਜੂਦ ਕੱਲ ਨੂੰ ਕੋਈ ਉਹਨਾਂ ਨੂੰ ਐਵੇਂ ਦਾ ਖਤਰਾ ਹੋਏਗਾ ਜਾਂ ਕਿਰਾਏਦਾਰ ਕੱਢ ਕੇ ਉਹ ਕਿਸੇ ਹੋਰ ਨੂੰ ਰੱਖਣਾ ਚਾਹੁੰਦੇ ਆ ਜਾਂ ਆਪਣੇ ਕਿਸੇ ਰਿਲੇਟਿਵ ਨੂੰ ਦੇਣਾ ਚਾਹੁੰਦੇ ਆ ਜਾਂ ਵੇਚਣਾ ਵੀ ਚਾਹੁੰਦੇ ਆ ਤਾਂ ਕੱਲ ਨੂੰ ਇਸ ਚੀਜ਼ ਨੂੰ ਲੈ ਕੇ ਕੋਈ ਪ੍ਰੋਬਲਮ ਨਹੀਂ ਆਏਗੀ। ਬਿਲਕੁਲ ਤੁਸੀਂ ਠੀਕ ਸਵਾਲ ਪੁੱਛਿਆ। ਇਹਦੇ ਵਿੱਚ ਜਦੋਂ ਕੰਟਰੈਕਟ ਬਣਦਾ ਜਾਂ ਕਿਰਾਏਨਾਮਾ ਬਣਦਾ ਹੈ, ਉਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ 5 ਜਾਂ 10 ਲੱਖ ਰੁਪਏ ਦਾ ਇੱਕ ਚੈੱਕ ਲੈਣਾ ਹੈ ਜਿਹਨੂੰ ਤੁਸੀਂ ਬਿਲਡਿੰਗ ਕਿਰਾਏ ਤੇ ਦੇਣੀ ਹੈ ਔਰ ਉਹਦੇ ਵਿੱਚ ਲਿਖਣਾ ਹੈ ਕਿ ਜੇ ਲਿਟੀਗੇਸ਼ਨ ਅਰਾਈਜ਼ ਹੋਈ ਉਹ 'ਚ ਪਹਿਲਾਂ ਤੇ ਖਾਲੀ ਕਰਨ ਦਾ ਸਮਾਂ ਦਿੱਤਾ ਹੋਊਗਾ ਕਿ ਮੈਂ ਤੁਹਾਨੂੰ 2 ਮਹੀਨੇ ਦਾ ਸਮਾਂ ਦਊਂਗਾ ਫਰੋਮ ਦੀ ਡੇਟ ਆਫ ਨੋਟਿਸ, ਤੇ ਤੁਸੀਂ ਪਹਿਲਾਂ ਤੇ ਨੋਟਿਸ ਦਿਓ ਕਿ 2 ਮਹੀਨੇ ਦੇ ਅੰਦਰ ਅੰਦਰ ਖਾਲੀ ਕਰ। ਔਰ ਜੇ ਉਹਦੇ 'ਚ ਲਿਖਿਆ ਜਾਏਗਾ ਕਿਰਾਏਨਾਮੇ 'ਚ ਕਿ ਜੇ ਤੂੰ ਖਾਲੀ ਨਹੀਂ ਕਰਦਾ ਕਿਸੇ ਤਰੀਕੇ ਵੀ ਮੈਨੂੰ ਲੀਗਲ ਲਿਟੀਗੇਸ਼ਨ ਐਂਟਰ ਕਰਨਾ ਪਏਗਾ ਤੇ ਮੈਂ 10 ਲੱਖ ਦਾ ਚੈੱਕ ਕੈਸ਼ ਕਰਾਊਂਗਾ, ਉਹ 10 ਲੱਖ ਦਾ ਚੈੱਕ ਤੇ ਬਾਉਂਸ ਹੀ ਹੋਣਾ ਨਾ ਜੀ। ਜਦੋਂ 10 ਲੱਖ ਦਾ ਚੈੱਕ ਬਾਉਂਸ ਹੋਣਾ, ਤੁਸੀਂ ਚੈੱਕ ਬਾਉਂਸਿੰਗ ਦਾ ਇੱਕ ਹੋਰ ਕੇਸ ਪਾ ਦੇਣਾ, ਕਿੱਥੇ ਬਚੇਗਾ ਬੰਦਾ। ਫਿਰ ਤੁਸੀਂ ਉਹਦੇ ਵਿੱਚ ਲਿਟੀਗੇਸ਼ਨ ਐਕਸਪੈਂਸਿਸ ਤੋਂ ਇਲਾਵਾ ਜੁਰਮਾਨੇ ਲਿਖ ਸਕਦੇ ਹੋ ਕਿ ਜੇ ਮੈਨੂੰ ਲੀਗਲ ਲਿਟੀਗੇਸ਼ਨ 'ਚ ਜਾਣਾ ਪਿਆ ਤੇ ਮੈਂ ਇਹਦੇ ਕੋਲੋਂ 5,000 ਰੁਪਇਆ ਰੋਜ਼ ਦਾ ਜਾਂ 1,000 ਰੁਪਇਆ ਰੋਜ਼ ਦਾ ਜੁਰਮਾਨੇ ਦੇ ਤੌਰ ਤੇ ਲਵਾਂਗਾ। ਸੋ ਉਹ ਸਾਰੀਆਂ ਸ਼ਰਤਾਂ ਐਗਜ਼ੀਕਿਊਟ ਕਰਾਉਣੀਆਂ ਪੈਣਗੀਆਂ, ਰਿਕਵਰੀ ਸੂਟ ਪਾਉਣਾ ਪਏਗਾ, ਤਾਂ ਹੀ ਉਹਦੀ ਜਾਨ ਛੁੱਟੇਗੀ, ਨਹੀਂ ਤਾਂ ਨਹੀਂ ਛੁੱਟੇਗੀ। ਮੋਰ ਓਵਰ ਜਿਹੜੇ ਕਿਰਾਏ ਨੇ, ਕਿਰਾਏ ਦੇ ਤੁਸੀਂ ਚੈੱਕ ਜ਼ਰੂਰ ਲੈ ਲਓ
ਪ੍ਰੋਪਰ ਰੈਂਟ ਦੇ ਚੈੱਕ ਲੈ ਲਓ, ECS ਫਾਰਮ ਤੇ ਲਵੋ ਹੀ ਲਵੋ। ਔਰ ਜੇ ਉਹ ਖਾਲੀ ਨਹੀਂ ਕਰਦਾ ਤੇ ਉਹ ਚੈੱਕ ਬਾਉਂਸ ਕਰਾ ਕੇ ਉਹਦਾ ਵੀ ਕੇਸ ਕਰਨਾ ਬਣਦਾ। ਮੈਂ ਤੁਹਾਨੂੰ ਅਗਲੀ ਵਾਰੀ ਇੱਕ ਕੇਸ ਸਟੱਡੀ ਦਿਖਾਣਾ ਜਿਹਦੇ ਚ 2-2 ਦਿਨ ਦੀ ਵੀ ਤਰੀਕ ਪਈ, 3-3 ਦਿਨ ਦੀ ਵੀ ਤਰੀਕ ਪਈ। ਔਰ ਕਿਰਾਏਦਾਰ ਇੰਨਾ ਕੁ ਦੁਖੀ ਹੋ ਗਿਆ, ਇੰਨਾ ਕੁ ਦੁਖੀ ਹੋ, ਸਿਰਫ 48,000 ਦਾ ਚੈੱਕ ਸੀ ਸਾਡੇ ਕੋਲ, ਔਰ ਇੰਨਾ ਕੁ ਦੁਖੀ ਹੋ ਗਿਆ ਕਿ ਉਹ ਮਕਾਨ ਖਾਲੀ ਕਰਕੇ 7-8 ਮਹੀਨੇ ਬਾਅਦ ਭੱਜ ਗਿਆ। ਸਾਡਾ ਕਿਰਾਇਆ ਮਾਰ ਗਿਆ 7-8 ਮਹੀਨੇ ਦਾ। ਪਰ ਉਹ ਮਤਲਬ ਜਿਵੇਂ ਕੀ ਕਹਾਂ ਹੁਣ, ਮੈਂ ਤੁਹਾਨੂੰ ਬੜਾ ਮਾੜਾ ਸ਼ਬਦ ਵਰਤਣ ਲੱਗਾ ਸੀ, ਗਧੇ ਦੇ ਸਿਰ ਤੋਂ ਸਿੰਘ ਜਿਵੇਂ ਭੱਜਦੇ ਆ, ਸਮਝੋ ਕਿ ਓਦਾਂ ਭੱਜਿਆ। ਅੱਜ ਤੱਕ ਉਹ ਟ੍ਰੇਸੇਬਲ ਨਹੀਂ ਹੈ। ਉਹਨੇ ਮਾਨਯੋਗ ਹਾਈ ਕੋਰਟ 'ਚ ਇੱਕ ਚੈੱਕ ਬਾਉਂਸਿੰਗ ਦੇ ਕੇਸ ਤੇ ਸਟੇ ਲਵਾਈ ਸੀ, ਉਹਦੇ ਵਿੱਚ ਵੀ ਮੈਂ ਉਹਦੇ ID ਪ੍ਰੂਫ ਮੰਗ ਲਏ ਕਿ ਲੇਟੈਸਟ ID ਪ੍ਰੂਫ, ਐਡਰੈਸ ਇਹਦਾ ਬਦਲ ਚੁੱਕਾ, ਨਵੇਂ ਐਡਰੈਸ ਨਾਲ ਆਪਣਾ ਅਮੈਂਡਡ ਮੀਮੋ ਪਾਰਟੀ ਦੇਵੇ। ਹੁਣ ਉਹ ਫਿਰ ਉੱਥੋਂ ਦੌੜੇਗਾ, ਇਹ ਮੇਰੀ ਸ਼ਰਤ ਹੈ, ਮੇਰੀ ਪੱਕੀ ਤੁਹਾਨੂੰ ਮਤਲਬ ਦੱਸ ਦਿੰਦਾ ਕਿ ਇਹ ਉੱਥੋਂ ਵੀ ਭੱਜੇਗਾ। ਸੋ ਜਿਵੇਂ ਹੁਣ ਗੱਲ ਕੀਤੀ ਹੈ, ਸਾਡੇ ਦਰਸ਼ਕਾਂ ਨੇ ਵੀ ਕਾਲ ਆਈ ਹੈ ਇਸ ਚੀਜ਼ ਨੂੰ ਲੈ ਕੇ। ਸਰ ਜਿਵੇਂ ਟ੍ਰਾਂਸਫਰ ਨੂੰ ਲੈ ਕੇ ਵੀ ਥੋੜਾ ਜਿਹਾ ਮੈਂ ਜ਼ਰੂਰ ਗੱਲ ਕਰਨਾ ਚਾਹੂੰਗੀ। ਜੇਕਰ ਉਹ ਆਪਣੀ ਪ੍ਰਾਪਰਟੀ ਕਿਸੇ ਦੇ ਨਾਮ ਟ੍ਰਾਂਸਫਰ ਕਰਨਾ ਚਾਹੁੰਦੇ ਆ ਜਾਂ ਕੁਝ ਵੀ ਕਰਨਾ ਚਾਹੁੰਦੇ ਆ, ਟ੍ਰਾਂਸਫਰ ਕਿੱਦਾਂ ਕੀਤੀ ਜਾ ਸਕਦੀ ਹੈ? ਇਹਦੇ ਲਈ ਵੀ ਕੁਝ ਕਾਨੂੰਨ ਦੇ ਦਾਅ ਪੇਸ਼ ਹੁੰਦੇ ਨੇ। ਟ੍ਰਾਂਸਫਰ ਤੋਂ ਪਹਿਲਾਂ ਮੈਂ ਇੱਕ ਹੋਰ ਮੁੱਦਾ ਦੱਸਦਾ ਕਿ ਮੈਨੂੰ ਵੀ ਅੱਜ ਇੱਕ ਭੈਣ ਜੀ ਦਾ ਫੋਨ ਆਇਆ ਸੀ ਕੱਲ। ਉਹ ਨਾ ਪਤਾ ਮੈਂ ਨਹੀਂ ਦੱਸਣਾ, ਮੈਂ ਸਿਰਫ ਮੁੱਦਾ ਦੱਸਾਂਗਾ ਤੁਹਾਨੂੰ। ਉਹ ਮੁੱਦਾ ਕੀ ਸੀ ਕਿ ਬੰਦਾ ਫੋਰਨ 'ਚ ਹੈ। ਦੋ ਮੁੱਦੇ ਸੁਣਾਉਂਗਾ ਤੁਹਾਨੂੰ। ਲੇਡੀ ਉੱਥੇ ਵਿਜ਼ਟਰ ਵੀਜ਼ੇ ਤੇ ਮੰਗਾ ਕੇ ਉਹਦੇ ਨਾਲ ਵਿਆਹ ਕਰਦਾ ਹੈ, ਇਹ ਪੈਦਾ ਕਰਦਾ ਤੇ ਮੁੜ ਕੇ ਆਪਣੀ ਅਸਾਈਲਮ ਲਾ ਦਿੰਦਾ, ਔਰ ਕੁਝ ਉਹਦੇ 'ਚ ਇਲੀਗਲ ਐਕਟ ਕਰਦਾ ਹੈ। ਫਿਰ ਇੱਕ ਹੋਰ ਕੇਸ ਦੂਸਰਾ ਆਇਆ ਜਿਹਦੇ ਵਿੱਚ ਮਾਂ ਪਿਓ ਦੇ ਜਾਲੀ ਸਾਈਨ ਕਰਕੇ ਗੁਰਦੁਆਰੇ 'ਚ, ਕਿਉਂਕਿ ਉਹ ਕਹਿੰਦੇ ਸੀ ਇੱਥੇ ਕੈਨੇਡਾ ਵਿੱਚ ਲੋਕਾਂ ਨੇ ਘਰਾਂ 'ਚ ਵੀ ਬਾਬਾ ਜੀ ਦਾ ਪ੍ਰਕਾਸ਼ ਕੀਤਾ ਹੈ ਤੇ ਉੱਥੇ ਵਿਆਹ ਕਰਾ ਕੇ ਤੇ ਉੱਥੇ ਹੀ ਉਹ ਕਾਗਜ਼ ਦੇ ਦਿੰਦੇ ਨੇ, ਉਹਨਾਂ ਨੇ ਉੱਥੇ ਡੈਡੀ ਲਾਈ ਹੈ। ਉਹ ਕਹਿੰਦੇ ਵੀ ਸਾਡੇ ਜਾਲੀ ਸਾਈਨ ਕਰਕੇ ਉਸ ਮੁੰਡੇ ਨੇ ਕੁੜੀ ਕੋਲੋਂ ਵਿਆਹ ਕਰਾ ਲਿਆ। ਜੀ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਭੈਣ ਜੀ, ਮੈਂ ਬਲਜਿੰਦਰ ਬੋਲਦਾ ਕੈਲੀਫੋਰਨੀਆ ਤੋਂ। ਜਿਹੜੀ ਇੱਕ ਬੇਨਤੀ ਹੈ ਵੀ ਆਪਾਂ ਨਾ ਜਿਵੇਂ ਸਾਡੀ NRI ਦੀ ਪ੍ਰਾਪਰਟੀ ਪਈ ਹੁੰਦੀ ਇੰਡੀਆ 'ਚ, ਅਸੀਂ ਨਾ CCTV ਕਲੋਜ਼ ਸਰਕਟ TV ਲਵਾ ਲੈਂਦੇ, ਕੈਮਰੇ ਲਵਾ ਲੈਂਦੇ ਆ। ਮਤਲਬ ਕਿ ਅਸੀਂ ਬਾਹਰਲੇ ਕਰਕੇ ਜੀ ਪ੍ਰਾਈਵੇਸੀ ਐਕਟ ਹੈ ਵੀ ਅਸੀਂ ਪ੍ਰਾਈਵੇਸੀ ਕਿਸੇ ਦੀ ਨਹੀਂ ਲੈ ਸਕਦੇ। ਆਪਾਂ ਇੱਥੇ ਨਹੀਂ TV ਦੇ ਲਵਾ ਸਕਦੇ, ਕੈਮਰੇ ਲਵਾ ਸਕਦੇ ਵੀ ਕੀ ਅਸੀਂ ਕੋਈ ਕਾਨੂੰਨ ਨੂੰ ਵਾਇਲੇਟ ਤਾਂ ਨਹੀਂ ਕਰਦੇ ਜੇ ਅਸੀਂ TV ਲਵਾ ਕੇ ਇੱਥੋਂ ਆਪਣਾ ਘਰ ਵਾਚ ਕਰਦੇ ਹਾਂ। ਪ੍ਰਾਈਵੇਟ ਕੈਮਰੇ ਬਾਹਰ ਵੀ ਲੱਗੇ ਹੁੰਦੇ, ਬੁੱਕਸ ਹੁੰਦੇ ਆ ਵੀ ਇਹ ਪ੍ਰਾਈਵੇਸੀ ਦਾ ਸਾਨੂੰ ਕੋਈ ਕੱਲ ਨੂੰ ਕੰਪਲੀਕੇਸ਼ਨ ਤਾਂ ਨਹੀਂ ਆ ਸਕਦੀ। ਇੰਡੀਆ ਆਨੇ ਵੀ ਤੁਸੀਂ ਐਸ ਧਾਰਾ ਦੇ ਦੀ ਤੁਹਾਨੂੰ ਕ੍ਰਾਈਮ ਰਜਿਸਟਰ ਕੀਤਾ, FIR ਲੌਜ ਕੀਤੇ, ਉਸ ਤੋਂ ਪ੍ਰਾਈਵੇਸੀ ਜਿਹੜੀ ਹੈਗੀ ਆ ਦੂਜੇ ਦੀ ਕੰਪਰੋਮਾਈਜ਼ ਕੀਤੀ ਆ, ਵਾਇਲੇਟ ਕੀਤੀ ਆ। ਜੀ ਥੈਂਕ ਯੂ ਸੋ ਮਚ ਜੀ। CCTV ਦੇ ਬਾਰੇ ਵਿੱਚ ਜੀ ਬਹੁਤ ਵਧੀਆ ਸਵਾਲ ਭਾਜੀ ਦਾ, ਬਹੁਤ ਵਧੀਆ ਸਵਾਲ ਭਾਜੀ। ਮੈਂ ਵੀ ਇਸ ਵੇਲੇ ਚੰਡੀਗੜ੍ਹ ਰਹਿ ਰਿਹਾ ਤੇ ਮੇਰਾ ਜੱਦੀ ਘਰ ਅੰਮ੍ਰਿਤਸਰ ਹੈ, ਪੁਤਲੀਗੜ੍ਹ ਇਲਾਕੇ 'ਚ, ਖਾਲਸਾ ਕਾਲਜ ਦੇ ਕੋਲ। ਮੇਰੇ ਵੀ ਘਰ ਦੇ ਵਿੱਚ 6 ਕੈਮਰੇ ਨੇ, 6 ਦੇ ਵੀ 8 ਕੈਮਰੇ ਨੇ। ਔਰ ਕੈਮਰੇ ਵੀ ਕਿਸ ਤਰ੍ਹਾਂ ਲਵਾਏ ਨੇ, ਦੋਨੋਂ ਕੈਮਰੇ ਇੱਕ ਦੂਜੇ ਨੂੰ ਦੇਖਦੇ ਨੇ। ਇੱਕ ਕੈਮਰਾ ਇਸ ਐਂਗਲ ਤੋਂ, ਇੱਕ ਕੈਮਰਾ ਇਸ ਐਂਗਲ ਤੋਂ, ਤਾਂ ਕਿ ਜੇ ਕੋਈ ਬੰਦਾ ਇੱਕ ਕੈਮਰੇ ਨੂੰ ਛੇੜੇਗਾ ਤਾਂ ਦੂਜੇ ਕੈਮਰੇ ਦੀ ਨਿਗਰਾਨੀ 'ਚ ਆ ਜਾਏਗਾ, ਫੜਿਆ ਜਾਏਗਾ ਵੀ ਇੱਥੇ ਕੈਮਰੇ 'ਚੋਂ ਆ ਗਿਆ। ਹੁਣ ਭਾਜੀ ਨੇ ਸਵਾਲ ਪੁੱਛਿਆ ਪ੍ਰਾਈਵੇਸੀ ਦਾ। ਬਾਥਰੂਮ, ਬੈਡਰੂਮ, ਇਹ 2 ਕਮਰੇ ਆ, 2 ਥਾਵਾਂ ਤੇ ਕੈਮਰਾ ਨਹੀਂ ਹੋਣਾ ਚਾਹੀਦਾ। ਜਿੱਥੋਂ ਕਿਤੋਂ ਵੀ ਕੋਈ ਲੇਡੀ ਜਾਂ ਜੈਂਟਸ ਨਿਕਲੇ ਜਿਹਦੇ ਵਿੱਚ ਉਹ ਅੱਧ ਕੱਪੜਿਆਂ 'ਚ ਹੋਵੇ, ਉਹਦੀ ਪ੍ਰਾਈਵੇਸੀ ਬ੍ਰੀਚ ਨਾ ਹੁੰਦੀ ਹੋਵੇ, ਤੁਸੀਂ ਪ੍ਰਾਈਵੇਸੀ ਕੈਟਾਗਰੀ 'ਚ ਉਹ ਕੈਮਰੇ ਨਹੀਂ ਆਉਂਦੇ। ਕਿਸੇ ਕਿਸਮ ਦਾ ਤੁਹਾਡੇ ਤੇ ਕੇਸ ਨਹੀਂ ਹੋ ਸਕਦਾ। ਜੇ ਤੁਸੀਂ ਉਹਦੇ ਬੈਡਰੂਮ 'ਚ, ਪ੍ਰਾਈਵੇਟ ਰੂਮ 'ਚ, ਜਾਂ ਤੁਸੀਂ ਉਹਦੇ ਚੇਂਜ ਰੂਮ 'ਚ, ਬੈਡਰੂਮ 'ਚ, ਬਾਥਰੂਮ 'ਚ ਕੋਈ ਐਸਾ ਕੈਮਰਾ ਲਵਾਇਆ ਜਿਹਦੇ ਤੋਂ ਕੋਈ ਵੀ ਨੌਨਸੈਂਸ ਹਰਕਤ ਹੋ ਸਕਦੀ ਹੈ, ਤਾਂ ਡੈਫੀਨੇਟਲੀ ਯੂ ਫਾਲ ਅੰਡਰ ਦੈਟ ਕੈਟਾਗਰੀ। ਅਗਲੀ ਗੱਲ, ਤੁਸੀਂ ਜਿਹੜੇ ਵੀ ਬੰਦੇ ਨੂੰ ਕਿਰਾਏ ਤੇ ਜ਼ਮੀਨ ਦਿੰਦੇ ਹੋ, ਘਰ ਦਿੰਦੇ ਹੋ, ਉਹਦੇ ਨਾਲ ਐਗਰੀਮੈਂਟ 'ਚ ਲਿਖੋ ਕਿ ਮੈਂ ਕਾਮਨ ਏਰੀਆ 'ਚ CCTV ਕੈਮਰੇ ਲਾਏ ਨੇ, ਇਹਨਾਂ ਨੂੰ ਤੁਸੀਂ ਬੰਦ ਨਹੀਂ ਕਰ ਸਕਦੇ। ਔਰ ਆਪਣੇ ਕੋਠੀ ਦੇ ਬਾਹਰ ਤੁਸੀਂ ਲਾ ਸਕਦੇ ਹੋ ਕਿ ਮੈਂ ਆਪਣਾ ਮੇਨ ਗੇਟ, ਮੇਨ ਏਰੀਆ ਅੰਡਰ ਸਰਵੀਲੈਂਸ ਰੱਖਿਆ ਤਾਂ ਕਿ ਤੁਸੀਂ ਕੇਅਰ ਨਾ ਲਾਓ। ਸੋ ਥੋੜੇ ਜਿਹੇ ਪੋਸਟਰ ਲਾ ਦੇਣੇ ਚਾਹੀਦੇ ਆ ਤੁਹਾਨੂੰ ਜਿੱਥੇ ਜਿੱਥੇ ਕੈਮਰਾ ਲਾਇਆ ਤੁਸੀਂ ਕਿ ਯੂ ਆਰ ਅੰਡਰ CCTV ਸਰਵੀਲੈਂਸ। ਔਰ ਉਸ ਤੋਂ ਬਾਅਦ ਉੱਥੇ ਕੋਈ ਕੱਪੜੇ ਲਾਵੇ, ਨੰਗਾ ਹੋ ਜਾਏ, ਕੋਈ ਵੀ ਗੰਦੀ ਹਰਕਤ ਕਰ ਦੇਵੇ, ਤੁਹਾਡੇ ਉੱਤੇ ਕਿਸੇ ਕਿਸਮ ਦਾ ਕੋਈ ਪਰੇਸ਼ਾਨੀ ਜਾਂ ਦਿੱਕਤ ਤੁਹਾਨੂੰ ਨਹੀਂ ਆ ਸਕਦੀ। ਇਹ ਯਾਦ ਰੱਖੋ ਮੇਰੀ ਗੱਲ। ਔਰ ਬਸ ਉਹਦੀ ਪ੍ਰਾਈਵੇਸੀ ਦਾ ਧਿਆਨ ਰੱਖੋ। ਆਪਣੇ ਦਰਵਾਜ਼ਿਆਂ ਤੇ, ਮੇਨ ਏਰੀਆ 'ਚ ਲਿਖ ਸਕਦੇ ਹੋ ਕਿ ਤੁਸੀਂ ਯੂ ਆਰ ਅੰਡਰ ਸਰਵੀਲੈਂਸ। ਸਰਵੀਲੈਂਸ ਦਾ ਤੁਸੀਂ ਲਿਖਦੇ ਹੋ, ਨੋ ਪ੍ਰੋਬਲਮ। ਜੀ ਬਿਲਕੁਲ। ਤੇ ਆਪਾਂ ਵਾਪਸ ਆਪਣੇ ਟੌਪਿਕ ਦੇ ਉੱਤੇ ਆਈਏ। ਤੁਸੀਂ ਗੱਲ ਕਰ ਰਹੇ ਸੀ ਇੱਕ ਮੈਡਮ ਦੇ ਕੇਸ ਦੀ ਐਗਜ਼ਾਮਪਲ ਦੇ ਰਹੇ ਸੀ। ਹਾਂ, ਉਹ ਐਗਜ਼ਾਮਪਲ ਇਹ ਦੇ ਰਿਹਾ ਸੀਗਾ ਕਿ ਉਹ ਕਹਿੰਦੇ ਕਿ ਮੇਰੇ ਬੱਚਿਆਂ ਨੇ ਮਤਲਬ ਮੁੰਡਾ ਕੁੜੀ ਛੱਡ ਦਿੰਦੇ ਆ, ਮਾਂ ਪਿਓ ਦੇ ਝੂਠੇ ਸਾਈਨ ਕਰਾ ਕੇ ਲੋਕਲ ਕੈਨੇਡਾ ਦੇ ਗੁਰਦੁਆਰੇ ਵਿੱਚ ਕਿ
ਮਤਲਬ ਝੂਠਾ ਵਿਆਹ ਕਰਾ ਲਿਆ ਤੇ ਮੈਂ ਕੀ ਕਰ ਸਕਦੀ ਹਾਂ। ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਸਭ ਤੋਂ ਪਹਿਲਾਂ 911 ਤੇ ਇਹਦੀ ਇੰਟੀਮੇਸ਼ਨ ਦੇ ਦਿਓ ਕਿ ਤੁਹਾਡੇ ਬੱਚੇ ਨੇ ਤੁਹਾਡੇ ਜਾਲੀ ਫੋਰਜ ਸਾਈਨ ਕੀਤੇ ਆ। ਦੂਜਾ CBSE ਨੂੰ ਦੇ ਦਿਓ ਕਿ ਜਿਹੜਾ ਮੈਰਿਜ ਸਰਟੀਫਿਕੇਟ ਆ ਉਹਦੇ ਤੇ ਸਾਡੇ ਸਾਈਨ ਨਹੀਂ ਹੋਏ ਤੇ ਪਲੱਸ ਪੈਰਵਾਈ ਕਰਨ ਲਈ ਹੋਰ ਜਿਹੜੇ 1-2 ਡਿਪਾਰਟਮੈਂਟ ਉਹਨਾਂ ਨੂੰ ਸੁਜੈਸਟ ਕੀਤੇ ਗਏ ਕਿ ਆਪਣੇ ਵੱਲੋਂ ਪ੍ਰੋਪਰ ਅੰਡਰਟੇਕਿੰਗ ਬਣਾ ਕੇ ਡਿਪਾਰਟਮੈਂਟਾਂ ਨੂੰ ਭੇਜ ਦਿਓ ਤੇ ਆਪਣੇ ਆਪ ਕਾਰਵਾਈ ਹੋ ਜਾਏਗੀ। ਫੋਰਜ ਸਾਈਨ ਕਰਨਾ ਅਮਾਉਂਟਸ ਟੂ 420 ਹੈ ਜੀ, ਧੋਖਾਧੜੀ ਹੈ, ਜਾਲਸਾਜ਼ੀ ਹੈ, ਉਹਦੀ ਪਨਿਸ਼ਮੈਂਟ ਕਾਫੀ ਹੈਗੀ ਹੈ ਜੀ। ਸੋ ਤੁਸੀਂ ਟ੍ਰਾਂਸਫਰ ਆਫ ਪ੍ਰਾਪਰਟੀ ਦੀ ਗੱਲ ਕੀਤੀ ਸੀ ਕਿ ਪ੍ਰਾਪਰਟੀ ਟ੍ਰਾਂਸਫਰ ਜੇ ਕੋਈ ਕਰਾਉਣਾ ਚਾਹੇ ਤਾਂ ਉਹਦੇ ਲਈ ਕੀ ਕੁਝ ਕਰਨਾ ਪੈਂਦਾ। ਬਿਲਕੁਲ ਜੀ, ਬਹੁਤ ਵੱਡਾ ਟੌਪਿਕ ਤੁਸੀਂ ਛੇੜਿਆ, ਇਹਦੇ ਲਈ ਬਿਲਕੁਲ ਸੈਪਰੇਟ ਚੈਪਟਰ ਚਲਾਵਾਂਗੇ, ਪਰ ਫਿਰ ਵੀ ਅੱਜ ਮੈਂ ਓਵਰਵਿਊ ਜ਼ਰੂਰ ਦਿੰਦਾ। ਪ੍ਰਾਪਰਟੀ ਟ੍ਰਾਂਸਫਰ ਦੇ 2-3 ਤਰੀਕੇ ਨੇ। ਨੰਬਰ 1, ਇੰਟਰਸਟੇਟ ਡੈਥ। ਮੰਨ ਲਓ ਮੇਰੀ ਡੈਥ ਅਚਾਨਕ ਹੋ ਜਾਂਦੀ ਹੈ, ਮੈਂ ਵਸੀਅਤ ਨਹੀਂ ਲਿਖੀ, ਇੰਟਰਸਟੇਟ ਡੈਥ ਹੋ ਜਾਂਦੀ ਤੇ ਫਿਰ ਕੀ ਪ੍ਰੋਸੀਜਰ ਹੈ। ਜੇ ਵਿਲ ਲਿਖੀ ਹੈ ਤੇ ਫਿਰ ਕੀ ਪ੍ਰੋਸੀਜਰ ਹੈ। ਜੇ ਮੇਰੇ ਜਿੰਨੇ ਜੀ ਮੈਂ ਆਪਣੀ ਪ੍ਰਾਪਰਟੀ ਆਪਣੇ ਬੱਚਿਆਂ 'ਚ ਵੰਡੀ ਹੈ, ਉਹਦੀ ਰਜਿਸਟਰੀਆਂ ਕਰਾਈਆਂ, ਕਬਜ਼ੇ ਦਿੱਤੇ ਆ, ਤੇ ਫਿਰ ਕੀ ਪ੍ਰੋਸੀਜਰ ਹੈ। ਤਾਂ ਡਿਫਰੈਂਟ ਪ੍ਰੋਸੀਜਰ ਦੇ ਹਿਸਾਬ ਨਾਲ ਡਿਫਰੈਂਟ ਲੜਾਈ ਲੜਨੀ ਹੈ। ਔਰ ਟ੍ਰਾਂਸਫਰ ਆਫ ਪ੍ਰਾਪਰਟੀ ਬੜੀ ਈਜ਼ੀ ਹੈ, ਹੋ ਜਾਂਦੀ ਹੈ, ਤਰੀਕੇ ਨੇ ਉਹਨਾਂ ਨੂੰ ਕਰਨ ਦੇ ਕੰਮ ਪਰ ਉਹਦੇ ਲਈ ਸਾਨੂੰ ਕਾਫੀ ਕੁਝ ਦੇਖਣਾ ਪੈਂਦਾ ਹੈ। ਸੋ ਟ੍ਰਾਂਸਫਰ ਆਫ ਪ੍ਰਾਪਰਟੀ ਲਈ ਸਭ ਤੋਂ ਜ਼ਰੂਰੀ ਗੱਲ ਕੀ ਹੈ ਕਿ ਜੇ ਮੰਨ ਲਓ ਇੰਟਰਸਟੇਟ ਡੈਥ ਵੀ ਹੈ, ਸੋ ਤੁਸੀਂ ਸਭ ਤੋਂ ਪਹਿਲਾਂ ਆਪਣੀ ਪਰਿਵਾਰ ਦਾ ਇੱਕ ਫੈਮਿਲੀ ਟਰੀ ਬਣਾਉਣਾ, ਜਿਹਨੂੰ ਪੰਜਾਬੀ 'ਚ ਆਪਾਂ ਕੁਰਸੀਨਾਮਾ ਕਹਿੰਦੇ ਆ। ਕਿ ਮੰਨ ਲਓ ਤੁਹਾਡੇ ਦਾਦਾ ਜੀ ਦੀ ਮ੍ਰਿਤੂ ਹੋਈ ਹੈ ਤੇ ਦਾਦਾ ਜੀ ਦੀ ਵਾਈਫ, ਦਾਦੀ ਤੁਹਾਡੀ, ਉਹਨਾਂ ਦੇ ਬੱਚੇ, ਕਿਸੇ ਵੇਲੇ ਘਰ ਦੇ ਵੱਡੇ ਬਜ਼ੁਰਗ ਨੇ 2 ਵਿਆਹ ਵੀ ਕਰਾਏ ਹੁੰਦੇ ਨੇ ਤੇ ਦੂਸਰੇ ਵਿਆਹ ਦਾ ਕੀ ਪ੍ਰੂਫ ਹੈ, ਕੀ ਉਹਦੀ ਅਥੈਂਟਿਸਿਟੀ ਦੇਖਣਾ ਪੈਂਦਾ ਹੈ। ਕਿਸੇ ਵੇਲੇ ਵਿਆਹ ਦੇ ਵਿੱਚ ਲੇਡੀ ਦੇ ਨਾਲ ਪਿਛਲੇ ਘਰ ਤੋਂ ਬੱਚੇ ਆਏ ਹੁੰਦੇ ਨੇ, ਉਹਨਾਂ ਚੀਜ਼ਾਂ ਦੇ ਉਹਨਾਂ ਦੇ ਹੱਕ ਦੇਖਣੇ ਪੈਂਦੇ ਨੇ। ਕਿਸੇ ਵੇਲੇ ਕੋਈ ਮਾਂ ਪਿਓ ਨੇ ਬੱਚਾ ਅਡਾਪਟ ਕੀਤਾ ਹੁੰਦਾ ਹੈ, ਉਹਦੇ ਹੱਕ ਦੇਖਣੇ ਪੈਂਦੇ ਨੇ। ਸੋ ਸਾਰੇ ਹੱਕ ਦੇਖਣ ਤੋਂ ਬਾਅਦ ਉਹਦੇ ਦੇ ਪ੍ਰੋਸੈਸ ਦੀ ਗੱਲ ਕੀਤੀ ਜਾਂਦੀ ਹੈ। ਪਰ ਜੇ ਮੈਂ ਨਾਰਮਲ ਗੱਲ ਕਰਾਂ ਤੇ ਬੜੇ ਸਾਫ਼ ਸੁਥਰੇ ਸਿੰਪਲ ਤਰੀਕੇ ਨਾਲ ਆਪਣਾ ਕੁਰਸੀਨਾਮਾ ਬਣਾਓ ਔਰ ਆਪਣੇ ਪੂਰੇ ਪਰਿਵਾਰ ਵੱਲੋਂ ਜੇ ਕੋਈ ਡਿਸਪਿਊਟ ਨਹੀਂ ਹੈ, ਇੱਕ ਐਪਲੀਕੇਸ਼ਨ ਮੂਵ ਕਰਨੀ ਹੈ ਤੁਸੀਂ ਕੰਸਰਨਡ ਅਥਾਰਟੀ ਨੂੰ। ਜੇ ਤੁਹਾਡੀ ਪਿੰਡੂ ਹੈ ਤੇ ਤੁਸੀਂ SDM ਨੂੰ ਚਿੱਠੀ ਮੂਵ ਕਰਨੀ ਹੈ। ਜੇ ਤੁਹਾਡੀ ਪ੍ਰਾਪਰਟੀ ਸ਼ਹਿਰੀ ਹੈ ਤੇ ਸਟੇਟ ਆਫਿਸ ਨੂੰ ਤੁਸੀਂ ਚਿੱਠੀ ਮੂਵ ਕਰਨੀ ਹੈ ਆਪਣੀ ਐਪਲੀਕੇਸ਼ਨ ਅਲੋਂਗ ਵਿਦ ਕੁਰਸੀਨਾਮਾ, ਅਲੋਂਗ ਵਿਦ ਐਫੀਡੇਵਿਟ ਕਿ ਮੇਰੇ ਪਿਤਾ ਜੀ ਦੀ ਮ੍ਰਿਤੂ ਹੋ ਗਈ ਹੈ, ਉਹਨਾਂ ਦੇ ਵਾਰਸ ਬਚੇ ਨੇ, ਇਹਨਾਂ ਤਿੰਨਾਂ ਵਾਰਸਾਂ ਦੀ ਪ੍ਰਾਪਰਟੀ, ਇਹਨਾਂ ਤਿੰਨਾਂ ਵਾਰਸਾਂ ਦੀ ਇਹਨਾਂ ਦੀ ਪ੍ਰਾਪਰਟੀ ਤਿੰਨ, ਮਤਲਬ ਪਿਤਾ ਜੀ ਦੀ ਪ੍ਰਾਪਰਟੀ 3 ਵਾਰਸਾਂ ਦੇ ਵਿੱਚ ਵੰਡ ਦਿੱਤੀ ਜਾਵੇ। ਜੋ ਪ੍ਰਾਪਰਟੀ ਵੰਡ ਦਿੱਤੀ ਔਰ ਉਸ ਹਿਸਾਬ ਨਾਲ ਟ੍ਰਾਂਸਫਰ ਹੋ ਜਾਏਗੀ ਜੀ। ਸੁਨੀਲ ਜੀ, ਇਹਦੇ ਵਿੱਚ ਜਿਵੇਂ ਤੁਸੀਂ ਟ੍ਰਾਂਸਫਰ ਦੀ ਗੱਲ ਕੀਤੀ ਨਾ, ਮੇਰੇ ਥੋੜੇ ਜਿਹੇ ਦਿਮਾਗ ਦੇ ਵਿੱਚ ਕੁਝ ਹੋਰ ਕੁਐਸਚਨਸ ਵੀ ਆ ਰਹੇ ਨੇ। ਜਿਵੇਂ ਕਿ ਬਹੁਤ ਵੱਡਾ ਇਹ ਟੌਪਿਕ ਆ ਗੱਲਬਾਤ ਕਰਨ ਨੂੰ, ਪਰ ਆਪਣਾ ਸਮਾਂ ਬਹੁਤ ਥੋੜਾ ਰਹਿ ਗਿਆ। ਮੈਂ ਵੀ ਜ਼ਰੂਰ ਜਾਣਨਾ ਚਾਹੂੰਗੀ ਕਿ ਇਹਦਾ ਵੀ ਕੋਈ ਹੱਲ ਹੋ ਸਕਦਾ, ਕਿਉਂਕਿ ਇਹ ਵੀ ਮਾਮਲੇ ਬਹੁਤ ਦੇਖਣ ਨੂੰ ਮਿਲਦੇ ਨੇ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਫਾਦਰ ਦੇ ਕੋਲ ਭਾਰਤ ਵਿੱਚ ਵੀ ਪ੍ਰਾਪਰਟੀ ਹੈ ਤੇ ਇੱਥੇ ਬਾਹਰ ਵਿਦੇਸ਼ ਦੇ ਵਿੱਚ ਵੀ ਪ੍ਰਾਪਰਟੀ ਹੈ। ਅਜਿਹੇ ਵਿੱਚ ਜਦੋਂ ਵੰਡ ਦਾ ਸਮਾਂ ਆਉਂਦਾ ਹੈ ਤੇ ਕਈ ਵਾਰੀ ਇਹ ਕੀਤਾ ਜਾਂਦਾ ਕਿ ਜਿਹੜੇ ਇੰਡੀਆ ਵਿੱਚ ਰਹਿੰਦੇ ਨੇ ਉਹਨਾਂ ਨੂੰ ਇੰਡੀਆ ਦੀ ਪ੍ਰਾਪਰਟੀ ਦੇ ਦਿੱਤੀ ਤੇ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਨੂੰ ਇੱਥੋਂ ਦੀ ਪ੍ਰਾਪਰਟੀ ਦੇ ਦਿੱਤੀ। ਕਿ ਇਹਦੇ ਵਿੱਚ ਵੀ ਦੋਵਾਂ ਦੇ ਵਿੱਚ ਬਰਾਬਰ ਦਾ ਹਿੱਸਾ ਹੋਣਾ ਚਾਹੀਦਾ ਹੈ, ਜਾਂ ਇਹ ਜਿਹੜਾ ਪ੍ਰਾਪਰਟੀ ਦੇਣ ਵਾਲਾ ਵਾ ਉਹਦੇ ਉੱਤੇ ਜਾਂ ਉਹਦੀ ਬਿੱਲ ਦੇ ਉੱਤੇ ਡਿਪੈਂਡ ਕਰਦਾ, ਤੇ ਜੇ ਬਾਈ ਚਾਂਸ ਉਹ ਕੋਈ ਬਿੱਲ ਤਿਆਰ ਨਹੀਂ ਕਰਦੇ ਤਾਂ ਫਿਰ ਇਹ ਵੰਡ ਕਿੱਦਾਂ ਹੋਵੇ? ਦੇਖੋ ਜੀ, ਬੜੀ ਸਿੰਪਲ ਜੀ ਗੱਲ ਦੱਸ ਦਿੰਦਾ। ਜੇ ਤੇ ਪ੍ਰਾਪਰਟੀ ਮੈਂ ਖੁਦ ਕਮਾਈ ਹੈ, ਸੁਨੀਲ ਮੱਲਨ ਨੇ ਕਮਾਈ ਹੈ ਔਰ ਮੇਰੇ 3 ਬੱਚੇ ਹੈ, ਇੱਕ ਕੈਨੇਡਾ, ਇੱਕ ਅਮਰੀਕਾ ਤੇ ਇੱਕ ਇੰਡੀਆ, ਉਹ ਮੇਰੀ ਮਰਜ਼ੀ ਹੈ ਮੈਂ ਸਾਰੀ ਪ੍ਰਾਪਰਟੀ ਇੱਕੋ ਨੂੰ ਦੇ ਦਾਂ, ਉਹ ਮੇਰੀ ਮਰਜ਼ੀ ਹੈ ਸਾਰੀ ਪ੍ਰਾਪਰਟੀ ਮੈਂ ਦੂਜੇ ਨੂੰ ਦੇ ਦਾਂ, ਤੀਜੇ ਨੂੰ ਦੇ ਦਾਂ, ਜਾਂ ਤਿੰਨਾਂ 'ਚ ਬਰਾਬਰ ਵੰਡਦਾ। ਉਹ ਮੇਰੀ ਮਰਜ਼ੀ ਹੈ ਕਿ ਮੈਂ ਆਪਣੀ ਪ੍ਰਾਪਰਟੀ ਕੈਨੇਡਾ ਵਾਲੀ ਕੈਨੇਡਾ ਵਾਲੇ ਮੁੰਡੇ ਨੂੰ ਦੇ ਦਾਂ, ਅਮਰੀਕਾ ਵਾਲੀ ਕੁੜੀ ਨੂੰ ਦੇ ਦਾਂ ਤੇ ਇੰਡੀਆ ਵਾਲੀ ਇੰਡੀਆ ਨੂੰ ਦੇ ਦਾਂ। ਜਦੋਂ ਤੇ ਪ੍ਰਾਪਰਟੀ ਜਰ ਖਰੀਦ ਹੈ, ਯਾਨੀ ਕਿ ਮੈਂ ਖੁਦ ਖਰੀਦੀ ਹੈ ਔਰ ਮੇਰੀ ਮਰਜ਼ੀ ਹੈ ਮੈਂ ਕਿਹਨੂੰ ਦੇਵਾਂ। ਔਰ ਜੇ ਉਹ ਪ੍ਰਾਪਰਟੀ ਮੈਨੂੰ ਐਂਸੈਸਟਰਲ ਮਿਲੀ ਹੈ ਤੇ ਫਿਰ ਉਹ ਪ੍ਰਾਪਰਟੀ ਮੈਨੂੰ ਬਰਾਬਰ ਹਿੱਸਿਆਂ 'ਚ ਵੰਡਣੀ ਪਏਗੀ, ਜਾਂ ਕੈਨੇਡਾ ਦੀ ਪ੍ਰਾਪਰਟੀ ਦੀ ਕੀਮਤ ਪਾਈ ਜਾਏਗੀ, ਇੰਡੀਆ ਦੀ ਪ੍ਰਾਪਰਟੀ ਦੀ ਕੀਮਤ ਜਾਏਗੀ, ਡਿਫਰੈਂਸ ਇੱਕ ਦੂਜੇ ਨੂੰ ਪੇ ਕੀਤਾ ਜਾਏਗਾ। ਸੋ ਮੇਰਾ ਰਾਈਟ ਮੇਰੀ ਪ੍ਰਾਪਰਟੀ ਤੇ ਹੈ ਜਾਂ ਮੇਰੇ ਫਾਦਰ ਦੀ ਪ੍ਰਾਪਰਟੀ ਤੇ ਮੇਰਾ ਰਾਈਟ ਹੈ, ਮੇਰੇ ਦਾਦੇ ਦੀ ਪ੍ਰਾਪਰਟੀ ਤੇ ਮੇਰਾ ਰਾਈਟ ਘੱਟ ਹੈ, ਮੇਰੇ ਬੱਚਿਆਂ ਦਾ ਉਸ ਪ੍ਰਾਪਰਟੀ ਤੇ ਰਾਈਟ ਜ਼ਿਆਦਾ ਹੈ। ਜੇ ਪਰਦਾਦੇ ਦੀ ਪ੍ਰਾਪਰਟੀ ਤੇ ਰਾਈਟ ਅਗਲੇ ਬੱਚਿਆਂ ਦਾ ਜ਼ਿਆਦਾ ਹੈ, ਜੇ ਉਹ ਐਂਸੈਸਟਰ 'ਚ ਮਿਲੀ ਹੈ ਤੇ ਪਰਦਾਦੇ ਦੀ ਪ੍ਰਾਪਰਟੀ ਤੇ ਬੱਚਿਆਂ ਦਾ ਰਾਈਟ, ਯਾਨੀ ਕਿ ਪਰਪੋਤਰਿਆਂ ਦਾ ਰਾਈਟ ਜ਼ਿਆਦਾ ਹੈ। ਮੇਰੇ ਫਾਦਰ ਦੀ ਪ੍ਰਾਪਰਟੀ ਤੇ ਮੇਰਾ ਰਾਈਟ ਜ਼ਿਆਦਾ, ਮੇਰੇ ਬੱਚਿਆਂ ਦਾ ਉਸ ਪ੍ਰਾਪਰਟੀ ਤੇ ਰਾਈਟ ਨਹੀਂ। ਮੈਂ ਕਿਸੇ ਮੰਦਿਰ, ਗੁਰਦੁਆਰੇ
ਜਾਂ ਕਿਸੇ ਵੀ ਸੰਸਥਾ ਨੂੰ ਦਾਨ ਦੇ ਜਾਣਾ ਦੇ ਸਕਦਾ, ਮੇਰੀ ਮਰਜ਼ੀ ਹੈ। ਪ੍ਰਾਪਰਟੀ ਦਾ ਬੜਾ ਸਿੰਪਲ ਫਾਰਮੂਲਾ ਤੁਹਾਨੂੰ ਦੱਸਦਾ ਜੀ। ਕਾਲ ਇਹਦੇ ਬਾਰੇ ਗੱਲ ਕਰਾਂਗੇ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਬ੍ਰਹਮਪੁਰ ਤੋਂ ਹੀ ਬੋਲ ਰਹੀ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਡਾ ਵੀ ਲੁਧਿਆਣੇ ਨਾ ਫਲੈਟ ਲਿਆ ਹੋਇਆ ਮੇਰਾ, ਤੇ ਮੈਂ ਆਪਣੇ ਬੇਟੇ ਦੇ ਨਾਂ ਫਿਰ ਜਿਵੇਂ ਮੇਰੇ ਮਰੇ ਤੋਂ ਬਾਅਦ ਚ ਹੋ ਜਵੇ ਹੈ ਨਾ, ਉਹ ਕੀ ਕਰਨਾ ਪਊਗਾ? ਵਕੀਲ ਸਾਹਿਬ ਨੂੰ ਪੁੱਛੋ ਜੀ। ਇੱਕ ਮਿੰਟ ਵੀ ਹੋਲਡ ਕਰਿਓ ਜੀ। ਮਲਨ ਜੀ, ਆਪਾਂ ਮੈਂ ਦੱਸਣ ਲੱਗਾ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਜੀ ਸਰ, ਮੈਂ ਇਸ ਭੈਣ ਜੀ ਨੂੰ ਇਹ ਬੇਨਤੀ ਕਰਦਾ ਕਿ ਉਸ ਪਾਰਟਿਕੂਲਰ ਜਿਹੜਾ ਪਲਾਟ ਹੈ, ਇੱਕ ਤੇ ਉਹ ਮਰਨ ਤੋਂ ਬਾਅਦ ਹੀ ਜੇ ਆਪਾਂ ਦੇਣਾ ਤੇ ਉਹਦੀ ਇੱਕ ਵਸੀਅਤ ਬਣਾ ਸਕਦੇ ਹਾਂ। ਉਹਦੇ ਚ ਸਪੈਸੀਫਿਕ ਵਸੀਅਤ ਹੋਊਗੀ ਕਿ ਮੈਂ ਇਸ ਤੋਂ ਇਲਾਵਾ ਵੀ ਕੋਈ ਵਸੀਅਤ ਕੀਤੀ ਹੈ ਜਾਂ ਨਹੀਂ ਕੀਤੀ, ਲਿਖਿਆ ਜਾਊਗਾ। ਪਰ ਇਹ ਵਾਲੀ ਵਸੀਅਤ ਲੁਧਿਆਣੇ ਦੇ ਇਸ ਫਲੈਟ ਜਾਂ ਇਸ ਮਕਾਨ ਬਾਬਤ ਕਰ ਰਹੀ ਹਾਂ ਕਿ ਆਹ ਫਲੈਟ ਮੇਰੇ ਮਰਨ ਤੋਂ ਬਾਅਦ ਜਿਹਦਾ ਸਰਕਾਰੀ ਨੰਬਰ ਆ ਹੈ, ਉਹਦੇ ਕਾਗਜ਼ਾਂ ਦਾ ਨੰਬਰ ਪਾ ਕੇ ਇੰਨੀ ਤਰੀਕ ਨੂੰ ਮੈਂ ਖਰੀਦਿਆ ਸੀ, ਇਹ ਮੇਰੇ ਮਰਨ ਤੋਂ ਬਾਅਦ ਮੇਰੇ ਇਸ ਪੁੱਤਰ ਦੇ ਨਾਂ ਤੇ ਟ੍ਰਾਂਸਫਰ ਕਰਤਾ ਜਾਵੇ ਔਰ ਉਹਨੂੰ ਐਬਸੋਲੂਟ ਓਨਰ ਬਣਾ ਦਿੱਤਾ ਜਾਵੇ। ਔਰ ਉਹਦੇ ਵਿੱਚ ਬਾਕੀ ਬੱਚਿਆਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਮੇਰਾ ਹਸਬੈਂਡ ਜਿੰਦਾ ਹੈ, ਮੇਰੀ ਬੇਟੀ ਜਿੰਦਾ ਹੈ, ਮੇਰੇ 4 ਬੱਚੇ ਹਨ, 2 ਬੱਚੇ ਹਨ, ਜਿੰਨੇ ਵੀ ਬੱਚੇ ਹਨ, ਪਰ ਉਹਦੇ ਵਿੱਚੋਂ ਆਹ ਵਾਲੀ ਪ੍ਰਾਪਰਟੀ ਸੁਨੀਲ ਕੁਮਾਰ ਮੱਲਣ ਪੁੱਤਰ ਇਹਨੂੰ ਦੇ ਦਿੱਤੀ ਜਾਵੇ। ਮੈਂ ਆਪਣੇ ਲਈ ਨਹੀਂ ਮੰਗ ਰਿਹਾ, ਮੈਂ ਸਿਰਫ ਉਦਾਹਰਨ ਦਿੱਤੀ ਹੈ। ਮੇਰੀ ਭੈਣ ਕਿਤੇ ਵਿੱਚ ਇਹ ਨਾ ਸੋਚਣ ਕਿ ਸੁਨੀਲ ਨੇ ਮੰਗ ਲਈ ਹੈ। ਸੋ ਉਸ ਬੱਚੇ ਦਾ ਪ੍ਰੋਪਰ ਜ਼ਿਕਰ ਕਰਕੇ ਉਹਦਾ ਕੋਈ ਆਈਡੀ ਪ੍ਰੂਫ ਨਾਲ ਇੱਕ ਗੱਲ ਹੋਰ ਦੱਸ ਦਿੰਦਾ, ਇੱਥੇ ਤੁਹਾਨੂੰ ਕੋਈ ਵਕੀਲ ਨਹੀਂ ਦੱਸੇਗਾ, ਉਸ ਬੱਚੇ ਦਾ ਕੋਈ ਵੀ ਆਈਡੀ ਪ੍ਰੂਫ ਲਾ ਕੇ, ਚਾਹੇ ਉਸੇ ਕਾਰਡ ਦਾ ਨੰਬਰ ਪਾ ਦਿਓ ਤਾਂ ਜੋ ਉਹਦੀ ਆਇਡੈਂਟੀਫਿਕੇਸ਼ਨ ਦੇ ਤੌਰ ਤੇ ਉਹਨੂੰ ਕੋਈ ਦਿੱਕਤ ਨਾ ਆਵੇ, ਉਹ ਬਣਾ ਕੇ ਪੱਕੀ ਰਜਿਸਟਰ ਕਰਾ ਦਿਓ। ਹੁਣ ਅਗਲੀ ਗੱਲ, ਮੰਨ ਲਓ ਤੁਸੀਂ ਇੰਡੀਆ ਨਹੀਂ ਆ ਰਹੇ ਵਸੀਅਤ ਬਣਾਉਣ, ਤੁਸੀਂ ਫੋਰਨ ਕੰਟਰੀ ਵਸੀਅਤ ਬਣਾ ਕੇ ਇੰਡੀਅਨ ਐਮਬੈਸੀ ਤੋਂ ਮੋਹਰ ਲਵਾ ਕੇ ਉਹਨੂੰ ਪ੍ਰੋਬੇਟ ਕਰਾ ਕੇ ਵੀ ਐਗਜ਼ੀਕਿਊਟ ਕਰਾ ਸਕਦੇ ਜੇ, ਠੀਕ ਹੈ। ਪਰ ਜੇ ਮੈਂ ਸਭ ਤੋਂ ਸੌਖੀ ਗੱਲ ਦੱਸਾਂ, ਜੇ ਤੁਹਾਡਾ ਬੱਚਾ ਆਗਿਆਕਾਰੀ ਹੈ, ਤੁਸੀਂ ਉਹਨੂੰ ਇੰਡੀਆ ਆ ਕੇ ਉਹਦੇ ਨਾਂ ਤੇ ਟ੍ਰਾਂਸਫਰ ਕਰਾ ਸਕਦੇ ਹੋ। ਬਾਅਦ ਚੋਂ ਵਿਗੜ ਜਾਂਦਾ ਹੈ ਤੇ ਤੁਹਾਨੂੰ ਵਾਪਸ ਲੈਣ ਦਾ ਅਧਿਕਾਰ ਵੀ ਹੋਏਗਾ। ਜੀ ਬਿਲਕੁਲ ਸਰ, ਹੁਣ ਸਮਾਂ ਆਪਣਾ ਆਲਮੋਸਟ ਇਜਾਜ਼ਤ ਲੈਣ ਵੱਲ ਨੂੰ ਹੋ ਚੁੱਕਿਆ ਵਾ, ਪਰ ਆਪਣੇ ਟੌਪਿਕ ਜਿਹੜੇ ਇਸ ਵਕਤ ਕਾਫੀ ਲੰਬੇ ਨੇ, ਜਿਨ੍ਹਾਂ ਨੂੰ ਆਪਾਂ ਵਿਸਥਾਰ ਦੇ ਵਿੱਚ ਜ਼ਰੂਰ ਜਾਣਕਾਰੀ ਦੇਣਾ ਚਾਹਾਂਗੇ। ਸੋ ਨੈਕਸਟ ਐਪੀਸੋਡ ਦੇ ਵਿੱਚ ਆਪਾਂ ਇਹਦੇ ਬਾਰੇ ਵਿੱਚ ਜਾਣਕਾਰੀ ਕਰ ਸਕਦੇ ਹਾਂ, ਕਿਉਂਕਿ ਸਾਨੂੰ ਇਸ ਵਕਤ ਦਰਸ਼ਕ ਲਗਾਤਾਰ ਕਾਲ ਕਰਨੇ ਸ਼ੁਰੂ ਕਰ ਚੁੱਕੇ ਨੇ। ਸੋ ਆਪਣੇ ਦਰਸ਼ਕਾਂ ਨੂੰ ਕਹਾਂਗੇ ਕਿ ਅਸੀਂ ਅਗਲੇ ਸੈਟਰਡੇ ਨੂੰ ਟੋਰਾਂਟੋ ਸਮੇਂ ਦੇ ਮੁਤਾਬਿਕ ਦੁਪਹਿਰ ਦੇ 12 ਤੋਂ ਲੈ ਕੇ 1 ਵਜੇ ਤੱਕ ਲਾਈਵ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ, ਜਿਹਦੇ ਵਿੱਚ ਐਨਆਰਆਈਜ਼ ਦੇ ਮਸਲੇ ਦੇ ਬਾਰੇ ਵਿੱਚ ਅਸੀਂ ਗੱਲਬਾਤ ਕਰਾਂਗੇ। ਤੁਸੀਂ ਉਸ ਵੇਲੇ ਸਾਨੂੰ 12 ਵਜੇ ਤੋਂ ਜਿਹੜੀਆਂ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ, ਕਿਉਂਕਿ ਲਿਮਿਟਡ ਸਮਾਂ ਹੁੰਦਾ ਹੈ, ਜਾਣਕਾਰੀ ਵੀ ਦੇਣੀ ਹੈ ਤੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਣੇ ਆ। ਸੋ 12 ਤੋਂ ਲੈ ਕੇ 1 ਵਜੇ ਤੱਕ ਤੁਸੀਂ ਕਾਲ ਕਰ ਸਕਦੇ ਹੋ ਟੋਰਾਂਟੋ ਸਮੇਂ ਦੇ ਮੁਤਾਬਿਕ। ਇਹ 12 ਤੋਂ 1 ਵਜੇ ਦੇ ਵਿੱਚ ਉਹ ਵੀ ਸੈਟਰਡੇ ਨੂੰ, ਨੈਕਸਟ ਸੈਟਰਡੇ ਨੂੰ। ਸੁਨੀਲ ਜੀ, ਸਮਾਂ ਇਜਾਜ਼ਤ ਲੈਣ ਦਾ ਹੋ ਰਿਹਾ। ਭਾਰਤੀ ਸਮਾਂ ਵੀ ਦੱਸ ਦਿਓ ਕਿ ਰਾਤ ਦੇ 9:30 ਤੋਂ 10:30 ਤੱਕ ਭਾਰਤੀ ਸਮੇਂ ਮੁਤਾਬਕ। ਔਰ ਸਾਡਾ ਜਿਹੜਾ ਇਹ ਚੈਨਲ ਹੈ, ਤੁਸੀਂ YouTube, Facebook ਤੇ ਉਹਨਾਂ ਚੀਜ਼ਾਂ ਤੇ ਵੀ ਕੀ ਨਾਮ ਹੈ ਤੁਹਾਨੂੰ ਜ਼ਿਆਦਾ ਪਤਾ ਮੈਮ, ਉਹ ਵੀ ਅਨਾਉਂਸ ਕਰ ਦਿਓ। ਮੀਡੀਆ ਗਰੁੱਪ 80 ਤੋਂ ਵੱਧ ਮੁਲਕਾਂ ਵਿੱਚ ਦੇਖਿਆ ਜਾਂਦਾ। ਸੋ ਜਿੱਥੇ ਵੀ ਐਨਆਰਆਈਜ਼ ਵਾਸਤੇ ਨੇ ਕੋਈ ਵੀ ਤੁਹਾਡਾ ਮਸਲਾ ਹੈਗਾ ਆ, ਸਾਨੂੰ YouTube ਤੇ ਫੋਲੋ ਕਰ ਸਕਦੇ ਹੋ, ਸਾਨੂੰ Facebook ਤੇ ਫੋਲੋ ਕਰ ਸਕਦੇ ਹੋ, ਸਾਨੂੰ Instagram ਤੇ TikTok ਤੇ ਫੋਲੋ ਤੁਸੀਂ ਕਰ ਸਕਦੇ ਹੋ। ਤੇ ਸਾਡਾ ਅੱਜ ਦਾ ਐਪੀਸੋਡ ਤੁਸੀਂ YouTube ਤੇ Facebook ਤੇ ਵੀ ਨਾਲ ਦੇ ਨਾਲ ਦੇਖ ਸਕਦੇ ਹੋ ਲਾਈਵ। ਤੇ ਜੇਕਰ ਕੋਈ ਤੁਹਾਨੂੰ ਸਵਾਲ ਤੁਹਾਡਾ ਰਹਿ ਗਿਆ ਜਾਂ ਤੁਸੀਂ ਕੁਝ ਪੁੱਛਣਾ ਚਾਹੁੰਦੇ ਸੀ, ਵਿੱਚ ਜਾਣਕਾਰੀ ਦਿੱਤੀ ਗਈ ਆ, ਤੁਸੀਂ ਬੈਕ ਸਕਰੋਲ ਕਰਕੇ ਦੇਖ ਸਕਦੇ ਹੋ। ਸਰ, ਜੇ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਤਾਂ ਕਦੋਂ, ਕਿਵੇਂ, ਕਿੱਥੇ ਕਰ ਸਕਦੇ ਨੇ? ਬਸ ਉਹਨਾਂ ਨੂੰ ਮੇਰੀ ਇੱਕੋ ਹੀ ਬੇਨਤੀ ਹੈ ਕਿ ਭਾਰਤੀ ਸਮੇਂ ਮੁਤਾਬਕ ਸ਼ਾਮ ਦੇ 4 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ, ਇੰਡੀਅਨ ਟਾਈਮ ਦੇ ਮੁਤਾਬਕ ਸ਼ਾਮ ਦੇ 4 ਤੋਂ ਰਾਤੀ 9 ਵਜੇ ਤੱਕ, ਮੰਡੇ ਟੂ ਫਰਾਈਡੇ ਮੈਨੂੰ ਕਾਲ ਕਰ ਸਕਦੇ ਨੇ। ਨਹੀਂ ਤਾਂ ਮੈਨੂੰ WhatsApp ਤੇ ਵੌਇਸ ਮੈਸੇਜ ਭੇਜ ਸਕਦੇ ਨੇ, ਮੈਨੂੰ ਦੇ ਦੇਣਗੇ ਜਦੋਂ ਮੈਸੇਜ ਤੇ ਉਹਨਾਂ ਨੂੰ ਜਵਾਬ ਆ ਜਾਏਗਾ, ਜਾਂ WhatsApp ਤੇ ਵੀਡੀਓ ਕਾਲ ਕਰ ਸਕਦੇ ਨੇ। ਪਰ ਸਮਾਂ ਸ਼ਾਮ ਦੇ 4 ਤੋਂ 9 ਦੇ ਦਰਮਿਆਨ ਹੈ। ਅਪਾਇੰਟਮੈਂਟ ਲੈ ਲੈਣ, ਜੇ ਲੰਬੀ ਗੱਲ ਕਰਨੀ ਹੈ ਕਾਗਜ਼ ਤਿਆਰ ਰੱਖਣ ਔਰ ਕਾਗਜ਼ਾਂ ਦੇ ਨਾਲ ਸੀਕੁਐਂਸ ਤਿਆਰ ਰੱਖਣ ਗੱਲ ਕਰਨ ਦਾ, ਕਿਉਂਕਿ ਬਿਲਕੁਲ ਫੋਨ ਚੁੱਕ ਕੇ ਲਾ ਲੈਂਦੇ ਨੇ, ਫਿਰ ਸੋਚੀ ਪੈ ਜਾਂਦੇ ਨੇ ਵੀ ਗੱਲ ਕਰਨੀ ਕੀ ਸੀ, ਉਹ ਟਾਈਮ ਵੇਸਟ ਹੈ। ਔਰ ਮੈਂ ਇੱਕ ਰਿਕੁਐਸਟ ਕਰਾਂਗਾ ਕਿ ਜਿਹੜਾ ਵੀ ਬੰਦਾ ਰਾਤ ਦੇ ਲੇਟ 12, 1, 2 ਵਜੇ ਫੋਨ ਕਰੇਗਾ ਉਹਨੂੰ ਮੈਂ ਬਲੌਕ ਲਿਸਟ ਪਾ ਦਿੰਦਾ, ਕਿਉਂਕਿ ਜਿਸ ਬੰਦੇ ਨੂੰ ਸਮੇਂ ਦੀ ਕਦਰ ਨਹੀਂ, ਉਹ ਬੰਦੇ ਨੂੰ ਕੋਈ ਨੌਲੇਜ ਦੇਣ ਦਾ ਵੀ ਮੇਰਾ ਹੱਕ ਨਹੀਂ ਹੈ। ਸੋ ਸਮਾਂ ਭਾਰਤੀ ਸਮੇਂ ਮੁਤਾਬਕ 4 ਤੋਂ ਲੈ ਕੇ ਰਾਤ ਦੇ 9 ਵਜੇ ਤੱਕ, ਮੰਡੇ ਟੂ ਫਰਾਈਡੇ। ਕੋਈ ਸਵਾਲ ਪੁੱਛੋ, ਕੋਈ ਗੱਲ ਕਰੋ, ਪ੍ਰੈਫਰ ਕਰੋ ਵੀਡੀਓ ਕਾਲ ਕਰਨ ਦੀ, ਤਾਂ ਜੋ ਆਪਣਾ ਸਾਹਮਣਾ ਹੋ ਸਕੇ, ਗੱਲ ਕਰਕੇ ਮੈਨੂੰ ਕੌਨਫੀਡੈਂਸ ਆਵੇ ਕਿ ਮੈਂ ਸਹੀ ਬੰਦੇ ਨਾਲ ਸਹੀ ਗੱਲ ਕਰ ਰਿਹਾ।
ਜੀ ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਗੱਲਬਾਤ ਕਰਨ ਲਈ, ਸਮਾਂ ਦੇਣ ਦੇ ਲਈ ਤੇ ਮਸਲਿਆਂ ਉੱਤੇ ਜਿਹੜੇ ਆ ਸਾਡੇ ਐਨਆਰਆਈਜ਼ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ। ਥੈਂਕ ਯੂ ਸੋ ਮਚ। ਦੂਸਰੀ ਗੱਲ ਮੈਂ ਇੱਕ ਹੋਰ ਕਹਿਣੀ ਚਾਹੁੰਦਾ ਕਿ ਜੋ ਵੀ ਤੁਸੀਂ ਮੇਰੇ ਨਾਲ ਪਰਸਨਲੀ ਗੱਲ ਕਰੋਗੇ ਉਹ ਟੋਟਲੀ ਸੀਕ੍ਰੀਟ ਔਰ ਟੋਟਲੀ ਕੌਨਫੀਡੈਂਸ਼ੀਅਲ ਰੱਖੀ ਜਾਂਦੀ ਹੈ। ਮੀਡੀਆ ਤੇ ਗੱਲ ਉਦੋਂ ਕੀਤੀ ਜਾਂਦੀ ਹੈ ਜਦੋਂ ਤੁਹਾਡੀ ਪਰਮਿਸ਼ਨ ਹੁੰਦੀ ਹੈ ਔਰ ਤੁਹਾਡੇ ਬਾਰੇ ਤੁਸੀਂ ਆਪ ਚਾਹੁੰਦੇ ਹੋ ਕਿ ਮੀਡੀਆ ਤੇ ਗੱਲ ਕੀਤੀ ਜਾਵੇ ਜੀ। ਸੋ ਅਸੀਂ ਤੁਹਾਡੇ ਨਾਲ ਹਾਂ, ਕੋਈ ਐਸੀ ਗੱਲ ਨਹੀਂ ਜੀ। ਸੋ ਬਹੁਤ ਬਹੁਤ ਸ਼ੁਕਰੀਆ ਸਰ। ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ ਇੱਕ ਵਾਰ ਫਿਰ ਤੋਂ ਕਿ ਕੱਲ ਨੂੰ ਤੁਸੀਂ ਸੈਟਰਡੇ ਨੂੰ ਤੁਸੀਂ ਸਾਡਾ ਪ੍ਰੋਗਰਾਮ ਟੋਰਾਂਟੋ ਸਮੇਂ ਦੇ ਮੁਤਾਬਿਕ 12 ਤੋਂ ਲੈ ਕੇ 1 ਵਜੇ ਤੱਕ ਤੇ ਭਾਰਤੀ ਸਮੇਂ ਮੁਤਾਬਿਕ 9:30 ਤੋਂ 10:30 ਵਜੇ ਤੱਕ ਦੇਖ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।